ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਆਪ ਜੀ ਦੀ ਹਜ਼ੂਰੀ ਵਿੱਚ ਸਿੱਖ ਮੱਤ ਐਪੀਸੋਡ ਨੰਬਰ 7 ਲੈ ਕੇ ਹਾਜ਼ਰ ਹੋਏ ਹਾਂ। ਜਿਸ ਤਰ੍ਹਾਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਵੱਖ-ਵੱਖ ਬੁਲਾਰਿਆਂ ਤੋਂ ਆਪਾਂ ਗੁਰਬਾਣੀ ਦੀਆਂ ਕਥਾ ਕਹਾਣੀਆਂ ਵਿਚਾਰਾਂ ਸੁਣਦੇ ਹਾਂ। ਜਿਸ ਤਰ੍ਹਾਂ ਭਾਈ ਰਣਜੀਤ ਸਿੰਘ ਜੀ ਉਹਨਾਂ ਨੇ ਇੱਕ ਨਵਾਂ ਤਰੀਕਾ ਸੋਚਣ ਦਾ ਸਮਝਣ ਦਾ ਗੁਰਬਾਣੀ ਨੂੰ ਪੜ੍ਹਨ ਦਾ ਸਾਨੂੰ ਦਿੱਤਾ ਵਾ। ਉਹਦੇ ਨਾਲ ਬੜਾ ਹੀ ਆਦਮੀ ਦਾ ਜਿਹੜਾ ਦਿਮਾਗ ਉਹ ਖੁੱਲ੍ਹਦਾ ਵਾ ਕਿ ਅਸੀਂ ਕਿਸ ਦਿਸ਼ਾ ਵੱਲ ਜਾਣਾ। ਜਿਸ ਤਰ੍ਹਾਂ ਕਿ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਹੋਰ ਹੀ ਗ੍ਰੰਥਾਂ ਦੇ ਪਿੱਛੇ ਲੱਗ ਕੇ, ਜਿਸ ਤਰ੍ਹਾਂ ਕਿ ਸੂਰਜ ਪ੍ਰਕਾਸ਼ ਗ੍ਰੰਥ ਹੋਇਆ, ਫਿਰ ਗੁਰਬਿਲਾਸ ਪਾਤਸ਼ਾਹੀ 10ਵੀਂ ਹੋਇਆ, ਗੁਰਬਿਲਾਸ ਪਾਤਸ਼ਾਹੀ 6ਵੀਂ ਹੋਇਆ। ਇਸ ਤਰ੍ਹਾਂ ਕਈ ਗ੍ਰੰਥ ਆ ਜਿਹੜੇ ਸਾਡੇ ਲਾਈਨ ਦੇ ਵਿੱਚ ਖੜ੍ਹੇ ਨੇ। ਪਰ ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧਿਐਨ ਨਹੀਂ ਕਰਾਂਗੇ, ਪੜ੍ਹਾਂਗੇ ਨਹੀਂ ਆਪ, ਉਹਨਾਂ ਚਿਰ ਸਾਨੂੰ ਇਸ ਚੀਜ਼ ਦੀ ਸੋਝੀ ਨਹੀਂ ਮਿਲੂਗੀ। ਕਿਉਂਕਿ ਜੇ ਅਸੀਂ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਅਤੇ ਉਹਦੇ ਵਿੱਚ ਵੀ ਜਿਹੜੇ ਵਿਦਵਾਨ ਆ ਨਾ, ਉਹਨਾਂ ਨੇ ਡਿਸਪਿਊਟ ਖੜ੍ਹੇ ਕੀਤੇ ਹੋਏ ਆ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਟਾਰਟਿੰਗ ਦੇ ਵਿੱਚ ਜਾਈਏ ਤਾਂ ਸਾਡਾ ਮੂਲ ਮੰਤਰ ਦਾ ਝਗੜਾ, ਸੰਪਰਦਾਇਆਂ ਦੇ ਨਾਲ ਸਾਡਾ ਮੂਲ ਮੰਤਰ ਦਾ ਉੱਥੇ ਹੀ ਝਗੜਾ ਪੈ ਜਾਂਦਾ। ਉਸ ਤੋਂ ਅੱਗੇ ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਧ ਵਿੱਚ ਜਾਂਦੇ ਹਾਂ, ਅਤੇ ਮੱਧ ਦੇ ਵਿੱਚ ਵੀ ਸਾਡਾ ਉਹਨਾਂ ਦੇ ਨਾਲ ਡਿਸਪਿਊਟ ਆ ਕਿ ਉਹ ਕਹਿੰਦੇ ਕਿ ਮੱਧ ਦੀ ਅਰਦਾਸ ਕਰਨੀ ਆ, ਇੱਥੇ ਪਾਠ ਮੱਧ 'ਤੇ ਚੱਲ ਗਿਆ। ਪਰ ਉਹ ਵੀ ਇੱਕ ਮਨੌਤ ਆ, ਜੋ ਕਿ ਪਾਠ ਉੱਥੇ ਮੱਧ ਦੇ ਵਿੱਚ ਨਹੀਂ ਜਾਂਦਾ। ਉੱਥੇ 706 ਅੰਗ 'ਤੇ ਜਾ ਕੇ ਮੱਧ ਲੱਗਦਾ, ਪਰ 715 ਅੰਗ 'ਤੇ ਜਾ ਕੇ ਮੱਧ ਬਣਦਾ। ਪਰ ਉਹਦਾ ਕੋਈ ਵੀ ਸਾਡੇ ਕੋਲ ਜਵਾਬ ਨਹੀਂ ਆ। ਪਰ ਅਸੀਂ ਫਿਰ ਵੀ ਧੱਕੇ ਦੇ ਨਾਲ ਹੀ ਇਸ ਨੂੰ ਮਨਾਉਂਦੇ ਹਾਂ ਕਿ ਇੱਥੇ ਮੱਧ ਬਣਦਾ। ਉਸ ਤੋਂ ਹੋਰ ਅੱਗੇ ਚਲੇ ਜਾਈਏ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਸਮਾਪਤੀ 'ਤੇ ਜਾਂਦੇ ਹਾਂ ਤਾਂ ਉਹਦੇ ਵਿੱਚ ਸਾਡਾ ਰਾਗਮਾਲਾ ਦਾ ਬਹੁਤ ਜ਼ਿਆਦਾ ਵੱਡਾ ਡਿਸਪਿਊਟ ਹੈ, ਜੋ ਕਿ ਸਾਡੀਆਂ ਸੰਪਰਦਾਵਾਂ ਦੇ ਵਿੱਚ ਕੁਛ ਸੰਪਰਦਾਵਾਂ ਜਿਹੜੀਆਂ ਰਾਗਮਾਲਾ ਨੂੰ ਬਾਣੀ ਮੰਨਦੀਆਂ, ਕੁਛ ਸੰਪਰਦਾਵਾਂ ਰਾਗਮਾਲਾ ਨੂੰ ਬਾਣੀ ਨਹੀਂ ਮੰਨਦੀਆਂ। ਪਰ ਜਦੋਂ ਉਹਨਾਂ ਦੀ ਮਨੌਤਾਂ ਨੂੰ ਸੱਟ ਵੱਜਦੀ ਆ ਅਤੇ ਬਹੁਤ ਸਾਰੇ ਡੇਰੇਦਾਰ ਉਹ ਆਪਸ ਵਿੱਚ ਵੀ ਇੱਕਦਮ ਇਕੱਠੇ ਹੋ ਕੇ ਉਹ ਦੂਸਰੇ ਨੂੰ ਇਹ ਜਾ ਕੇ ਕਹਿੰਦੇ ਨੇ ਕਿ ਤੈਨੂੰ ਕੋਈ ਹੱਕ ਨਹੀਂ ਆ ਕਿ ਤੂੰ ਗੁਰਬਾਣੀ ਦੇ ਉੱਪਰ ਕੋਈ ਆਪਣਾ ਪੁਆਇੰਟ ਆਫ ਵਿਊ ਦੇਵੇਂ, ਜਾਂ ਗੁਰਬਾਣੀ ਦੇ ਉੱਪਰ ਤੂੰ ਆਪਣੀ ਨਵੀਂ ਸੋਚ, ਨਵੀਂ ਵਿਚਾਰ ਦੇਵੇਂ। ਜਿਸ ਤਰ੍ਹਾਂ ਕਿ ਹੁਣ ਰੀਸੈਂਟਲੀ ਭਾਈ ਰਣਜੀਤ ਸਿੰਘ ਜੀ ਨੇ 2015 ਤੋਂ ਬਾਅਦ ਜਿਹੜੀ ਇੱਕ ਨਵਾਂ ਵਿਊ ਗੁਰਬਾਣੀ ਦਾ ਐਂਗਲ ਦੇਣਾ ਚਾਲੂ ਕੀਤਾ ਸਾਨੂੰ, ਉਹਦੇ ਵਿੱਚ ਵੀ ਇਹਨਾਂ ਡੇਰੇਦਾਰਾਂ ਨੂੰ ਬਹੁਤ ਜ਼ਿਆਦਾ, ਥੋੜ੍ਹਾ ਨਹੀਂ ਬਹੁਤ ਜ਼ਿਆਦਾ ਵੱਡੀ ਤਕਲੀਫ ਹੋ ਰਹੀ ਆ ਕਿ ਇਹ ਕਿੱਥੋਂ ਜਿਹੜੀ ਇਹ ਵਿਆਖਿਆ ਲੈ ਕੇ ਆਏ ਨੇ, ਕਿੱਥੋਂ ਇਹ ਪ੍ਰਮਾਣਤਾ ਇਹਨੂੰ ਹਾਸਲ ਕੀਤੀ ਆ। ਪਰ ਇਹ ਨਹੀਂ ਸੋਚਦੇ ਕਿ ਇਹ ਜੋ ਵੀ ਗੱਲਾਂ ਨੇ, ਗੱਪ ਕਹਾਣੀਆਂ, ਗਪੌੜ ਜੋ ਮਰਜ਼ੀ ਸੁਣਾਈ ਜਾਣ, ਉਹ ਇਹਨਾਂ ਨੂੰ ਸਭ ਮਨਜ਼ੂਰ ਨੇ। ਕਿਉਂਕਿ ਬਹੁਤ ਕੁਛ ਸਾਨੂੰ ਜਿਹੜਾ ਵਾ ਇਹ ਸਿੱਖੀ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜਿਹੜੇ ਗ੍ਰੰਥ ਹੋਰ ਮੜ੍ਹੇ ਗਏ ਨੇ, ਉਹਨਾਂ ਦੇ ਵਿੱਚੋਂ ਆਈਆਂ ਨੇ। ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਅਧਿਐਨ ਕਰਾਂਗੇ ਤਾਂ ਸਾਨੂੰ ਉਹਦੇ ਵਿੱਚੋਂ ਬਹੁਤ ਕੁਛ ਮਿਲੂਗਾ। ਸੋ ਅੱਜ ਅਸੀਂ ਇਹਨਾਂ ਵਿਸ਼ਿਆਂ 'ਤੇ ਵੀ ਵਿਚਾਰ ਕਰਾਂਗੇ ਕਿ ਜਿਸ ਤਰ੍ਹਾਂ ਪਹਿਲਾਂ ਇੱਕ ਗਰੁੱਪ ਤਰਕ 'ਤੇ ਗੱਲ ਕਰਦਾ ਸੀ, ਅਤੇ ਅੱਜ ਜਦੋਂ ਭਾਈ ਰਣਜੀਤ ਸਿੰਘ ਜੀ ਤਰਕ 'ਤੇ ਗੱਲ ਕਰਦੇ ਨੇ, ਜਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਪੂ ਇੰਦਰ ਸਿੰਘ ਜੀ ਘੱਗਾ ਜੋ ਬੜੇ ਤਰਕ 'ਤੇ ਗੱਲ ਕਰਦੇ ਨੇ, ਜਦੋਂ ਅੱਜ ਉਹ ਅਤੇ ਭਾਈ ਰਣਜੀਤ ਸਿੰਘ ਜੀ ਇੱਕ ਐਂਗਲ 'ਤੇ ਜਾ ਰਹੇ ਨੇ, ਜਿਨ੍ਹਾਂ ਵਿਦਿਆਰਥੀਆਂ ਨੂੰ ਭਾਈ ਇੰਦਰ ਸਿੰਘ ਘੱਗਾ ਪੜ੍ਹਾ ਰਹੇ ਸੀ, ਅੱਜ ਉਹ ਕਿਉਂ ਭਾਈ ਇੰਦਰਜੀਤ ਸਿੰਘ ਦਾ ਵਿਰੋਧ ਕਰ ਰਹੇ ਨੇ, ਉਸ ਬਾਰੇ ਵੀ ਆਪਾਂ ਥੋੜ੍ਹਾ ਜਿਹਾ ਟੂਕ ਮਾਤਰ ਗੱਲ ਕਰਾਂਗੇ। ਸੋ ਅੱਜ ਐਪੀਸੋਡ ਦੇ ਵਿੱਚ ਮੇਰੇ ਨਾਲ ਸਾਥ ਦੇ ਰਹੇ ਨੇ ਭਾਈ ਦਲਜੀਤ ਸਿੰਘ ਜੀ ਅਤੇ ਭਾਈ ਦਿਲਜਾਤ ਸਿੰਘ ਜੀ। ਸੋ ਸਾਰਿਆਂ ਨੂੰ ਇੱਕ ਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਦਲਜੀਤ ਸਿੰਘ ਜੀ। ਹਾਂਜੀ ਭਾਈ ਜੀ, ਜਿੱਦਾਂ ਤੁਸੀਂ ਗੱਲ ਸ਼ੁਰੂ ਕੀਤੀ ਹੈ ਗੁਰਬਾਣੀ ਤੋਂ, ਕਿ ਗੁਰਬਾਣੀ ਤੋਂ ਹੀ ਆਪਣਾ ਡਿਸਟ੍ਰੀਬਿਊਟ ਜਿਹੜਾ ਹੈ ਉਹ ਚੱਲਦਾ, ਡਿਸਪਿਊਟ ਚਾਲੂ ਹੋ ਗਿਆ। ਹਾਂਜੀ, ਸਾਰੀਆਂ ਸੰਪਰਦਾਵਾਂ ਦਾ, ਸਾਰੇ ਮੱਤਾਂ ਦਾ, ਸਾਰੇ ਬਾਬਿਆਂ ਦਾ ਆਪੋ ਆਪਣੀ ਮਰਿਆਦਾ ਹੈ। ਬਿਲਕੁਲ, ਆਪੋ ਆਪਣਾ ਸਾਰਿਆਂ ਨੇ ਢੰਗ ਤਰੀਕੇ ਬਣਾਏ ਹੋਏ ਨੇ ਜੀ। ਉਹਦੇ ਵਿੱਚ ਜਿਹੜੀ ਤਾਂ ਦਮਦਮੀ ਟਕਸਾਲ ਹੈ ਉਹ ਕਹਿੰਦੀ ਹੈ ਕਿ ਜਿਹੜਾ ਰਾਗਮਾਲਾ ਨੂੰ ਨਹੀਂ ਮੰਨਦਾ ਉਹ ਸਿੱਖ ਹੀ ਨਹੀਂ, ਸਿੱਖ ਹੀ ਨਹੀਂ। ਬਿਲਕੁਲ, ਜਦ ਕਿ ਪੂਰੇ ਦਾ ਪੂਰਾ ਖੰਡ ਕੀਰਤਨੀ ਜਥਾ ਇਸ ਗੱਲ ਤੇ ਖੜਾ ਹੈ ਜੀ ਕਿ ਰਾਗਮਾਲਾ ਗੁਰੂ ਦੀ ਬਾਣੀ ਨਹੀਂ। ਬਿਲਕੁਲ, ਉਹ ਰਾਗਾਂ ਨੂੰ ਵੀ ਨਹੀਂ ਮੰਨਦੇ। ਉਹ ਕਹਿੰਦੇ ਬਾਣੀ ਸਿਰਫ ਇੱਦਾਂ ਸਿੱਧੇ ਸਿੱਧੇ ਗਾਉਣ ਨੂੰ ਹੁੰਦੀ ਹੈ, ਜਿੱਥੇ ਇੱਕ ਸ਼ਬਦ ਆ ਗਿਆ ਕਿ ਗਾਉਣਾ ਜਾਂ ਗੁਰੂ ਜਾਂ ਨਾਮ, ਉੱਥੇ ਉਹ ਆਪਣਾ ਜਿਹੜਾ ਵਾਹਿਗੁਰੂ ਦਾ ਸਿਮਰਨ ਜਿਹੜਾ ਆ ਉਹ ਉਹਨਾਂ ਦਾ ਤਰੀਕਾ ਹੈ ਜੀ। ਬਹੁਤ ਸਾਰੀਆਂ ਸੰਪਰਦਾਵਾਂ ਨੇ ਜਿਹੜੇ ਮੂਲ ਮੰਤਰ ਨੂੰ ਉਹ ਸੀਪੀ ਸੱਚ ਤੱਕ ਮੰਨਦੇ ਨੇ, ਬਹੁਤ ਸਾਰੇ ਨੇ ਉਹ ਅੱਗੇ ਤੱਕ ਮੰਨਦੇ ਨੇ।
ਫਿਰ ਆਪਾਂ ਜਦੋਂ ਦੇਖੀਏ ਕਿ ਅੱਜ ਜੋ ਭਾਈ ਰਣਜੀਤ ਸਿੰਘ ਜੀ ਗੱਲ ਕਰ ਰਹੇ ਨੇ ਜੀ ਹਨਾ ਜੀ, ਅੱਜ ਉਸ ਦਾ ਕਿਉਂ ਵਿਰੋਧ ਕੀਤਾ ਜਾਂਦਾ ਹੈ, ਜਦ ਕਿ ਇਹਨਾਂ ਵਿੱਚ ਆਪ ਜ਼ਮੀਨ ਅਸਮਾਨ ਦਾ ਫਰਕ ਹੈ। ਬਿਲਕੁਲ ਭਾਈ ਸਾਹਿਬ ਨੇ ਇਹ ਗੱਲ ਬੜੇ ਵੀਡੀਓਆਂ ਦੇ ਵਿੱਚ, ਬੜੇ ਦੀਵਾਨਾਂ 'ਚ ਵੀ ਕਲੀਅਰ ਕੀਤੀ ਹੈ ਕਿ ਉਹਨਾਂ ਨੇ 11-12 ਤਰੀਕੇ ਦਾ ਅੰਮ੍ਰਿਤ ਜਿਹੜਾ ਛਕਾ ਹੁੰਦਾ ਵੇਖਿਆ। ਬਿਲਕੁਲ ਉਹ ਖੁਦ ਆਪ ਵੀ, ਜਿੱਦਾਂ ਆਪਾਂ ਪਿਛਲੇ ਪ੍ਰੋਗਰਾਮ 'ਚ ਵੀ ਗੱਲ ਕੀਤੀ ਸੀ ਕਿ ਉਹ ਆਪ ਵੀ ਜਿਹੜਾ ਅੰਮ੍ਰਿਤ ਹੈ ਉਹ ਦਮਦਮੀ ਟਕਸਾਲ ਦਾ ਛਕਾਉਂਦੇ ਰਹੇ ਆ। ਖੰਡੇ ਦੀ ਪੌਲ ਜਿਹੜੀ ਉਹ ਦਮਦਮੀ ਟਕਸਾਲ ਦੇ ਹਿਸਾਬ ਨਾਲ ਛਕਾਉਂਦੇ ਸੀਗੇ, ਉਹਨਾਂ ਦੀ ਮਰਿਆਦਾ ਨਾਲ ਛਕਾਉਂਦੇ ਸੀ। ਫਿਰ ਉਹਨਾਂ ਨੇ ਅਕਾਲ ਤਖਤ ਦੀ ਮਰਿਆਦਾ ਨੂੰ ਲਾਗੂ ਕੀਤਾ, ਜਿਸ ਤੋਂ ਬਾਅਦ ਇਹ ਸਾਰਾ ਡਿਸਪਿਊਟ ਸ਼ੁਰੂ ਹੋਇਆ। ਜਿਸ ਤੋਂ ਬਾਅਦ ਇਹ ਸਾਰੇ ਵਖਰੇਵੇਂ ਪੈਣੇ ਸ਼ੁਰੂ ਹੋਏ, ਕਿਉਂਕਿ ਜਦੋਂ ਤੁਸੀਂ ਕਿਸੇ ਨਾ ਕਿਸੇ ਵੱਡੇ ਗਰੁੱਪ ਦੇ ਵਲੰਟੀਅਰ ਬਣ ਕੇ ਕੰਮ ਕਰਦੇ ਹੋ ਨਾ, ਉਦੋਂ ਤੱਕ ਸਾਰਾ ਕੁਝ ਠੀਕ ਹੁੰਦਾ। ਬਿਲਕੁਲ ਉਹਦੇ ਗਰੁੱਪ ਦੇ ਸਾਰੇ ਬੰਦੇ ਤੁਹਾਡੇ ਨਾਲ ਹੁੰਦੇ ਆ। ਉਸ ਗਰੁੱਪ ਦੇ ਵਿੱਚ ਤੁਹਾਡੀ ਹਰੇਕ ਕਹੀ ਹੋਈ ਗੱਲ ਦੀ ਮਾਨਤਾ ਜਿਹੜੀ ਹੈ ਉਹ ਹੁੰਦੀ ਹੈ, ਉਹ ਉਸ ਨੂੰ ਕਦੇ ਗਲਤ ਨਹੀਂ ਕਿਹਾ ਜਾਂਦਾ। ਬਿਲਕੁਲ ਜੋ ਅੱਜ ਸਿਚੁਏਸ਼ਨ ਬਣੀ ਹੈ, ਜਿਸ ਤਰੀਕੇ ਨਾਲ ਤੁਸੀਂ ਬਾਪੂ ਇੰਦਰ ਸਿੰਘ ਘੱਗਾ ਉਹਨਾਂ ਦੀ ਗੱਲ ਕੀਤੀ ਹੈ, ਜਿੰਨਾ ਚਿਰ ਉਹ ਸਾਰੇ ਮਿਸ਼ਨਰੀਆਂ ਦੇ ਨਾਲ ਚੱਲ ਰਹੇ ਸੀ ਹਨਾ, ਉਸੇ ਤਰੀਕੇ ਦੇ ਨਾਲ ਉਹ ਅੱਗੇ ਜਾਂਦੇ ਸੀਗੇ। ਜਿਹੜੀ ਉਹ ਗੱਲਬਾਤ ਕਰਦੇ ਸੀ ਉਹਨੂੰ ਸਾਰੇ ਪ੍ਰਮਾਣਿਤ ਕਰਦੇ ਸੀ। ਹਾਂਜੀ, ਉਸ ਨੂੰ ਸਾਰੇ ਜਾਣੇ ਆਪਣੇ ਇੱਕ ਹੁਕਮ ਕਹਿ ਕੇ ਮੰਨਦੇ ਸੀ। ਜਿਹੜੀਆਂ ਉਹਨਾਂ ਦੀ ਕਿਤਾਬਾਂ ਹੁਣ ਤੱਕ ਲਿਖੀਆਂ ਉਹਨਾਂ ਸਾਰੀਆਂ ਦੇ ਉੱਤੇ ਹਰ ਗੱਲ ਤਰਕ ਤੇ ਕਰਦੇ ਸੀ, ਫੁੱਲ ਚੜਾਉਂਦੇ ਸੀ, ਕਿਉਂਕਿ ਉਹਨਾਂ ਦੀ ਗੱਲ ਜਿਹੜੀ ਸੀ ਉਹ ਠੀਕ ਸੀ। ਉਹਨਾਂ ਦੀ ਗੱਲ ਤਰਕ ਤੇ ਆਧਾਰਿਤ ਹੁੰਦੀ ਸੀ। ਉਹਨਾਂ ਦੀ ਗੱਲ ਬੜੇ ਹੀ ਸੋਹਣੇ ਢੰਗ ਤਰੀਕੇ ਨਾਲ ਕੀਤੀ ਜਾਂਦੀ ਸੀ। ਜਦੋਂ ਪਿਛਲੀ ਵਾਰੀ ਬਾਪੂ ਇੰਦਰ ਸਿੰਘ ਘੱਗਾ ਜੀ ਹੁਣੀ ਇੱਥੇ ਇੰਗਲੈਂਡ ਆਏ ਆ, ਮੇਰੀ ਵੀ ਉਹਨਾਂ ਨਾਲ ਮੁਲਾਕਾਤ ਹੋਈ। ਉਸ ਮੁਲਾਕਾਤ ਵਿੱਚ ਸਾਰੀਆਂ ਗੱਲਾਂ ਬਾਤਾਂ ਹੋਈਆਂ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਟਰੈਕ ਭਾਈ ਰਣਜੀਤ ਸਿੰਘ ਢੱਡਰੀਆਣਾ ਨੇ ਹੁਣ ਫੜਿਆ ਹੋਇਆ ਉਹ ਬਿਲਕੁਲ ਠੀਕ ਹੈ, ਤੇ ਉਹ ਹੀ ਟਰੈਕ ਜਿਹੜਾ ਆ ਸਾਨੂੰ ਲੈਣਾ ਪੈਣਾ ਕਿਤੇ ਨਾ ਕਿਤੇ, ਤਾਂ ਹੀ ਅਸੀਂ ਕਿਤੇ ਨਾ ਕਿਤੇ ਪਹੁੰਚ ਸਕਦੇ ਹਾਂ। ਕਿਤੇ ਨਾ ਕਿਤੇ ਉਹਨਾਂ ਨੂੰ ਇਹ ਗੱਲ ਸਮਝ ਆਈ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਹਾਂ ਬਿਲਕੁਲ ਇਹ ਜਿੱਦਾਂ ਉਹ ਭਾਈ ਰਣਜੀਤ ਸਿੰਘ ਜੀ ਚੱਲ ਰਹੇ ਨੇ, ਜੇ ਕਮ ਸੇ ਕਮ ਉਹਨਾਂ ਦਾ ਵਿਰੋਧ ਨਹੀਂ ਕਰਨਾ ਤੇ ਉਹਨਾਂ ਦੇ ਕਮ ਸੇ ਕਮ ਹਾਂ ਦੇ ਵਿੱਚ ਥੋੜ੍ਹੀ ਬਹੁਤੀ ਹਾਂ ਤਾਂ ਮਿਲਾਈਏ ਹਨਾ। ਉਹਨਾਂ ਨੇ ਥੋੜ੍ਹੀ ਹਾਂ ਮਿਲਾਉਣੀ ਜਦੋਂ ਸ਼ੁਰੂ ਕੀਤੀ ਤੇ ਉਹਨਾਂ ਦਾ ਜਿਹੜਾ ਵਿਰੋਧ ਹੈ ਉਹ ਵਰਲਡ ਵਾਈਡ ਤੌਰ 'ਤੇ ਮਿਸ਼ਨਰੀਆਂ ਵੱਲੋਂ ਕੀਤਾ ਗਿਆ, ਜਿਹਦੇ ਵਿੱਚ ਹੋਰ ਕਿਸੇ ਸੰਪਰਦਾਇ ਦਾ ਕੋਈ ਹੱਥ ਨਹੀਂ ਸੀ। ਉਹਦੇ ਵਿੱਚ ਸਿਰਫ ਤੇ ਸਿਰਫ ਜਿਹੜੇ ਮਿਸ਼ਨਰੀ ਸੀਗੇ ਉਹਨਾਂ ਨੇ ਉਹਨਾਂ ਦਾ ਵਿਰੋਧ ਜਿਹੜਾ ਆ ਪੁਰਜ਼ੋਰ ਤਰੀਕੇ ਨਾਲ ਕਰਨਾ ਸ਼ੁਰੂ ਕਰ ਦਿੱਤਾ। ਜਿਹੜੀਆਂ ਕਿਤਾਬਾਂ ਨੂੰ ਗੁਰਮਤ ਦੀਆਂ ਕਿਤਾਬਾਂ ਕਿਹਾ ਜਾਂਦਾ ਸੀਗਾ, ਜਿਹੜੀਆਂ ਕਿਤਾਬਾਂ ਨੂੰ ਇਹ ਕਿਹਾ ਜਾਂਦਾ ਸੀ ਕਿ ਉਹਦੇ ਵਿੱਚ ਜੋ ਬਾਪੂ ਇੰਦਰ ਸਿੰਘ ਘੱਗਾ ਉਹਨਾਂ ਨੇ ਲਿਖਿਆ ਆ ਉਹ ਬਿਲਕੁਲ ਸਾਰਾ ਕੁਝ ਠੀਕ ਹੈ, ਉਹਨਾਂ ਕਿਤਾਬਾਂ ਨੂੰ ਸੁੱਟਣ ਦੀਆਂ, ਅੱਗ ਲਾਉਣ ਦੀਆਂ ਬਿਲਕੁਲ ਤੇ ਗਾਰਬੇਜ ਵਿੱਚ ਸਿੱਟਣ ਦੀਆਂ ਗੱਲਾਂ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋਈਆਂ। ਜਦ ਕਿ ਉਹ ਕਿਤਾਬਾਂ ਵਿੱਚ ਜੋ ਲਿਖਿਆ ਸੀ ਉਹ ਤਾਂ ਠੀਕ ਹੀ ਸੀ, ਉਹਨੂੰ ਉਦੋਂ ਵੀ ਤੁਸੀਂ ਠੀਕ ਮੰਨਦੇ ਸੀ, ਉਹਦੇ ਵਿੱਚ ਕੁਝ ਬਦਲਿਆ ਨਹੀਂ, ਕਿਉਂਕਿ ਤੁਸੀਂ ਸਾਡੇ ਥੱਲਿਓਂ ਨਿਕਲ ਗਏ ਨਾ। ਹਾਂਜੀ, ਕਿਉਂਕਿ ਹੁਣ ਜਿਹੜਾ ਆ ਉਹ ਜਿਹੜੇ ਉਸ ਗਰੁੱਪ ਦੇ ਵਲੰਟੀਅਰ ਨਹੀਂ ਰਹੇ ਉਹ, ਕਿਉਂਕਿ ਵਲੰਟੀਅਰ ਉਹ ਤਾਂ ਸ਼ੁਰੂ ਤੋਂ ਹੀ ਨਹੀਂ ਸੀ। ਉਹ ਤਾਂ ਜਿਹੜੀ ਗੱਲ ਸੱਚ ਦੀ ਸੀ ਉਹ ਸੱਚ ਦੀ ਕਰਦੇ ਸੀ। ਜਦੋਂ ਭਾਈ ਰਣਜੀਤ ਸਿੰਘ ਉਹਨਾਂ ਨੇ ਉਹੀ ਗੱਲ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਉਸੇ ਗੱਲ ਦੇ ਮਗਰ ਜਿਹੜਾ ਆ ਉਹ ਹਾਮੀ ਭਰੀ ਕਿ ਹਾਂ ਬਿਲਕੁਲ ਗੱਲ ਜਿਹੜੀ ਹੋ ਰਹੀ ਹੈ ਉਹ ਠੀਕ ਹੋ ਰਹੀ ਹੈ, ਉਹ ਗੱਲ ਜਿਹੜੀ ਹੈ ਗੁਰਮਤਿ ਦੇ ਹਿਸਾਬ ਨਾਲ ਇਸੇ ਤਰੀਕੇ ਨਾਲ ਹੋਣੀ ਚਾਹੀਦੀ ਹੈ। ਸੋ ਜਦੋਂ ਉਸ ਚੀਜ਼ ਦੀ ਹਾਮੀ ਭਰੀ ਗਈ ਤਾਂ ਉਹ ਹਾਮੀ ਦੇ ਵਿੱਚੋਂ ਫਿਰ ਜਿਹੜਾ ਸੀ ਉਹਨਾਂ ਨੂੰ ਉਸ ਗਰੁੱਪ ਨੂੰ ਜਿਹੜਾ ਆਪਣਾ ਛੋੜਾ ਉਹ ਟੁੱਟਦਾ ਹੋਇਆ ਨਜ਼ਰ ਆਇਆ, ਕਿਉਂਕਿ ਉਹਨਾਂ ਦਾ ਇੱਕ ਵੱਡਾ ਜਿਹੜਾ ਕੋਈ ਧਾੜ ਵੀ ਸੀਗਾ ਉਹ ਜਿਹੜਾ ਉਹਨਾਂ ਦੇ ਹੱਥ ਚੋਂ ਨਿਕਲਦਾ ਨਜ਼ਰ ਆਇਆ। ਪਰ ਜਦ ਕਿ ਉਸ ਦੀਆਂ ਕਈਆਂ ਹੋਈਆਂ ਗੱਲਾਂ ਦੀ ਪੜੋੜਤਾ ਕਰਨ ਦੀ ਬਜਾਏ ਉਹਦੀ ਵਿਰੋਧਤਾ ਜਿਹੜੀ ਹੈ ਸ਼ੁਰੂ ਹੋਈ ਹਨਾ, ਤੇ ਉਹ ਬਹੁਤ ਵੱਡੇ ਪੱਧਰ 'ਤੇ ਵਿਰੋਧਤਾ ਸ਼ੁਰੂ ਕੀਤੀ ਗਈ। ਤੇ ਤੁਹਾਨੂੰ ਪਤਾ ਹੀ ਹੈ ਕਿ ਜੋ ਬਾਅਦ ਦੇ ਵਿੱਚ ਜੋ ਸਿਚੁਏਸ਼ਨ ਬਣੀ, ਜਿਹੜੇ ਬੰਦੇ ਸੋਸ਼ਲ ਮੀਡੀਆ ਨੂੰ ਹਮੇਸ਼ਾ ਵਾਚ ਕਰਦੇ ਆ, ਜਿਹੜੇ ਬੰਦੇ ਉਹਨੂੰ ਉੱਥੇ ਐਕਟਿਵ ਰਹਿੰਦੇ ਆ, ਉਹ ਸਾਰਿਆਂ ਨੇ ਦੇਖਿਆ ਕਿ ਜੋ ਉਹਨਾਂ ਦੇ ਨਾਲ ਜੋ ਵਰਤੀਰਾ ਕੀਤਾ ਗਿਆ ਉਸ ਤੋਂ ਸਾਰੇ ਚੰਗੀ ਤਰ੍ਹਾਂ ਜਾਣੂ। ਭਾਈ ਦਿਲਜਾਨ ਸਿੰਘ ਜੀ ਵੀ ਹੈ, ਤੁਸੀਂ ਵੀ ਇਹਦੇ ਬਾਰੇ ਕੀ? ਮੈਂ ਇਹਦੇ ਵਿੱਚ ਇਹੀ ਰੌਸ਼ਨੀ ਜ਼ਰੂਰ ਦੇਵਾਂਗਾ, ਕਿਉਂਕਿ ਜਿੱਥੇ ਆਪਾਂ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਜੀ ਬਾਰੇ ਜ਼ਿਕਰ ਕਰਦੇ ਪਏ ਹਾਂ, ਜਿੱਥੇ ਆਪਣੇ ਮਿਸ਼ਨਰੀ ਕਾਲਜ ਵਾਲਿਆਂ ਨੇ ਇਹਨਾਂ ਨੂੰ ਕਿਹਾ ਵੀ ਇਹਨਾਂ ਦੀਆਂ ਕਿਤਾਬਾਂ ਸਿੱਟਣੀਆਂ ਵੀ ਪੈਣੀਆਂ ਨੇ ਜਾਂ ਅੱਗ ਵੀ ਲਾਉਣੀ ਪੈਣੀ ਹੈ, ਜੋ ਮਰਜ਼ੀ ਹੈ। ਜਿੰਨਾ ਟਾਈਮ ਤੱਕ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਆਪਣੇ ਭਾਈ ਸਾਹਿਬ ਦੇ ਹੱਕ 'ਚ ਨਹੀਂ ਸੀ ਬੋਲੇ, ਉਹਨਾਂ ਟਾਈਮ ਤੱਕ ਉਹਨਾਂ ਨੂੰ ਕਿਤਾਬਾਂ ਤਾਂ ਠੀਕ ਲੱਗਦੀਆਂ ਸੀ ਕਿਉਂਕਿ ਉਹਦੇ 'ਤੇ ਲੋਗੋ ਲੱਗਦਾ ਸੀ ਸਿੱਖ ਮਿਸ਼ਨਰੀ ਕਾਲਜ ਦਾ, ਅਤੇ ਉਹ ਸਿੱਖ ਮਿਸ਼ਨਰੀ ਕਾਲਜ ਦਾ ਜਿਹੜਾ ਲੋਗੋ ਸੀ ਉਹੀ ਵਿਕਦਾ ਸੀ, ਬਿਲਕੁਲ ਉਹੀ ਉਹਨਾਂ ਦੀਆਂ ਕਿਤਾਬਾਂ ਨੂੰ ਵਿਖਵਾਉਂਦਾ ਸੀ। ਅਤੇ ਜਦੋਂ ਹੁਣ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਜੀ ਉਹਨਾਂ ਦੇ ਹੱਕ 'ਚ, ਭਾਈ ਸਾਹਿਬ ਦੇ ਹੱਕ 'ਚ ਆਏ, ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਡਰ ਪੈ ਗਿਆ ਵੀ ਕਿਤੇ ਵੀ ਜਿਹੜੇ ਅਸੀਂ ਇੰਨਾ ਕੁੜਜੋੜ ਮਿਹਨਤ ਕਰਕੇ ਆਪਣੇ ਜਾਗਰੂਕ ਵੀਰਾਂ ਨੂੰ, ਜਿੱਦਾਂ ਪ੍ਰੋਫੈਸਰ ਧੁੰਦਾ ਜੀ ਹੋ ਗਏ ਜਾਂ ਹੋਰ ਪ੍ਰਚਾਰਕ ਹੋ ਗਏ, ਜਿਨ੍ਹਾਂ ਨੂੰ ਆਪਣੇ ਮਜਬੂਰ ਕਰਕੇ ਅਸੀਂ ਆਪਣੇ ਇਹਨਾਂ ਦੇ ਦਮਦਮੀ ਟਕਸਾਲ ਦੇ ਪੈਰਾਂ ਦੇ ਵਿੱਚ ਬਿਠਾਇਆ,
ਵੀ ਕਿਤੇ ਇਹ ਨਾ ਹੋਵੇ ਵੀ ਉਹ ਸਮਝਣ ਵੀ ਇਹ ਕਿਤੇ ਘੱਗਾ ਜੀ ਦਾ ਸਪੋਰਟ ਕਰਦੇ ਨੇ ਤੇ ਮੁੜ ਕੇ ਫਿਰ ਸਾਨੂੰ ਉਹੀ ਵਿਰੋਧਤਾ ਝੱਲਣੀ ਪਵੇ। ਸੇਫ ਗੇਮ ਖੇਡੀ ਕਿਸੇ ਸੇਫ ਗੇਮ ਖੇਡੀ ਗਈ ਉਹਨਾਂ ਪੱਖੋਂ ਬਿਲਕੁਲ। ਇਹਦੇ ਵਿੱਚ ਕਿਉਂਕਿ ਉਹਦੇ ਵਿੱਚ ਦਿਖਦਾ ਹੀ ਇਹ ਆ ਜੋ ਵਿਰੋਧਤਾ ਭਾਈ ਘੱਗਾ ਜੀ ਨੇ ਮਿਸ਼ਨਰੀ ਕਾਲਜ ਨੇ ਕੀਤੀ ਆ, ਉਹ ਸ਼ਰੇਆਮ ਹੀ ਦਿਖਦਾ ਪਿਆ ਵੀ ਇਹ ਭਾਈ ਸਾਹਿਬ ਦੇ ਵਿਚਾਰਨ ਪਤਾ ਉਹਨਾਂ ਨੂੰ ਵੀ ਆ ਜੋ ਭਾਈ ਸਾਹਿਬ ਕਹਿ ਰਹੇ ਨੇ ਜਾਂ ਪ੍ਰੋਫੈਸਰ ਇੰਦਰ ਸਿੰਘ ਜੀ ਘੱਗਾ ਜੋ ਕਹਿ ਰਹੇ ਨੇ ਉਹ ਸਹੀ ਕਰ ਰਹੇ ਨੇ ਜਾਂ ਰਸਤਾ ਉਹੀ ਆ। ਪਰ ਰੌਲਾ ਕੀ ਆ, ਉਹਨਾਂ ਦਾ ਛੋਣਾ ਜਿਹੜਾ ਦਮਦਮੀ ਟਕਸਾਲ ਤੇ ਅਕਾਲ ਤਖਤ ਦਾ ਅਰਗਾ ਬਣਾ ਕੇ ਸਾਡੇ ਉੱਤੇ ਰੱਖਿਆ ਗਿਆ, ਸਾਡੇ ਉੱਤੇ ਥਾਪਿਆ ਗਿਆ, ਉਹ ਉਹਨਾਂ ਨੂੰ ਕਰਦਾ ਵੀ ਜੇ ਅਸੀਂ ਉਹ ਤੋਂ ਬਾਹਰ ਨਿਕਲ ਗਏ ਤਾਂ ਸਾਨੂੰ ਕਿਸੇ ਨੇ ਸੁਣਨਾ ਹੀ ਨਹੀਂ, ਸਾਨੂੰ ਸਟੇਜਾਂ ਨਹੀਂ ਮਿਲਣੀਆਂ। ਹਾਂਜੀ, ਮੇਨ ਮਸਲਾ ਜਿਹੜਾ ਢੇਰੀ ਦਾ ਹੀ ਆ। ਹੁਣ ਜੇ ਆਪਾਂ ਦੇਖਿਆ ਜਾਈਏ ਆਪਣੇ ਭਾਈ ਰਣਜੀਤ ਸਿੰਘ ਨੇ, ਇਹਨਾਂ ਨੇ ਸਟੇਜਾਂ ਵੀ ਛੱਡ ਦਿੱਤੀਆਂ, ਆਪਣਾ ਦੀਵਾਨ ਲਾਉਂਦੇ ਨੇ, ਆਨਲਾਈਨ ਦੀਵਾਨ ਲਾਉਂਦੇ ਨੇ, ਤੇ ਉੱਥੇ ਘੱਗਾ ਜੀ ਨੇ ਉਹਨਾਂ ਨੇ ਵੀ ਕੋਈ ਉਹਨਾਂ ਨੂੰ ਸਟੇਜ ਨਹੀਂ ਮਿਲਦੀ, ਉਹਨਾਂ ਨੇ ਵੀ ਆਪਣੀ ਵਿਚਾਰਧਾਰਾ ਤੇ ਫੋਕਸ ਰੱਖ ਕੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਆਪਣਾ ਜਾਣੀ ਕਿ ਆਪਣਾ ਆਪ ਹੀ ਆਪਣੇ ਕੋਲੋਂ ਪੈਸੇ ਲਾ ਕੇ ਉਹਨਾਂ ਨੇ ਹੁਣ ਤੱਕ ਆਪਣੇ ਬਲਬੂਤੇ ਤੇ ਉਹ ਖੜੇ ਨੇ। ਇਹੀ ਮੇਨ ਜਿਹੜੇ ਦੋ ਆਗੂ ਨੇ ਸਾਡੇ ਇਹੀ ਮੇਨ ਨੇ ਵੀ ਜਿਨ੍ਹਾਂ ਨੇ ਆਪਣਾ ਆਪ ਵੀ ਉੱਤੇ ਲਾ ਦਿੱਤਾ ਪਰ ਆਪਣੀ ਵਿਚਾਰਧਾਰਾ ਨਹੀਂ ਛੱਡੀ ਹੈ। ਹਾਂਜੀ ਬਿਲਕੁਲ। ਇਸ ਤਰ੍ਹਾਂ ਹੀ ਜਿਸ ਤਰ੍ਹਾਂ ਤੁਸੀਂ ਹੁਣ ਘੱਗਾ ਜੀ ਬਾਰੇ ਗੱਲ ਕੀਤੀ ਆ, ਇਹਦੇ ਨਾਲ ਹੀ ਜਦੋਂ ਭਾਈ ਰਣਜੀਤ ਸਿੰਘ ਜੀ ਹੁਣਾਂ ਨੇ ਇਹ ਟਰੈਕ ਫੜਿਆ ਨਾ, ਜਦੋਂ ਗੁਰਬਾਣੀ ਦੇ ਜਦੋਂ ਅਰਥ ਕੀਤੇ ਆ ਨਾ, ਉਹੀ ਗੁਰਬਾਣੀ ਸੀ। ਜੇ ਤੁਸੀਂ ਇਹਦਾ ਸੰਪਰਦਾਈ ਅਰਥ ਕਰੂਗਾ ਤਾਂ ਉਹਦਾ ਹੋਰ ਕਰੂਗਾ, ਜੇ ਕੋਈ ਜਾਗਰੂਕ ਕਰੂ ਹੋਰ ਕਰੂਗਾ। ਜਿਸ ਤਰ੍ਹਾਂ ਭਾਈ ਸਾਹਿਬ ਉਹਨਾਂ ਨੇ ਅਰਥ ਕੀਤੇ ਵੀ ਗਿਆਨ ਤੋਂ ਬਗੈਰ ਕਿਤੇ ਵੀ ਕੋਈ ਛੁਟਕਾਰਾ ਨਹੀਂ। ਕੋਈ ਘਰ ਲਾ ਲਓ, ਕੋਈ ਬਾਹਰ ਲਾ ਲਓ, ਕੋਈ ਆਪਾਂ ਮੈਂ ਲਾ ਲਾਂ ਜਾਂ ਕੋਈ ਦੇਸ਼ ਲਾ ਲਓ, ਜਿਨ੍ਹਾਂ ਨੇ ਗਿਆਨ ਨੂੰ ਅਪਣਾ ਲਿਆ ਉਹੀ ਦੇਸ਼ ਨੇ ਤਰੱਕੀ ਕੀਤੀ, ਉਹੀ ਘਰ ਨੇ ਤਰੱਕੀ ਕੀਤੀ। ਹੁਣ ਜਦੋਂ ਗੁਰਬਾਣੀ ਦੇ ਵਿੱਚ ਹੁੰਦਾ ਜਿੰਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇ, ਵੀ ਜਿਨ੍ਹਾਂ ਨੇ ਨਾਮ ਨੂੰ ਵਸਾਰਿਆ ਉਹ ਖੇ ਹੁੰਦੇ ਦੇਖੇ ਆ। ਤੁਸੀਂ ਹੁਣ ਇਹਨੂੰ ਇਸ ਚੀਜ਼ ਤੇ ਲਾ ਲਓ ਵੀ ਜੇ ਅਸੀਂ ਇਕੱਲੇ ਮੈਂ ਵਾਹਿਗੁਰੂ ਤੇ ਇਹ ਨਹੀਂ ਕੋਈ ਕਿੰਤੂ ਕਰ ਰਿਹਾ, ਜੇ ਅਸੀਂ ਵਾਹਿਗੁਰੂ ਨੂੰ ਹੀ ਨਾਮ ਕਿਉਂਕਿ ਅਸੀਂ ਅਜੇ ਬਹੁਤ ਛੋਟੇ ਜਿਹੇ ਘੇਰੇ ਦੇ ਵਿੱਚ ਬੈਠੇ ਹਾਂ। ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ 35 ਮਹਾਂਪੁਰਖਾਂ ਨੇ ਗੱਲ ਕੀਤੀ ਨਾ, ਉਹ ਬੜੀ ਵਿਸ਼ਾਲਤਾ ਵਾਲੀ ਗੱਲ ਕੀਤੀ ਹੈ। ਬਿਲਕੁਲ। ਜਿਹੜੀ ਹੁਣ ਭਾਈ ਸਾਹਿਬ ਜੀ ਹੁਣੀ ਗੱਲ ਕਰ ਰਹੇ ਆ ਨਾ, ਜਦੋਂ ਲੰਗਰ ਦੀ ਗੱਲ ਜਾਂ ਨਾਮ ਦੀ ਗੱਲ ਜਾਂ ਰੱਬ ਦੀ ਗੱਲ ਜਾਂ ਪ੍ਰਮਾਤਮਾ ਕਿੱਥੇ ਰਹਿੰਦਾ ਵਾ, ਜਦੋਂ ਨਾਮ ਦੀ ਗੱਲ ਭਾਈ ਸਾਹਿਬ ਉਹਨਾਂ ਨੇ ਕੀਤੀ ਆ, ਤੇ ਇੱਕ ਗਿਆਨ ਤੋਂ ਬਗੈਰ ਕਬੀਰ ਜਹਾਂ ਗਿਆਨ ਤੈਂ ਧਰਮ ਹੈ। ਜਿੱਥੇ ਗਿਆਨ, ਜੇ ਗਿਆਨ ਆ ਤਾਂ ਧਰਮ ਆ, ਨਹੀਂ ਤੇ ਕੁਛ ਵੀ ਨਹੀਂ ਆ। ਮੰਨ ਲਓ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਆ, ਤੇ ਹੁਣ ਕੋਈ ਦੂਸਰਾ ਬਾਹਰੋਂ ਆਗਾ, ਉਹਨੂੰ ਕੀ ਮਤਲਬ ਆ? ਕੋਈ ਮਤਲਬ ਨਹੀਂ ਉਹਨੂੰ। ਅਸੀਂ ਸੀਸ ਤਾਨ ਵਾਨੇ, ਸਾਨੂੰ ਪਤਾ ਵੀ ਸਾਡੇ ਇਹਦੇ ਵਿੱਚ 35 ਮਹਾਂਪੁਰਖਾਂ ਨੇ ਉਹ ਬੋਲ ਉਦੋਂ ਬੋਲਿਆ ਜਦੋਂ ਕੋਈ ਕਿਸੇ ਮਤਲਬ ਇੱਕ ਡਿਕਟੇਟਰਸ਼ਿਪ ਦੇ ਵਿੱਚ ਜਦੋਂ ਕੋਈ ਬੋਲ ਨਹੀਂ ਸੀ ਸਕਦਾ, ਉਦੋਂ ਸਾਡੇ ਉਹਨਾਂ ਮਹਾਂਪੁਰਖਾਂ ਨੇ ਉਹ ਬੋਲੇ। ਇਸ ਕਰਕੇ ਅਸੀਂ ਉਸ ਲਿਖਤ ਨੂੰ, ਉਸ ਜਿਹੜੇ ਕਲਮਬੰਦ ਕੀਤੇ ਗੁਰੂ ਸਾਹਿਬਾਂ ਨੇ, ਭਗਤ ਸਾਹਿਬਾਨਾਂ ਨੇ, ਜਿਹੜੇ 35 ਮਹਾਂਪੁਰਖਾਂ ਨੇ ਸ਼ਬਦ ਕੀਤੇ, ਉਹਨੂੰ ਅਸੀਂ ਨਮਸਕਾਰ ਕਰਦੇ ਹਾਂ। ਉਹ ਸਾਡੇ ਪਾਤਸ਼ਾਹ, ਤੇ ਅਸੀਂ ਅੱਜ ਉਹਨੂੰ ਪੂਜਣ ਲਾਤਾ। ਇਹੀ ਫਰਕ ਆ। ਹੁਣ ਭਾਈ ਸਾਹਿਬ ਇਹ ਜਾਂ ਜਿਹੜੇ ਚੰਗੇ ਵਿਦਵਾਨ ਆ, ਸੂਝਵਾਨ ਵਿਦਵਾਨ ਆ, ਜਿਹੜੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਗੁਰੂ ਸੁਰਤ ਤੋਂ ਨਚੇਲਾ ਦਾ ਜਿਹੜਾ ਸਾਨੂੰ ਸੰਕਲਪ ਦਿੱਤਾ ਸੀ, ਉਹਦੇ ਪਿੱਛੇ ਲੱਗਦੇ ਆ। ਤੇ ਇਸੇ ਕਰਕੇ ਸਾਡੀ ਹੁਣ ਇਹਨਾਂ ਦੇ ਨਾਲ ਕੀ ਕਹਿੰਦੇ ਬਣਦੀ ਨਹੀਂ ਗਈ ਵੀ ਜਿਹੜੇ ਇੱਕ ਸ਼ਖਸੀ ਪੂਜਾ ਵਾ ਤੇ ਇੱਕ ਸ਼ਬਦ ਪੂਜਾ ਵਾਲੇ ਦੋਨਾਂ ਦਾ ਆਪਸ 'ਚ ਟਕਰਾਅ ਇਹੀ ਆ। ਉਹ ਕਹਿੰਦੇ ਪੁਜਾਰੀ ਦਾ ਘਰ ਤਾਂ ਚੱਲਣਾ ਵਾ ਜੇ ਤੁਸੀਂ ਪੂਜਾ ਕਰਾਓਗੇ, ਤੇ ਜੇ ਤੁਸੀਂ ਸ਼ਬਦ ਦੇ ਨਾਲ ਚੱਲੋਗੇ ਤੇ ਪੁਜਾਰੀ ਉੱਥੇ ਮੂੰਹ ਦੀ ਖਾਣੀ ਪੈਂਦੀ ਆ, ਕਿਉਂਕਿ ਉਹਦਾ ਘਰ ਨਹੀਂ ਚੱਲਣਾ। ਇਸ ਕਰਕੇ ਇਹ ਫਰਕ ਆ। ਤੇ ਨਾਲੇ ਇੱਥੇ ਆਪਾਂ ਨੂੰ ਇਹ ਵੀ ਕਈ ਗੱਲਾਂ ਵਿਚਾਰਨੀਆਂ ਪੈਣੀਆਂ ਨੇ, ਜਿੱਦਾਂ ਭਾਈ ਸਾਹਿਬ ਨੇ ਆਪਣੇ ਮੂਹਰੇ ਇਹ ਗੱਲਾਂ ਰੱਖੀਆਂ ਨੇ। ਉੱਥੇ ਆਪਾਂ ਇਹ ਗੱਲ ਜ਼ਰੂਰ ਵਿਚਾਰੀਏ ਵੀ ਜੇ ਅੱਜ ਤੋਂ ਆਪਾਂ 15ਵੀਂ ਸਦੀ ਦੇ ਵਿੱਚ ਜਾਂਦੇ ਹਾਂ, ਜੇ ਅੱਜ ਤੋਂ ਆਪਾਂ ਫੋਰ ਐਗਜ਼ਾਮਪਲ ਲਾਈਏ ਵੀ ਅਸੀਂ 15ਵੀਂ ਸਦੀ ਦੇ ਵਿੱਚ ਜੀ ਰਹੇ ਹਾਂ, ਜਿੱਥੇ ਕਿ ਸ਼ੂਦਰ ਦੇ ਕੰਨ ਦੇ ਵਿੱਚ ਸਿੱਕਾ ਢਾਲਿਆ ਜਾਂਦਾ ਸੀ, ਜੀਭ ਕੱਟੀ ਜਾਂਦੀ ਸੀ, ਉਹਨਾਂ ਨੂੰ ਬੋਲਣ ਦਾ ਹੱਕ ਨਹੀਂ ਸੀ। ਤੇ ਗੁਰੂ ਸਾਹਿਬਾਂ ਨੇ ਉਹ ਜਿਹੜਾ ਗਿਆਨ ਆ ਉਹ ਕਲਮਬੰਦ ਕਰਕੇ ਸਾਡੇ ਮੂਹਰੇ ਰੱਖਿਆ। ਬਿਲਕੁਲ ਵੀ ਹਾਂ, ਜਿਹੜੇ ਉਸ ਟਾਈਮ ਦੇ ਕ੍ਰਾਂਤੀਕਾਰੀ ਯੋਧੇ ਹੋਏ ਨੇ ਜਾਂ ਜਿਹੜੇ ਕ੍ਰਾਂਤੀਕਾਰੀ ਆਪਣੇ ਮਹਾਂਪੁਰਖ ਹੋਏ ਨੇ, ਜਿਨ੍ਹਾਂ ਨੇ ਉਸ ਪੁਜਾਰੀ ਨੂੰ ਸਿੱਧੀ ਚੁਣੌਤੀਆਂ ਦਿੱਤੀਆਂ ਨੇ, ਉਹ ਜੇ ਬੋਲੇ ਨੇ ਤਾਂ ਉਹਨਾਂ ਦਾ ਹਰਜਾਨਾ ਉਹਨਾਂ ਨੂੰ ਭੁਗਤਣਾ ਪਿਆ। ਬਿਲਕੁਲ। ਤੇ ਹਰਜਾਨੇ ਦੇ ਤੌਰ ਤੇ ਉਹਨਾਂ ਨੇ ਉਹ ਕਲਮਬੰਦ ਕਰਕੇ ਸਾਨੂੰ ਦਿੱਤਾ। ਦੇਖੋ ਵੀ 15ਵੀਂ ਸਦੀ ਦੇ ਵਿੱਚ ਜੋ ਕੁਝ ਹੋਇਆ, ਮੈਂ ਤੁਹਾਨੂੰ ਕਲਮਬੰਦ ਕਰਕੇ ਦੇ ਰਿਹਾ ਵੀ ਐਡੇ ਕ੍ਰਾਂਤੀਕਾਰੀ ਯੋਧੇ ਹੋਏ ਨੇ। ਪਰ ਉਹੀ ਚੀਜ਼ ਨੂੰ ਜੇ ਆਪਾਂ ਹੁਣ ਵਿਚਾਰਦੇ ਹਾਂ ਅੱਜ ਦੇ ਜ਼ਮਾਨੇ ਦੇ ਵਿੱਚ, ਉਹੀ ਚੀਜ਼ ਦੁਬਾਰਾ ਦੁਹਰਾਈ ਜਾ ਰਹੀ ਆ। ਇਹ ਨਹੀਂ ਵੀ ਉਹ ਹੋ ਗਈ ਆ ਤਾਂ ਹੋ ਗਿਆ, ਗੱਲ ਖਤਮ ਹੋ ਗਈ ਆ। ਉਹੀ ਚੀਜ਼ ਹੁਣ ਫਿਰ ਦੁਬਾਰਾ ਦੁਹਰਾਈ ਜਾ ਰਹੀ ਆ। ਉਹ ਭਾਵੇਂ ਭਾਈ ਰਣਜੀਤ ਸਿੰਘ ਦੇ ਆਪਣੇ ਪੱਖ ਨੂੰ ਮੁੱਖ ਰੱਖ ਕੇ ਚੱਲੀਏ ਵੀ ਉਹਨਾਂ ਦਾ ਕਿੰਨਾ ਵਿਰੋਧ ਹੋ ਰਿਹਾ, ਵੀ ਗੁਰਬਾਣੀ ਨੂੰ ਕਿਹੜੇ ਤਰੀਕੇ ਨਾਲ ਲੈ ਕੇ ਸਾਡੇ ਮੂਹਰੇ ਰੱਖ ਰਹੇ ਨੇ।
ਤੇ ਉਹ ਭਾਵੇਂ ਘੱਗਾ ਜੀ ਦੀ ਆਪਾਂ ਗੱਲ ਕਰੀਏ ਵੀ ਉਹ ਕਿਹੜੇ ਤਰੀਕੇ ਨਾਲ ਰੱਖ ਰਹੇ ਨੇ, ਭਾਵੇਂ ਰਾਸਤਾ ਦੋਨਾਂ ਤੇ ਸੇਮ ਨੇ, ਹਾਂਜੀ, ਪਰ ਗੱਲ ਉਹੀ ਵੀ ਵਿਰੋਧ ਤਾਂ ਉਹੀ ਚੀਜ਼ ਦੀ ਆ। ਪਰ ਹੁਣ ਇੱਥੇ ਆਪਾਂ ਨੂੰ ਇਹ ਚਾਹੀਦਾ ਵੀ ਜਿਹੜੇ ਮੇਨ ਆਪਣੇ ਦੋ ਮੋਢੀ ਨੇ ਇਹਨਾਂ ਨਾਲ ਆਪਾਂ ਜੁੜੀਏ। ਆਲੇ ਦੁਆਲੇ ਜਿਹੜੇ ਇਹਨੇ ਪੁਜਾਰੀਆਂ ਦਾ ਕੰਮ ਤਾਂ ਪੈਸੇ ਇਕੱਠੇ ਕਰਨਾ, ਉਹ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖ ਕੇ ਪੈਸੇ ਇਕੱਠੇ ਕਰ ਲੈਣ, ਉਹ ਭਾਵੇਂ ਮੂਰਤੀਆਂ ਰੱਖ ਕੇ ਪੈਸੇ ਇਕੱਠੇ ਕਰ ਲੈਣ। ਹਾਂਜੀ, ਮੈਂ ਤੁਹਾਡੀ ਗੱਲ 'ਚੋਂ ਮੈਨੂੰ ਗੱਲ ਯਾਦ ਆਈ, ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ, ਮੈਂ ਕਿਹਾ ਜਦੋਂ ਤੁਹਾਨੂੰ ਬਾਪੂ ਜੀ ਉਹ ਪੰਥ 'ਚੋਂ ਛੇਕਿਆ ਗਿਆ, ਉਹ ਕਹਿੰਦੇ ਨਹੀਂ ਮੈਨੂੰ ਛੇਕਿਆ ਨਹੀਂ ਗਿਆ ਹਨਾ, ਉਹ ਛੇਕਿਆ ਟਰਮ ਨਹੀਂ ਉਹਨਾਂ ਲਈ ਵਰਤੀ ਗਈ, ਉਹਨਾਂ ਨੂੰ ਇਹ ਕਹਿਤਾ ਗਿਆ ਕਿ ਇਹਨਾਂ ਨੂੰ ਕੋਈ ਸਟੇਜ ਨਹੀਂ ਮਿਲੇਗੀ ਤੇ ਕੋਈ ਗੁਰਦੁਆਰਾ ਇਹਨਾਂ ਨਾਲ ਕੋਆਪਰੇਟ ਨਹੀਂ ਕਰੇਗਾ ਹਨਾ ਜੀ। ਤੇ ਗੱਲ ਤਾਂ ਮਤਲਬ ਉਹੀ ਹੋਇਆ, ਪਰ ਜਿਹੜੀ ਉਹ ਟਰਮ ਹੈ ਥੋੜੀ ਜਿਹੀ ਬਦਲ ਕੇ ਰੱਖ ਦਿੱਤੀ। ਮੈਂ ਕਿਹਾ ਤੁਸੀਂ ਉਦੋਂ ਇਕੱਲੇ ਹੋ ਗਏ ਹਨਾ, ਤੁਹਾਨੂੰ ਕੋਈ ਸਟੇਜ ਨਹੀਂ ਸੀ ਤੁਹਾਡੇ ਕੋਲ, ਜਾਣੀ ਤੁਹਾਡੇ ਕੋਲ ਉਦੋਂ ਕੁਝ ਵੀ ਨਹੀਂ ਸੀਗਾ ਹਨਾ, ਫਿਰ ਤੁਹਾਡਾ ਇਹਦਾ ਜੀ ਨਹੀਂ ਕੀਤਾ ਬਈ ਚਲੋ ਛੱਡ ਯਾਰ ਫੇਰ ਕੀ ਆਵੇ, ਮਤਲਬ ਸਟੇਜਾਂ ਤਾਂ ਮਿਲਣੀਆਂ ਹੀ ਨੇ, ਚਲ ਥੋੜਾ ਬਹੁਤਾ ਗੱਲ ਘੁਮਾ ਫਿਰਾ ਕੇ ਕਰਨੀ ਸ਼ੁਰੂ ਕਰ ਦਿੰਦੇ। ਤਾਂ ਜਵਾਬ ਇਹੀ ਸੀਗਾ ਕਿ ਜ਼ਮੀਰ ਨੂੰ ਹੀ ਮਾਰ ਲਿਆ ਤੇ ਫਿਰ ਜੀਣਾ ਹੁਣ ਤੱਕ ਦਾ ਕੀ ਹੋਇਆ, ਜਾਣੀ ਚਾਹੇ ਕਿੰਨੀ ਉਮਰ ਵੀ ਜੀ ਲਈ, ਪਰ ਜੇ ਫਿਰ ਉਹ ਜ਼ਮੀਰ ਨੂੰ ਮਾਰ ਕੇ ਉਦੋਂ ਜੀ ਲੈਂਦੇ ਤਾਂ ਹੁਣ ਤੱਕ ਜਿਹੜੀ ਹੈ ਆਪਾਂ ਜਿਹੜੀ ਉਹਨਾਂ ਦੇ ਬਾਰੇ ਗੱਲ ਕਰ ਰਹੇ ਹਾਂ ਉਹ ਹੋਣੀ ਅੱਜ ਇੱਥੇ ਬੈਠ ਕੇ ਨਹੀਂ ਸੀਗੀ ਹਨਾ। ਗੁਰਬਾਣੀ ਅਨੁਸਾਰ ਇਹਨੂੰ ਹੀ ਮਰਨਾ ਕਹਿੰਦੇ, ਜ਼ਮੀਰ ਨੂੰ ਮਾਰ ਲੈਣਾ ਹੀ ਮਰਨਾ, ਬਾਕੀ ਤਾਂ ਉਹ ਤੇ ਲਿਖਿਆ ਜੋ ਉਪਜਿਓ ਸੋ ਬਿਨਸ ਹੈ। ਨਾਲੇ ਆਪਾਂ ਇੱਥੇ ਇਹ ਵੀ ਚੀਜ਼ ਆਪਾਂ ਵਿਚਾਰੀਏ ਜ਼ਰੂਰ ਵੀ ਜਿੱਦਾਂ ਘੱਗਾ ਜੀ ਨੇ ਕਿਹਾ ਵੀ ਜੇ ਜ਼ਮੀਰ ਨੂੰ ਹੀ ਮਾਰ ਲਿਆ ਫਿਰ ਜਿਉਣਾ ਕਾਹਦਾ ਹੋਇਆ। ਹੁਣ ਜੇ ਅੱਜ ਤੋਂ 2 ਜਾਂ 3 ਸਾਲ ਪਹਿਲਾਂ ਅਸੀਂ ਆਪਾਂ ਗੱਲ ਕਰਦੇ ਹਾਂ, ਜਿੱਦਾਂ ਮੈਂ ਭਾਈ ਸਾਹਿਬ ਨੂੰ ਆਪਣੇ ਭਾਈ ਗੁਰਮੀਤ ਸੋਹਣਾ ਨਾਲ ਰਿਹਾ ਵਿੱਚ ਜੁੜੇ ਹਾਂ, ਤੇ ਧੁੰਦਾ ਜੀ ਨੂੰ ਬਹੁਤ ਸੁਣੀਦਾ ਸੀ, ਘੰਟਿਆਂ ਪ੍ਰਤੀ ਸੁਣੀਦਾ ਸੀ, ਮਸਕੀਨ ਸਿੰਘ ਨੂੰ ਘੰਟਿਆਂ ਪ੍ਰਤੀ ਸੁਣੀਦਾ ਸੀ। ਪਰ ਹੁਣ ਰੌਲਾ ਕੀ ਹੈ, ਜਦੋਂ ਪਤਾ ਲੱਗਿਆ ਵੀ ਉਹ ਗੱਲ ਗੋਲ ਕਰਦੇ ਆ, ਫਿਰ ਆਪਣੇ ਮਨ ਨੂੰ ਹੀਣ ਭਾਣ ਆਉਂਦਾ ਵੀ ਗੱਲਾਂ ਕਿਹੜੀਆਂ ਸੀ ਤੇ ਪਹਿਲਾਂ ਕੀਤੀਆਂ ਕਿਹੜੀਆਂ ਗਈਆਂ, ਤੇ ਬਾਅਦ ਚ ਜਦੋਂ ਹੁਣ ਉਸੇ ਗੱਲਾਂ ਤੇ ਸਟੈਂਡ ਲੈਣ ਦਾ ਵਾਰੀ ਆਈ ਤਾਂ ਪਿੱਛੇ ਹਟ ਗਏ। ਹਾਂਜੀ, ਆਪਣੀਆਂ ਗੱਲਾਂ ਤੇ ਆਪ ਹੀ ਖੜਨ ਦੀ ਜਦੋਂ ਟਾਈਮ ਆਇਆ ਤੇ ਹੁਣ ਇਸੇ ਕਰਕੇ ਬਾਰ-ਬਾਰ ਜਾਨੀ ਕਿ ਇਹਨਾਂ ਦੋ ਸ਼ਖਸੀਸ਼ਾਂ ਦੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤੇ ਘੱਗਾ ਜੀ ਤੇ ਇਸੇ ਕਰਕੇ ਬਾਰ-ਬਾਰ ਸੀਰ ਨਿਵਦਾ ਵੀ ਨਹੀਂ, ਜਿਹੜੀਆਂ ਗੱਲਾਂ ਇਹ ਕਹਿੰਦੇ ਨੇ ਉਹਨਾਂ ਤੇ ਸਟੈਂਡ ਹੈ ਇਹਨਾਂ ਦਾ ਆਪਣਾ। ਹਾਂਜੀ, ਇਸੇ ਕਰਕੇ ਜਿਹੜੀ ਨਵੀਂ ਜਨਰੇਸ਼ਨ ਆ, ਸਾਡੇ ਵਰਗੀ ਨਵੀਂ ਪੀੜ੍ਹੀ ਆ, ਇਸ ਗੱਲ ਨੂੰ ਇਹ ਬਹੁਤ ਛੇਤੀ ਇਹ ਕੈਚ ਕਰਦੀ ਆ। ਬਿਲਕੁਲ, ਕਿਉਂਕਿ ਸਾਨੂੰ ਇਹ ਸਮਝਾਇਆ ਗਿਆ ਵੀ ਜਿਹੜੀ ਸ਼ਹੀਦੀ ਆ ਉਹ ਕੌਮ ਤੇ ਮਰ ਮਿਟ ਕੇ ਸ਼ਹੀਦ ਹੋਣਾ। ਹਾਂਜੀ, ਪਰ ਇਹਨਾਂ ਨੇ ਦੋਨਾਂ ਜਾਣਿਆਂ ਨੇ ਸਾਨੂੰ ਦਿਖਾ ਦਿੱਤਾ ਵੀ ਨਹੀਂ, ਵੀ ਸ਼ਹੀਦੀ ਕੌਮ ਤੇ ਮਰ ਮਿਟ ਕੇ ਨਹੀਂ, ਬਿਲਕੁਲ ਆਪਣਾ ਆਪ ਵਾਰ ਕੇ ਤੁਸੀਂ ਜਿਉਂਦੇ ਰਹਿਣਾ, ਉਹ ਵੀ ਸ਼ਹੀਦੀ ਸਾਰੇ ਦਸੇ ਪਾਤਸ਼ਾਹੀਆਂ ਸਾਡੀਆਂ ਜਿਉਂਦੇ ਜੀ ਸੱਚ ਤੇ ਗੱਲ ਕਰਨੀ, ਸੱਚ ਤੇ ਪਹਿਰਾ ਦੇਣਾ, ਉਹਦੇ ਨਾਲ ਦੀ ਵੱਡੀ ਸ਼ਹੀਦੀ ਹੈ ਹੀ ਕੋਈ ਹਨਾ। ਉਸ ਦੇ ਮੂਹਰੇ ਭਾਵੇਂ ਤਲਦਿਆਂ ਨੂੰ ਮੌਤ ਵੀ ਆ ਜੇ ਤਾਂ ਉਹ ਵੀ ਪ੍ਰਵਾਨ ਹੈ, ਪਰ ਜਦੋਂ ਜੇ ਮੌਤ ਆਉਣ ਤੋਂ ਪਹਿਲਾਂ ਹੀ ਜੇ ਤੁਸੀਂ ਡਰ ਕੇ ਹਨਾ ਪਿੱਛੇ ਹਟ ਜਾਓ ਤਾਂ ਉਹ ਤੁਹਾਡੀ ਜਿਹੜੀ ਹੈ ਅਸਲੀ ਮੌਤ ਜਿਹੜੀ ਹੈ ਉਹੀ ਗਿਣੀ ਜਾਣੀ ਆ, ਉਹੀ ਦਿਨ ਜਿਹੜਾ ਤੁਹਾਡਾ ਉਹ ਮੌਤ ਦਾ ਹੋਣਾ। ਹੁਣ ਆਪਾਂ 3 ਜਾਣੇ ਅੱਜ ਇੱਥੇ ਗੱਲ ਕਰਦੇ ਆਂ ਬੈਠ ਕੇ, ਹਰ ਗੱਲ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਆਪਣੇ ਮੋਢਿਆਂ ਤੇ, ਜੋ ਅੱਜ ਆਪਾਂ ਕਵਾਂਗੇ ਆਪਾਂ ਉਹਦੀ ਜ਼ਿੰਮੇਵਾਰੀ ਨੂੰ ਚੱਕਾਂਗੇ, ਤੇ ਕੱਲ ਨੂੰ ਜੇ ਇਹ ਨਾ ਗੱਲਾਂ ਕਹੀਆਂ ਦੇ ਉੱਤੇ ਆਪਣੇ ਤੇ ਕੋਈ ਬੰਦਾ ਚੜ ਕੇ ਆਉਂਦਾ, ਆਪਾਂ ਨੂੰ ਧਮਕਾਉਂਦਾ ਹੈ, ਆਪਾਂ ਨੂੰ ਡਰਾਉਂਦਾ ਹੈ, ਤੇ ਜੇ ਆਪਾਂ ਉਹ ਫਿਰ ਡੋਲ ਜਾਈਏ ਹਨਾ, ਜੇ ਆਪਾਂ ਕਹੀਏ ਨਹੀਂ ਬਈ ਮੇਰੇ ਤੋਂ ਗਲਤੀ ਹੋ ਗਈ ਜਾਂ ਮੇਰੇ ਤੋਂ ਗਲਤ ਇਹ ਗੱਲਾਂ ਕਹੀਆਂ ਗਈਆਂ ਜਾਂ ਮੈਂ ਉਸ ਵੇਲੇ ਕਿਸੇ ਪ੍ਰਭਾਵ ਦੇ ਵਿੱਚ ਸੀ ਜਾਂ ਕੁਝ ਵੀ ਸੀ, ਇਹਦਾ ਮਤਲਬ ਉਹ ਦਿਨ ਜਿਹੜਾ ਹੋਣਾ ਉਹ ਆਪਣਾ ਆਖਰੀ ਦਿਨ ਹੋਣਾ। ਇਹਦੇ ਵਿੱਚ ਦਲਜੀਤ ਸਿੰਘ ਇੱਕ ਗੱਲ ਆ, ਗੁਰਬਾਣੀ ਦੀ ਅਸੀਂ ਗੱਲ ਕਰਦੇ ਹਾਂ, ਹਾਂਜੀ, ਜੋ ਅਸੀਂ ਗੁਰਬਾਣੀ ਦੀ ਗੱਲ ਕਰ ਰਹੇ ਹਾਂ ਨਾ, ਉਹਦੇ ਉੱਪਰ ਦੀ ਕੋਈ ਗੱਲ ਕਰ ਸਕਦਾ ਵਾ, ਉਹਦੇ ਅਰਥ ਇਹਦੇ ਨੂੰ ਵੀ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕਰ ਸਕਦਾ ਵਾ। ਬਿਲਕੁਲ, ਜਿਸ ਤਰ੍ਹਾਂ ਭਾਈ ਸਾਹਿਬ ਨਹੀਂ ਕਰਦੇ, ਹੋਰ ਬਹੁਤ ਵਿਦਵਾਨ, ਆਪਾਂ ਇਹ ਨਹੀਂ ਕਹਿੰਦੇ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਆਖਰੀ ਆ, ਕਿਉਂਕਿ ਇਹ ਇੱਕ ਨਿਉਣਾ ਨਹੀਂ ਆ, ਇਹ ਇੱਕ ਇਹ ਆ ਵੀ ਜਿੱਦਾਂ ਹੁਣ ਅਸੀਂ ਭਾਈ ਸਾਹਿਬ ਵੱਲ ਵੇਖ ਕੇ ਜਾਂ ਘੱਗਾ ਜੀ ਵੱਲ ਜਾਂ ਹੋਰ ਪ੍ਰਚਾਰਕਾਂ ਵੱਲ ਦੇਖ ਕੇ ਉਹਨਾਂ ਤੋਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ, ਸਾਨੂੰ ਇੱਥੇ ਆਉਣ ਦਾ ਕੁਝ ਮਿਲਦਾ ਤਾਂ ਨਹੀਂ ਨਾ, ਕੋਈ ਮਤਲਬ ਤਾਂ ਨਹੀਂ ਨਾ। ਇਹੀ ਵੀ ਜੇ ਉਹ ਸਭ ਕੁਝ ਛੱਡ ਕੇ ਆਪਣਾ ਫਰਜ਼, ਜੇ ਕੋਈ ਇਨਸਾਨ ਅੱਜ ਉੱਠਿਆ ਵੀ ਗੁਰੂ ਨਾਨਕ ਸਾਹਿਬ ਦੀ ਸੋਚ ਤੇ ਜੇ ਕੋਈ ਮਿੱਟੀ ਝਾੜਨ ਲੱਗਾ ਅੱਜ, ਬਿਲਕੁਲ ਪੁਜਾਰੀ ਨੇ ਇੰਨੀ ਖੇਹ ਪਾਈ ਉਹਦੇ ਉੱਤੇ, ਹਾਂਜੀ, ਤੇ ਜੇ ਕੋਈ ਅੱਜ ਇਦਾਂ ਦਾ ਸੂਰਮਾ ਉੱਠਿਆ ਤੇ ਕਿਉਂ ਨਾ ਯਾਰ ਆਪਾਂ ਵੀ ਕੰਧੇ ਨਾਲ ਕੰਧਾ ਮਿਲਾ ਕੇ ਉਹਦੇ ਨਾਲ ਚੱਲੀਏ, ਕੁਝ ਨਾ ਕੁਝ ਤੇ ਕਰੀਏ। ਇਹੀ ਮਤਲਬ ਆ, ਹੋਰ ਕੋਈ ਸਾਡਾ ਇੱਥੇ ਮੋਟਿਵ ਨਹੀਂ ਹੈ, ਕੋਈ ਮਤਲਬ ਨਹੀਂ ਆ ਵੀ ਜਿਉਂਦੇ ਜੀ ਆਪਣੇ ਆਪ ਨੂੰ ਜਿਉਂਦਾ ਰੱਖਣ ਲਈ, ਤੇ ਜਿਉਂਦੇ ਜੀ ਆਪਣੇ ਆਪ ਨੂੰ ਮਰਿਆ ਨਾ ਮਹਿਸੂਸ ਕਰੀਏ, ਕਿਉਂਕਿ ਉਹੀ ਜਿਹੜੀ ਆਪਣੀ ਪਹਿਲਾਂ ਗੱਲ ਕੀਤੀ ਵੀ ਜ਼ਮੀਰ ਨੂੰ ਮਾਰ ਲੈਣਾ ਹੀ ਮਰਿਆ ਵਾ। ਔਰ ਤੁਰਦੀਆਂ ਤੇ ਕਹਿੰਦੇ ਲਾਸ਼ਾਂ ਬਹੁਤ ਤੁਰੀਆਂ ਫਿਰਦੀਆਂ। ਬਿਲਕੁਲ, ਇਸ ਕਰਕੇ ਇਹ ਆ ਵੀ ਹਾਂਜੀ, ਕਿਉਂਕਿ ਮੈਂ ਇਹੀ ਦੱਸਣਾ ਚਾਹੁੰਦਾ ਸੀ ਵੀ ਹੁਣ ਸਾਨੂੰ ਜਦੋਂ ਜਾਣੀ ਕਿ ਮੈਂ ਨਵਾਂ ਇਸ ਲਾਈਨ ਦੇ ਵਿੱਚ ਪਿਆ, ਤੇ ਮੇਰੇ ਮਨ ਦੇ ਵਿੱਚ ਕਈ ਸ਼ੰਕਾਵਾਂ, ਕਈ ਦੁਬਿਧਾਵਾਂ ਸੀਗੀਆਂ, ਜਿੱਦਾਂ ਹੇਮਕੁੰਟ ਸਾਹਿਬ ਬਾਰੇ ਜਾਂ ਆਪਣੇ ਹੋਰ ਬਾਰੇ। ਤਾਂ ਹੁਣ ਸਾਨੂੰ ਜੋ ਸਿੱਖਿਆ ਦਿੱਤੀ ਗਈ ਉਹ ਆਪਣੇ ਇਹਨਾਂ ਦੇ ਘੱਗਾ ਜੀ ਹੋਣਾ ਪੱਖੋਂ ਜਿਹੜੀਆਂ YouTube ਤੇ ਵੀਡੀਓ ਪਾਈਆਂ ਨੇ ਉਹਨਾਂ ਨੇ ਸਾਨੂੰ ਦੱਸਿਆ ਵੀ ਹਾਂ ਵੀ ਉਹ ਹਿਸਟੋਰੀਕਲ ਚੀਜ਼ਾਂ ਬਣੀਆਂ ਕਿੱਥੋਂ ਨੇ, ਬਣਾਈਆਂ ਕਿੱਦਾਂ ਗਈਆਂ, ਸਾਡੇ ਗਾਲ ਪਾਈਆਂ ਕਿੱਦਾਂ ਗਈਆਂ, ਨਹੀਂ ਉਦਾਂ ਤਾਂ ਸਾਨੂੰ ਕਿਸੇ ਚੀਜ਼ ਬਾਰੇ ਪਤਾ ਹੀ ਨਹੀਂ ਸੀ। ਬਿਲਕੁਲ,
ਹਾਂਜੀ। ਪਰ ਹੁਣ ਵੀ ਆਪਣਾ ਇਹੀ ਪੁਆਇੰਟ ਆ ਵੀ ਜੇ ਹੁਣ ਉਹਨਾਂ ਦੀ ਸੋਚ, ਭਾਈ ਸਾਹਿਬ ਦੀ ਸੋਚ ਜਾਂ ਪ੍ਰੋਫੈਸਰ ਘੱਗਾ ਜੀ ਦੀ ਸੋਚ ਦੇ ਮੁੱਖ ਰੱਖ ਕੇ ਅਸੀਂ ਚੱਲਦੇ ਹਾਂ ਤਾਂ ਬਿਲਕੁਲ ਵੀ ਹਾਂ ਸਾਡੇ ਆਪਣੇ ਅੰਦਰ ਇੰਨਾ ਸਟੈਂਡ ਹੈਗਾ ਵੀ ਅਸੀਂ ਉਹਨਾਂ ਦੇ ਪਿੱਛੇ ਹੋ ਕੇ ਚੱਲ ਸਕਦੇ ਹਾਂ। ਪਰ ਜਿਹੜੀ ਸਭ ਤੋਂ ਵੱਡੀ ਗੱਲ ਦੇਖਣ ਚ ਆਈ ਨਾ, ਜਦੋਂ ਇਹ ਸਾਰਾ ਸਮੀਕਰਨ ਵਾਪਰਿਆ, ਜਦੋਂ ਘੱਗਾ ਜੀ ਦਾ ਵਿਰੋਧ ਹੋਣਾ ਸ਼ੁਰੂ ਹੋਇਆ, ਹਾਂਜੀ, ਉਹਦੇ 'ਚ ਜਦੋਂ ਜਿਹੜੀ ਗੱਲ ਦੇਖਣ ਚ ਆਈ ਕਿ ਉਹ ਵਿਰੋਧ ਸਿਧਾਂਤਕ ਨਾ ਰਹਿ ਕੇ ਉਹ ਨਿੱਜੀ ਹੋ ਗਿਆ। ਨਿੱਜੀ ਹੋ ਗਿਆ, ਉੱਥੇ ਨੁਕਸਾਨ ਹੁੰਦਾ। ਬਿਲਕੁਲ ਸਹੀ। ਹਾਂਜੀ, ਜਦੋਂ ਉਹ ਗੱਲਾਂ ਕਰਦੇ ਸੀ ਨਾ ਬੰਦੇ ਜਿਹੜੇ ਵਿਰੋਧ ਕਰਦੇ ਆ, ਜਿਹੜੇ ਕਿਸੇ ਨਾ ਕਿਸੇ ਸਮੇਂ ਉਹਨਾਂ ਦੇ ਨਾਲ ਹੀ ਰਹਿੰਦੇ ਰਹੇ, ਬਿਲਕੁਲ, ਜਦੋਂ ਅੱਜ ਉਹ ਵੱਖਰੇ ਹੋ ਗਏ ਤਾਂ ਉਹ ਵੱਖਰੇ ਤਾਂ ਨਹੀਂ ਹੋਏ, ਉਹਨਾਂ ਨੇ ਤਾਂ ਸੱਚ ਨੂੰ ਸੱਚ ਹੀ ਕਿਹਾ ਨਾ। ਵੱਖਰੇ ਤਾਂ ਇਹ ਹੋਏ ਆ ਕਿਉਂਕਿ ਇਹ ਇੱਕ ਸ਼ਖਸੀਅਤ ਨੂੰ ਮੰਨ ਕੇ ਬੈਠੇ ਆ ਕਿ ਇਹ ਬੰਦੇ ਨੇ ਸਾਡਾ ਘਾਣ ਕੀਤਾ, ਹਨਾ। ਉਹਨਾਂ ਨੇ ਰਣਜੀਤ ਸਿੰਘ ਦੀ ਇੱਕ ਇਮੇਜ ਇਹੋ ਜਿਹੀ ਬਣਾ ਕੇ ਰੱਖੀ ਆ ਆਪਣੇ ਆਪ ਦੇ ਵਿੱਚ, ਜਦ ਕਿ ਉਹ ਸਿਧਾਂਤ ਦੇ ਨਾਲ ਤਾਂ ਬਿਲਕੁਲ ਨਹੀਂ ਚੱਲ ਰਹੇ। ਜੇ ਉਹ ਸਿਧਾਂਤ ਨਾਲ ਚੱਲਦੇ ਹੁੰਦੇ ਤਾਂ ਉਹ ਕਮ ਸੇ ਕਮ ਇੱਦਾਂ ਦਾ ਕਹਿੰਦੇ ਕਿ ਭਾਈ ਜਿਹੜੀਆਂ ਗੱਲਾਂ ਭਾਈ ਰਣਜੀਤ ਸਿੰਘ ਜੀ ਕਰਦੇ ਆ ਉਹ ਗੱਲਾਂ ਠੀਕ ਨੇ, ਹਨਾ। ਬਾਕੀ ਉਹ ਜਿਹੜੀਆਂ ਗੱਲਾਂ ਜਿਹੜੀਆਂ ਉਹ ਕਰਦਾ ਹੀ ਆ, ਉਹ ਆਪਣੀ ਉਹ ਕਰਦੇ ਰਹਿੰਦੇ। ਪਰ ਉਹਨਾਂ ਨੇ ਇੱਕ ਨਿੱਜੀ ਵਿਰੋਧ ਕਰਨਾ ਸ਼ੁਰੂ ਕੀਤਾ। ਜਦੋਂ ਮੈਂ ਇੱਕ ਪ੍ਰੋਗਰਾਮ ਵੇਖਿਆ ਜਿਹਦੇ ਵਿੱਚ ਜਿਊਣ ਵਾਲਾ ਤੇ ਬਲਰਾਜ ਸਿੰਘ ਗੱਲ ਕਰ ਰਿਹਾ ਘੱਗਾ ਜੀ ਦੇ ਬਾਰੇ 'ਚ, ਤੇ ਜਿਊਣ ਵਾਲੇ ਨੇ ਜਿਹੜੇ ਇਲਜ਼ਾਮ ਲਾਏ ਘੱਗਾ ਜੀ ਦੇ ਉੱਤੇ, ਉਹਨਾਂ ਇਲਜ਼ਾਮਾਂ ਦੇ ਵਿੱਚ ਗੁਰਮਤ ਨਹੀਂ ਸੀਗੀ ਕਿਤੇ ਵੀ, ਮਤਲਬ ਗੁਰਮਤ ਕੰਨਿਓ ਕਿੱਥੇ ਉਹ ਡਿਗੇ ਨੇ, ਉਹ ਨਹੀਂ ਸੀ ਗੱਲ। ਉਹ ਸਿਰਫ ਪਰਸਨਲ ਇਲਜ਼ਾਮ ਸੀ, ਨਿੱਜੀ ਇਲਜ਼ਾਮ ਲਾ ਕੇ ਨਾ, ਤੇ ਐਂਡ ਆਫ ਦਾ ਡੇ ਭਾਂਡਾ ਕੀ ਭੰਨਿਆ ਗਿਆ ਕਿ ਅਸੀਂ ਉਹਨਾਂ ਦੀਆਂ ਕਿਤਾਬਾਂ ਨੂੰ ਅੱਗ ਲਾ ਦਾਂਗੇ, ਹਨਾ। ਅਸੀਂ ਸਿੱਟ ਦਿੱਤੀਆਂ ਨੇ, ਕਹਿੰਦਾ ਮੇਰੇ ਕੋਲ ਬਹੁਤ ਪਈਆਂ, ਆ ਕੇ ਲੈ ਜਿਓ, ਹਨਾ। ਕਿਸੇ ਟਾਈਮ ਤੁਸੀਂ ਵੰਡਦੇ ਹੁੰਦੇ ਸੀ, ਅੱਜ ਤੁਸੀਂ ਸਿੱਟ ਰਹੇ ਹੋ, ਉਹਦਾ ਰੀਜ਼ਨ ਕੀ ਹੈ, ਕੀ ਗੱਲ ਉਹ ਅੱਜ ਕਿਤਾਬਾਂ ਗੁਰਮਤ ਦੇ ਵਿਰੁੱਧ ਕਿਉਂ ਹੋ ਗਈਆਂ? ਜਿੱਦਾਂ ਸੱਚ ਨੇ ਛੁਪ ਨਹੀਂ ਨਾ ਜਾਣਾ। ਹਾਂਜੀ, ਇਦਾਂ ਤਾਂ ਨਹੀਂ ਛੁਪ ਜਾਣਾ ਹੁੰਦਾ, ਕਿਉਂਕਿ ਅੱਜ ਤਾਂ ਕਿਤਾਬਾਂ ਆਨਲਾਈਨ ਪਈਆਂ ਨੇ ਉਹਨਾਂ ਦੀਆਂ, ਹਨਾ, ਸਾਰੇ ਪਾਸੇ ਪਈਆਂ ਨੇ। ਬਿੱਲੀ ਨੂੰ ਦੇਖ ਕੇ ਚੂਹਾ ਅੱਖਾਂ ਮੀਟ ਲੇਗਾ ਤੇ ਇਹ ਥੋੜੀ ਆ ਵੀ ਉਹਨੂੰ ਕੋਈ ਦਿਖਦਾ ਨਹੀਂਗਾ, ਪਰ ਉਹ ਆਪਣੇ ਆਪ ਨੂੰ ਇਸ ਤਰੀਕੇ ਨਾਲ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ ਵੀ ਸ਼ਾਇਦ ਇਦਾਂ ਅਸੀਂ ਖੜੇ ਰਵਾਂਗੇ ਕਿ ਸਾਡਾ ਇਦਾਂ ਕੀਤਾ ਹੋਇਆ ਵਿਰੋਧ ਜਿਹੜਾ ਆ। ਨਾਲੇ ਉਦਾਂ ਵੀ ਇਹ ਹੱਥਕੰਡਾ ਪਹਿਲਾਂ ਇਹੀ ਰਿਹਾ, ਜਦੋਂ ਹੁਣ ਪਤਾ ਵੀ ਸਾਨੂੰ ਗੁਰਮਤ ਦੇ ਅਧੀਨ ਸਾਨੂੰ ਕੋਈ ਵਿਚਾਰ ਮੋਰੇ ਆਉਂਦੀ ਹੀ ਨਹੀਂ, ਤਾਂ ਹੀ ਬੰਦਾ ਫਿਰ ਪਰਸਨਲ ਤੇ ਜਾਂਦਾ। ਬਿਲਕੁਲ। ਹੁਣ ਭਾਈ ਸਾਹਿਬ ਕਹਿੰਦੇ ਵੀ ਕੋਈ ਵੀ ਆ ਕੇ ਮੇਰੇ ਨਾਲ ਲਾਈਵ ਹੋ ਕੇ ਮੇਰੇ ਨਾਲ ਸਿੱਧੀ ਗੱਲਬਾਤ ਕਰੋ। ਹਾਂਜੀ, ਈਵਨ ਕਿ ਭਾਈ ਸਾਹਿਬ ਨੇ ਆਪਣੇ ਜਨਾਲਾ ਜੀ ਨੂੰ ਕੈਮਰੇ ਵੀ ਭੇਜਿਆ ਵੀ ਤੁਸੀਂ ਆਓ ਸਾਡੇ ਨਾਲ ਬਹਿ ਕੇ ਸਿੱਧੀ ਆਫਰ ਕੀਤਾ। ਨਾਲੇ ਜ਼ਮੀਨ ਅਸਮਾਨ ਦਾ ਫਰਕ, ਬਿਲਕੁਲ ਜ਼ਮੀਨ ਅਸਮਾਨ ਦਾ ਫਰਕ। ਪਰ ਉੱਥੇ ਹੁਣ ਇਹ ਗੱਲ ਇਹ ਆ ਜਾਂਦੀ ਆ ਵੀ ਹਾਂ ਵੀ ਜਦੋਂ ਦੇਖਿਆ ਵੀ ਗੁਰਮਤ ਦੇ ਇਹ ਸਹੀ ਆ, ਅਸੀਂ ਇਹਦੇ ਸਾਹਮਣੇ ਗੁਰਮਤ ਦੇ ਅਧੀਨ ਹੋ ਕੇ ਕੋਈ ਵੀ ਨਹੀਂ ਜਵਾਬ ਦੇ ਸਕਦੇ, ਤਾਂ ਫਿਰ ਉਹਦੇ ਕੋਲ ਹੋਰ ਕੋਈ ਹੱਥਕੰਡਾ ਨਹੀਂ ਰਹਿ ਜਾਂਦਾ, ਉਹ ਪਰਸਨਲ ਤੇ ਜਾਂਦਾ ਹੀ ਜਾਂਦਾ। ਬਿਲਕੁਲ। ਕਿਸੇ ਨਾ ਕਿਸੇ ਨੂੰ ਉਹਦੀ ਵਿਚਾਰਧਾਰਾ ਨੂੰ ਬੰਦਾ ਉੱਦਾਂ ਨਹੀਂ ਕੋਈ ਵੀ ਡੋਲਦਾ, ਸਟੈਂਡ ਜਿੱਥੇ ਹੈਗਾ। ਜਦੋਂ ਕੋਈ ਬੰਦਾ ਨਿੱਜੀ ਤੌਰ ਤੇ ਪਰਸਨਲ ਤੇ ਜਾ ਕੇ ਕੋਈ ਚੀਜ਼ ਨੂੰ ਹਟ ਕਰਦਾ, ਫਿਰ ਇਹ ਸੋਚਦਾ ਵੀ ਹੁਣ ਇਹਦੀ ਪਰਸਨਲ ਥਿੰਗ ਨੂੰ ਆਪਾਂ ਹਟ ਕਰੀਏ ਤਾਂ ਇਹ ਡੋਲ ਜਾਵੇ। ਇਹ ਪਹਿਲਾਂ ਸੋਚ ਜਦੋਂ ਮੈਂ ਦੇਖਦਾ ਹੁੰਦਾ ਸੀ ਨਾ, ਜਦੋਂ ਕਿ ਮੈਂ ਇੱਧਰ ਨੂੰ ਆਇਆ, ਤਾਂ ਇਹ ਸੋਚ ਜਿਹੜੇ ਟਕਸਾਲ ਦੇ ਮਗਰ ਲੱਗੇ ਹੋਏ ਬੰਦਿਆਂ ਦੀ ਇਹ ਸੋਚ ਹੁੰਦੀ ਸੀ ਕਿ ਪਹਿਲਾਂ ਤਾਂ ਅਗਲੇ ਨੂੰ ਡਰਾ ਧਮਕਾ ਲਓ ਵੈਸੇ, ਹਨਾ। ਜੇ ਉਹ ਨਹੀਂ ਡਰਿਆ ਤਾਂ ਫਿਰ ਉਹਦਾ ਕਰੈਕਟਰ ਅਸੈਸੀਨੇਸ਼ਨ ਕਰਨਾ ਸ਼ੁਰੂ ਕਰੋ, ਉਹਨੂੰ ਉੱਤੇ ਨਿੱਜੀ ਇਲਜ਼ਾਮ ਲਾਉਣੇ ਸ਼ੁਰੂ ਕਰੋ, ਉਹਦੇ ਪਰਿਵਾਰ ਤੇ ਨਿੱਜੀ ਇਲਜ਼ਾਮ ਲਾਉਣੇ ਸ਼ੁਰੂ ਕਰੋ, ਹਨਾ। ਇਹੀ ਹੱਥਕੰਡੇ ਹੁੰਦੇ ਸੀ ਉਹਨਾਂ ਦੇ। ਫਿਰ ਉਹਨਾਂ ਦੀਆਂ ਫੋਟੋਆਂ ਐਡਿਟ ਕਰੋ, ਹਨਾ, ਤੇ ਜੇ ਸਾਰੇ ਤਰੀਕੇ ਨਾਲ ਨਹੀਂ ਹਟਦਾ ਤੇ ਫਿਰ ਆਪ ਜਾ ਕੇ ਉਹ ਅਗਲੇ ਨੂੰ ਫੜ ਕੇ ਢਾਲੋ, ਹਨਾ। ਫਿਰ ਉਹਨੂੰ ਜਾ ਕੇ ਪਰਸਨਲ ਤੌਰ ਤੇ ਡਰਾਓ ਧਮਕਾਓ। ਤਿੰਨ ਹੱਥਕੰਡੇ ਵਰਤ ਕੇ ਚੌਥਾ ਉਹਨਾਂ ਦਾ ਇਹ ਹੁੰਦਾ ਸੀਗਾ, ਹਨਾ। ਜਿਹੜੇ ਇਹ ਬੰਦੇ ਆ ਸਾਡੇ ਜਾਗਰੂਕ ਜਿਹਨਾਂ ਨੂੰ ਅਸੀਂ ਕਹਿੰਦੇ ਆ, ਇਹਨਾਂ ਦੇ ਕੋਲ ਹੁਣ ਚੌਥਾ ਹੱਥਕੰਡਾ ਤਾਂ ਨਹੀਂ ਹਜੇ ਇਹ ਵਰਤ ਰਿਹਾ, ਪਰ ਕੋਈ ਸਮਾਂ ਆਊਗਾ ਸ਼ਾਇਦ ਉਸੇ ਤੇ ਵੀ ਆ ਜਾਣ ਇਹ, ਜਿਸ ਦਿਨ ਇਹ ਜ਼ਿਆਦਾ ਫਰਸਟਰੇਟ ਹੋ ਗਏ। ਪਰ ਜਿਹੜੀ ਅੱਜ ਫਰਸਟ੍ਰੇਸ਼ਨ ਇਹਨਾਂ ਦੀ ਹੋਈ ਪਈ ਹੈ, ਉਹਦੇ ਵਿੱਚ ਇਹ ਜਿਹੜੇ ਪਹਿਲੇ ਤਿੰਨ ਹੱਥਕੰਡੇ ਨੇ ਉਹ ਪੂਰਨ ਤੌਰ ਤੇ ਅੱਜ ਇਹ ਬੰਦੇ ਬਣਾਉਂਦੇ ਹੋਏ ਦਿਸਦੇ ਨੇ। ਹਾਂਜੀ, ਨਹੀਂ, ਚੌਥਾ ਹੱਥਕੰਡਾ ਤਾਂ ਆਲਰੇਡੀ ਅਪਣਾ ਚੁੱਕੇ ਨੇ ਇਹ। ਹਾਂਜੀ, ਚੌਥੇ ਹੱਥਕੰਡੇ ਤੋਂ ਤਾਂ ਫੇਲ ਹੋ ਚੁੱਕੇ ਨੇ, ਤਾਂ ਹੀ ਨਿੱਜੀ ਇਲਜ਼ਾਮਾਂ ਤੇ ਆਏ ਨੇ। ਕਿਉਂਕਿ ਜੇ ਹੁਣ ਆਪਾਂ ਹੋਰ ਵੀ ਆਪਾਂ ਆਨਲਾਈਨ YouTube ਤੇ ਜਾ ਕੇ ਘੱਗਾ ਜੀ ਦੇ ਆਪਣੇ ਵਿਚਾਰ ਸੁਣਦੇ ਆ, ਤਾਂ ਪਰਸਨਲੀ ਤੌਰ ਤੇ ਕਿੰਨੀ ਵਾਰ ਉਹਨਾਂ ਤੇ ਅਟੈਕ ਹੋਇਆ। ਬਿਲਕੁਲ। ਜਾਗਰੂਕਾਂ ਵੱਲੋਂ ਕਿੰਨੀ ਵਾਰ ਉਹਨਾਂ ਤੇ ਅਟੈਕ ਹੋ ਚੁੱਕਿਆ, ਈਵਨ ਕਿ ਚਪੇੜਾਂ ਵੀ ਮਾਰੀਆਂ ਗਈਆਂ ਨੇ ਉਹਨਾਂ ਨੂੰ। ਹਾਂਜੀ, ਕੋਈ ਵੀ ਉਹਨਾਂ ਦਾ ਨੱਕ ਭੰਨਿਆ ਗਿਆ ਸੀ। ਉਦੋਂ ਦਿਖਦਾ ਹੀ ਆ ਵੀ ਹਾਂ ਵੀ ਜਿਹੜਾ ਚੌਥਾ ਹੱਥਕੰਡਾ ਉਹ ਤਾਂ ਵਰਤਿਆ ਜਾ ਚੁੱਕਿਆ ਨਾ। ਉਹ ਉਹਨਾਂ ਨੇ ਦੇਖ ਲਿਆ ਕਿ ਉਹ ਕਿਸੇ ਹੋਰ ਨੇ ਵਰਤ ਲਿਆ, ਤਾਂ ਹੁਣ ਤਾਂ ਹੀ ਤੀਜੇ ਤੇ ਆਏ ਨੇ ਵੀ ਚੌਥਾ। ਪਰ ਇਹਨਾਂ ਦੀ ਥਿਊਰੀ 'ਚ ਨਹੀਂ ਸੀ ਨਾ ਇਹ ਕੋਈ ਗੱਲਾਂ, ਇਹ ਪਰ ਅੱਜ ਕਰਨੀਆਂ ਪੈ ਰਹੀਆਂ ਨੇ। ਕਿਉਂਕਿ ਕਿਤੇ ਨਾ ਕਿਤੇ ਇਹ ਲੱਗ ਇਹ ਰਿਹਾ ਆ ਵੀ ਭਾਈ ਰਣਜੀਤ ਸਿੰਘ ਜੀ ਜਿਹੜੇ ਆਪਣੀ ਗੱਲ 'ਚ ਹੈ ਉਹ ਸਫਲ ਹੁੰਦੇ ਇਹਨਾਂ ਨੂੰ ਨਜ਼ਰ ਆਉਂਦੇ ਆ, ਜਦ ਕਿ ਉਹ ਹੋਣਾ ਤਾਂ ਫਰਸਟ੍ਰੇਸ਼ਨ ਚਾਹੀਦੀ ਸੀ ਟਕਸਾਲੀਆਂ ਦੇ ਵਿੱਚ, ਸੰਪਰਦਾਇਆਂ ਦੇ ਵਿੱਚ ਉਹ ਫਰਸਟ੍ਰੇਸ਼ਨ ਵਧਣੀ ਚਾਹੀਦੀ ਸੀ। ਉਹਨਾਂ ਦੇ ਵਿੱਚ ਤਾਂ ਬਹੁਤ ਹੱਦ ਤੱਕ ਵਧੀ ਹੈ। ਉਹ ਕਾਰਨ ਵੀ ਦਿਸਦਾ ਹੈ ਉਹਨਾਂ ਦੇ ਵਧਣ ਦਾ, ਕਿਉਂਕਿ ਉਹਨਾਂ ਦੀਆਂ ਮਨੌਤਾਂ ਦਾ ਸਾਡੀਆਂ ਮਨੌਤਾਂ ਦਾ ਜ਼ਮੀਨ ਅਸਮਾਨ ਦਾ ਫਰਕ ਆ। ਬਿਲਕੁਲ, ਉਹ ਕਾਰਨ ਦਿਸਦਾ ਹੈ। ਪਰ ਜਿਨ੍ਹਾਂ ਦੀਆਂ ਮਨੌਤਾਂ ਦਾ ਜਿਹੜੇ ਕਿਸੇ ਟਾਈਮ ਪਹਿਲਾਂ
ਇਹ ਗੱਲ ਕਰਦੇ ਹੁੰਦੇ ਸੀ ਕਿ ਕੁਦਰਤ ਹੀ ਰੱਬ ਹੈ ਹਨਾ, ਜਾਂ ਕੁਦਰਤ ਰੱਬ ਦਾ ਜਿਹੜਾ ਰੂਪ ਹੈ, ਜਿਹੜੇ ਅੱਜ ਤੋਂ 15-20 ਸਾਲ ਪਹਿਲਾਂ ਇਹ ਗੱਲਾਂ ਕਰਕੇ ਆਲਰੇਡੀ ਹਨਾ ਇਹਦੇ ਚੋਂ ਨੰਗੇ ਹੋਏ ਨੇ। ਬਿਲਕੁਲ। ਤਾਂ ਅੱਜ ਉਹ ਕੀ ਗੱਲ ਕਰ ਰਹੇ ਨੇ, ਅੱਜ ਤੁਹਾਨੂੰ ਦਿਸ ਹੀ ਰਿਹਾ ਹਨਾ। ਜੇ ਤੁਸੀਂ ਅੱਜ ਸੁਣਦੇ ਹੋ ਧੁੰਦਾ ਜੀ ਨੂੰ ਸੁਣਦੇ ਹੋ, ਅੱਜ ਉਹ ਜਦੋਂ ਗੁਰਬਾਣੀ ਦੀ ਕਥਾ ਕਰ ਰਹੇ ਨੇ, ਅੱਜ ਉਹ ਜਪਜੀ ਸਾਹਿਬ ਦੀ ਜਿਹੜੀ ਉਹ ਵਿਆਖਿਆ ਉਹਨਾਂ ਨੇ ਸ਼ੁਰੂ ਕੀਤੀ ਹੈ, ਉਹਦੇ ਵਿੱਚ ਕਿਤੇ ਨਾ ਕਿਤੇ ਉਹ ਜਿਹੜਾ ਰੱਬ ਜਿਹੜਾ ਕਿਤੇ ਬੈਠਾ ਹੋਇਆ ਆ ਉਹਨੂੰ ਹੀ ਉਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸਲ 'ਚ ਨਾ ਗੱਲ ਇਹੀ ਹੈ ਜਿੱਦਾਂ ਭਾਈ ਸਾਹਿਬ ਹੁਣੀ ਕਹਿੰਦੇ ਆ ਨਾ, ਮਤਲਬ ਕਿ ਗੁਰਬਾਣੀ ਜਿਹੜੀ ਹੈ ਨਾ, ਜਦੋਂ ਉਹੀ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਹੈ ਵੀ ਜਿਹੜਾ ਸੰਪਰਦਾਇ ਪੜ੍ਹੂ ਆਪਣੇ ਅਰਥ ਕੱਢੂਗਾ, ਦੂਸਰਾ ਹਰ ਇੱਕ ਆਪਣੇ ਅਰਥ ਕੱਢੂਗਾ। ਪਰ ਜਦੋਂ ਹੁਣ ਜਿਹੜੇ ਹਿਸਾਬ ਨਾਲ ਇਹਨਾਂ ਨੇ ਭਾਈ ਸਾਹਿਬ ਹੁਣਾਂ ਨੇ ਸਾਨੂੰ ਇੱਕ ਪੁਆਇੰਟ ਆਫ ਵਿਊ ਦਿੱਤਾ ਨਾ ਕਿ ਸਤਿਗੁਰੂ ਮੇਰਾ ਸਦਾ ਸਦਾ ਨਾ ਆਵੈ ਨਾ ਜਾਵੈ, ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਇਹਨਾਂ ਨੂੰ ਵੀ ਸੁਣੀਦਾ ਗੱਲ ਇਹ ਬਿਲਕੁਲ ਇੱਥੋਂ ਤੱਕ ਸਹੀ ਕਰਦੇ ਕਿ ਰੱਬ ਸਭ ਦੇ ਵਿੱਚ ਆ। ਕੌਣ ਕਹਿੰਦਾ ਕਿ ਰੱਬ ਸਭ ਦੇ ਵਿੱਚ ਨਹੀਂ? ਪਰ ਕਹਿੰਦੇ ਕੋਈ ਤਾਂ ਹੈਗਾ ਨਾ, ਕ੍ਰੀਏਟਰ ਵੀ ਹੈਗਾ, ਕ੍ਰੀਏਟਰ ਵੀ ਹੈਗਾ। ਪਰ ਅਸੀਂ ਗੁਰੂ ਨਾਨਕ ਸਾਹਿਬ ਜੋ ਸਾਨੂੰ ਗੁਰੂ ਨਾਨਕ ਸਾਹਿਬ ਕਹਿ ਰਹੇ ਆ ਵੀ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਵੀ ਬਲਿਹਾਰ ਜਾਵਾਂ ਜਿਹੜਾ ਕੁਦਰਤ ਆਪੇ ਬਣਾ ਕੇ ਸਭ ਕੁਝ ਉਹ ਨਿਯਮ ਬਣਾ ਕੇ ਵਿੱਚ ਬੈਠ ਗਿਆ। ਉਹ ਕ੍ਰੀਏਟਰ ਜਿਹੜਾ ਨਿਯਮ ਹੀ ਤਾਂ ਹੈਗੇ ਨੇ, ਨਿਯਮ ਤਾਂ ਹੈਗਾ ਉਹ। ਹਾਂਜੀ, ਉਹ ਤਾਂ ਸਿੰਪਲ ਗੱਲ ਹੈ, ਜਿੱਦਾਂ ਆਮ ਬੰਦੇ ਦੇ ਸਮਝਣ ਦੀ ਤਾਂ ਗੱਲ ਹੈ। ਮੈਂ ਕਹਿੰਦਾ ਜੀ ਜਦੋਂ ਜ਼ਰੂਰੀ ਨਹੀਂ ਹੁੰਦਾ ਵੀ ਜਿੱਦਾਂ ਇੱਕ ਦੂਣੀ ਦਾ ਪੜਾਇਆ ਪਹਾੜਾ ਆਪਾਂ ਨੂੰ ਪੜਾਇਆ ਵਾ, 3 ਦਾ 4 ਦਾ ਪੜਾਇਆ ਵਾ, ਤੇ ਇਹ ਕੋਈ 50 ਤੱਕ ਸਾਨੂੰ ਪਹਾੜੇ ਕੋਈ ਸਿਖਾਊਗਾ ਨਹੀਂ। ਇੱਕ ਫਾਰਮੂਲਾ ਮਿਲ ਗਿਆ ਤੇ ਫਿਰ ਬੰਦਾ ਆਪਣੇ ਆਪ ਸਿੱਖਦਾ ਜਾਂਦਾ। ਹੁਣ ਆਪਾਂ ਗੱਲ ਕਰਦੇ ਹਾਂ, ਕਈ ਵਾਰੀ ਤੁਸੀਂ ਪ੍ਰਚਾਰ ਕਰਨ ਸੁਣਿਆ ਗੁਰਬਾਣੀ ਦੇ ਵਿੱਚ ਆਉਂਦਾ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਹਾਂਜੀ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਕਹਿੰਦੇ ਚਰਨ ਸ਼ਰਨ, ਹੁਣ ਬਹੁਤਾਤ ਤੁਸੀਂ ਪੁਰਾਣੀਆਂ ਵੀਡੀਓ ਕੱਢ ਕੇ ਦੇਖ ਲਓ, ਇਹੀ ਅਰਥ ਹੁੰਦੇ ਵੀ ਚਰਨ ਸ਼ਰਨ ਵੀ ਇੱਕ ਪੈਰ ਤੂੰ ਗੁਰੂ ਦੀ ਸ਼ਰਨ 'ਚ ਜਾ, ਤੈਨੂੰ ਕਰੋੜਾਂ ਕਦਮ ਗੁਰੂ ਅੱਗੇ ਲੈਣ ਆਊਗਾ। ਬਿਲਕੁਲ। ਹੁਣ ਕਿੱਦਾਂ ਤੁਸੀਂ ਇਹਨੂੰ ਸੰਭਵ ਕਰੋਗੇ? ਚਰਨ ਸ਼ਰਨ, ਚਰਨ ਕੀ ਆ? ਸ਼ਬਦ ਗੁਰੂ ਦਾ। ਬਿਲਕੁਲ। ਹਿਰਦੇ ਚਰਨ ਸ਼ਬਦ ਸਤਿਗੁਰੂ ਕੋ ਨਾਨਕ ਬਾਂਧਿਓ ਪਾਲ। ਗੁਰਬਾਣੀ ਸਾਨੂੰ ਦੱਸਦੀ ਵੀ ਜਿਹੜੇ ਚਰਨ ਗੁਰਬਾਣੀ ਦੇ ਵਿੱਚ ਆਉਂਦੇ ਆ ਨਾ, ਉਹ ਚਰਨ ਗੁਰੂ ਦਾ ਸ਼ਬਦ ਆ। ਵੀ ਚਰਨ ਸ਼ਰਨ ਜਦੋਂ ਤੂੰ ਜਾਏਗਾ ਨਾ, ਉਹਦੇ ਸ਼ਰਨ ਦੇ ਵਿੱਚ ਕਦਮ ਚੱਲ ਕੇ ਜਾਏਗਾ, ਤੇ ਸਤਿਗੁਰ ਕੋਟ ਪੈਂਡਾ ਅੱਗੇ ਜਦੋਂ ਤੂੰ ਉਸ ਨਿਯਮ ਦੇ ਨਾਲ ਇੱਕਮਿਕ ਹੋਏਗਾ, ਤੇ ਤੂੰ ਕਰੋੜਾਂ ਹੀ ਮੀਲ, ਕਰੋੜਾਂ ਹੀ ਪੈਦਲ ਉਹਦੇ ਵੱਲ ਨੂੰ ਚੱਲਦਾ ਜਾਏਗਾ, ਤੈਨੂੰ ਪਤਾ ਹੀ ਨਹੀਂ ਲੱਗਣਾ ਵੀ ਉਹਦੇ ਵਿੱਚ ਤੂੰ ਇੱਕਮਿਕ ਹੋ ਗਿਆ। ਫਿਰ ਹਰ ਕਾ ਸੇਵਕ ਸੋ ਹਰ ਜਿਹਾ ਹੋ ਜਾਣਾ, ਭੇਦ ਨਾ ਜਾਣੋ ਮਾਨਸ ਦੇਹਾ। ਫਿਰ ਇੱਕ ਥੋੜਾ ਵੀ ਭੇਦ ਨਹੀਂ ਰਹਿ ਜਾਣਾ ਵੀ ਤੂੰ ਰੱਬ ਦਾ ਰੂਪ ਬਣ ਗਿਆ। ਉਹੀ ਕਹੋ ਕਬੀਰ ਹਮ ਰਾਮ ਕੀ ਅੰਸ਼, ਜੈ ਜੈ ਦੇਖੂ ਤੈ ਹਜੂਰ ਦੂਰ ਕਤਹੂ ਨਾ ਜਾਈ। ਫਿਰ ਰੱਬ ਮੈਨੂੰ ਸਾਰੇ ਥਾਂ ਹੀ ਦਿਖਣ ਲੱਗ ਜਾਣਾ ਵੀ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ। ਸਤਿਗੁਰੂ ਸੱਚਾ ਗਿਆਨ ਜਦੋਂ ਆ ਗਿਆ, ਤੇ ਉਹ ਜਦੋਂ ਸੱਚਾ ਗਿਆਨ ਆ ਗਿਆ, ਤੇ ਮੈਂ ਉਸ ਗਿਆਨ ਦੇ ਨਾਲ ਕਰੋੜਾਂ ਹੀ ਕਦਮ ਜਿਹੜੇ ਆ ਉਹ ਆਪਣੇ ਗੁਰੂ ਵੱਲ, ਉਹ ਆਪਣੇ ਮਤਲਬ ਚੰਗੇ ਕਦਮ ਪੁੱਟੂ, ਦੇ ਕਰੋੜਾਂ ਕਦਮ ਮੈਂ ਉਹਦੇ ਵੱਲ ਜਾਊਂਗਾ। ਇਹ ਥੋੜੀ ਕਿ ਗੁਰੂ ਕੋਈ ਸ਼ਰਤ ਰੱਖਦਾ ਵੀ ਪਹਿਲੋਂ ਤੂੰ ਆਏਗਾ ਤੇ ਮੈਂ ਤੇਰੇ ਵੱਲ ਫੇਰ ਆਉਣਾ। ਨਿਯਮ ਤਾਂ ਸਾਹਮਣੇ ਖੁੱਲੇ ਪਏ ਆ। ਇਹੀ ਤਾਂ ਰੱਬ ਵਾ ਵੀ ਆਪਣੀ ਖੋਪੜ ਨੂੰ ਖੋਲਣਾ ਵਾ, ਵੀ ਇਹ ਆਪਣੀ ਖੋਪੜ ਦੇ ਵਿੱਚ ਪਾਉਣਾ। ਤੁਸੀਂ ਦੇਖੋ ਕਹਿੰਦੇ ਨਾ, ਕਿਸੇ ਉੱਪਰ ਬਹੁਤੀ ਤੇ ਕਿਸੇ ਉੱਪਰ ਘਨੇਰੀ। ਉਹਦੀ ਬਖਸ਼ਿਸ਼ ਲੈ ਸਕਦਾ ਕੋਈ, ਬਹੁਤੀ ਲੈ ਸਕਦਾ ਕੋਈ, ਥੋੜੀ ਲੈ ਸਕਦਾ। ਕਿਸੇ ਉੱਪਰ ਬਹੁਤੀ ਤੇ ਕਿਸੇ ਉੱਪਰ ਘਨੇਰੀ। ਇਹ ਮੇਰੇ ਤੇ ਡਿਪੈਂਡ ਵਾ ਵੀ ਮੈਂ ਹੁਣ ਉਸ ਨਿਯਮ ਨੂੰ ਸਮਝ ਕੇ ਉਹਦੇ ਨਾਲ ਇੱਕਮਿਕ ਕਿੱਦਾਂ ਹੋਣਾ। ਜੇ ਮੈਂ ਕੋਈ ਸਰਚ ਕਰਨੀ ਆ ਤਾਂ ਮੈਨੂੰ ਉਹ ਨਿਯਮ ਦੇ ਨਾਲ ਇੱਕਮਿਕ ਹੋਣਾ ਪਊਗਾ। ਭਾਵੇਂ ਮੈਂ 10 ਵਾਰੀ ਫੇਲ ਹੋਵਾਂ, ਪਰ ਜਦੋਂ ਮੇਰਾ ਉਹਦੇ ਨਾਲ ਮੇਲ ਹੋ ਗਿਆ ਤੇ ਉਦੋਂ ਮੈਨੂੰ ਆਪੇ ਨਾਲ ਫਲ ਮਿਲ ਜਾਣਾ। ਉਦੋਂ ਮੈਂ ਆਪਣੇ ਆਪ ਸਕਸੈਸ ਹੋ ਜਾਣਾ, ਉਦੋਂ ਮੈਂ ਉਹਦੇ ਨਾਲ ਇੱਕਮਿਕ ਹੋ ਜਾਣਾ। ਇਹੀ ਰੱਬ ਆ। ਇੰਨੀ ਦੂਰ ਅਸੀਂ ਕਰੋੜਾਂ ਸਾਲ ਪਿੱਛੇ ਚੱਲ ਜਾਈਏ, ਬੰਦੇ ਕੋਲ 22-23 ਹਜ਼ਾਰ ਤੇ ਦਿਨ ਵਾ। ਜੇ ਅਸੀਂ ਹੁਣ ਲੱਖ ਸਾਲ ਦੀ ਪਿੱਛੇ ਗੱਲ ਕਰਾਂਗੇ ਤੇ ਕੀ ਆ? ਜਦੋਂ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਬਲਿਹਾਰੀ ਕੁਦਰਤ ਵਸਿਆ, ਬਿਲਕੁਲ ਜੈ ਜੈ ਦੇਖੂ ਤੈ ਹਜੂਰ। ਕਬੀਰ ਮੁੱਲਾ ਮਨਾਰੇ ਕਿਆ ਚੜੇ ਸਾਈ ਨਾ ਬਹਿਰਾ ਹੋਏ। ਵੀ ਕਾਹਨੂੰ ਬਾਂਗਾਂ ਦੇਈ ਜਾਣਾ? ਕਬੀਰ ਸਾਹਿਬ ਕਹਿਣ ਦੇ ਵੀ ਮੁੱਲਾ ਮਨਾਰੇ ਕਿਆ ਚੜੇ ਸਾਈ ਨਾ ਬਹਿਰਾ ਹੋਏ। ਕਹਿੰਦੇ ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋਏ। ਕਹਿੰਦੇ ਤੂੰ ਤੇਰੇ ਅੰਦਰ ਬੈਠਾ, ਕਿੱਥੇ ਭੁੜਕੀ ਜਾਂਦਾ ਤੂੰ ਐਵੇਂ, ਕਿੱਥੇ ਆਵਾਜ਼ਾਂ ਮਾਰੀ ਜਾਂਦਾ? ਜਦੋਂ ਇਹਨਾਂ ਗੱਲਾਂ ਨੂੰ ਆਪਾਂ ਸਮਝਾਂਗੇ ਨਾ, ਫਰੀਦਾ ਜੰਗਲ ਜੰਗਲ ਕਿਆ ਢੂੰਡੇ, ਕਹਿੰਦੇ ਵਣ ਕੰਡਾ ਮੜੇ, ਕਹਿੰਦੇ ਵਸੀ ਰੱਬ ਹਿਆਲੀਏ ਹਿਰਦੇ ਚ ਜੰਗਲ ਕਿਆ ਢੂੰਡੇ। ਬਿਲਕੁਲ। ਤੇ ਫਿਰ ਜਦੋਂ ਹੈ ਹੀ ਅੰਦਰ ਆ, ਹੋਰ ਇੱਕ ਕਿੱਥੇ ਬੈਠਾ, ਉਹਨੂੰ ਫਿਰ ਕੀ ਕਰੂ ਲੱਭਣਾ ਜਦੋਂ ਅੰਦਰ ਹੈਗਾ ਤੇ?
ਜਿਹੜਾ ਅੰਦਰ ਵਾਲਾ ਵਾ, ਅੰਦਰ ਵਾਲੇ ਤੋਂ ਸਭ ਕੁਝ ਕਰਾਈਏ, ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਕਦੀ ਅਸੀਂ ਕਿਹਾ ਵੀ ਮੈਂ ਸਵੇਰੇ ਮੈਂ ਟਰੱਕ ਚਲਾਉਣਾ ਤੇ ਮੈਂ ਕਹਾਂ ਵੀ ਰੱਬ ਮੇਰਾ ਟਰੱਕ ਚਲਾ ਸਕਦਾ, ਨਹੀਂ। ਉਹ ਕੰਮ ਅਸੀਂ ਰੱਬ ਕੋਲ ਕਰਾਉਣਾ ਚਾਹੁੰਦੇ ਹਾਂ ਜਿਹੜੀ ਸਾਡੀ ਪਹੁੰਚ ਤੋਂ ਪਰੇ ਹੁੰਦਾ ਵਾ। ਹਾਂਜੀ, ਉਹ ਫਿਰ ਰੱਬ ਤੇ ਸੁੱਟਦੇ ਆ ਗੱਲ ਵੀ ਰੱਬ ਕਰਦਾ ਵਾ, ਉਹਦੀ ਮਰਜ਼ੀ ਜੋ ਕਰ ਦੂਗਾ। ਬਿਲਕੁਲ। ਪਰ ਜਿਹੜਾ ਸਾਡੀ ਪਹੁੰਚ ਦੇ ਵਿੱਚ ਆ ਨਾ, ਉਹਨੂੰ ਅਸੀਂ ਕਦੀ ਰੱਬ ਤੇ ਨਹੀਂ ਸੁੱਟਦੇ। ਹਾਂਜੀ। ਤੇ ਨਾਲੇ ਮੈਂ ਇਹੀ ਭਾਈ ਸਾਹਿਬ ਦੀ ਗੱਲਾਂ ਦੇ ਵਿੱਚੋਂ ਗੱਲ ਆਈ ਹੈ ਬਿਲਕੁਲ, ਵੀ ਜੇ ਤਾਂ ਹੁਣ ਅਸੀਂ ਹੋਈਏ ਇੰਡੀਆ ਵਰਗੀ ਕੰਟਰੀ ਦੇ ਵਿੱਚ, ਹਾਂਜੀ, ਫਿਰ ਉੱਥੇ ਤਾਂ ਅਸੀਂ ਕਹਿ ਸਕਦੇ ਹਾਂ ਵੀ ਹਾਂ ਜੀ ਰੱਬ ਕਿਤੇ ਹੋਰ ਬੈਠਾ ਜਾਂ ਕਿੱਦਾਂ ਕਿਵੇਂ ਆ। ਬਿਲਕੁਲ। ਪਰ ਜਦੋਂ ਹੁਣ ਇਸ ਮੁਲਕਾਂ ਦੇ ਵਿੱਚ ਆ ਕੇ ਅਸੀਂ ਬਹਿਨੇ ਆ, ਇਸ ਮੁਲਕਾਂ ਦੇ ਵਿੱਚ ਆ ਕੇ ਜਦੋਂ ਬਹਿਨੇ ਆ ਤੇ ਤੁਹਾਨੂੰ ਪਤਾ ਵੀ ਆ, ਤੁਸੀਂ ਆਪਣੇ ਘਰਾਂ ਦੀਆਂ ਮੌਰਗੇਜ ਦੇਣੇ ਨੇ, ਘਰਾਂ ਦੀਆਂ ਕਿਸ਼ਤਾਂ ਦੇਣੀਆਂ ਨੇ, ਘਰਾਂ ਦੇ ਕਿਰਾਏ ਦੇਣੇ ਨੇ। ਉੱਥੇ ਇਹ ਥੋੜਾ ਕਹਾਂਗੇ ਵੀ ਮੈਂ ਮਾਲਾ ਫੜ ਕੇ ਬਹਿਣਾ ਤਾਂ ਮੇਰੀ ਕੋਈ ਆ ਕੇ ਮੌਰਗੇਜ ਤਾਰ ਦੋ। ਉੱਥੇ ਆਪ ਹੀ ਹੱਥ ਪੰਡਾ ਪਾਉਣਾ ਪੈਂਦਾ, ਆਪ ਹੀ ਮੂਹਰੇ ਹੋ ਕੇ ਗਿਆਨ ਲੈਣਾ ਪੈਂਦਾ ਵੀ ਹਾਂ ਕਿਹੜੀ ਚੀਜ਼ ਇਹੋ ਜਿਹੀ ਆ ਜਿੱਥੇ ਮੈਂ ਘਰੇ ਬਹਿ ਕੇ 4 ਪੈਸੇ ਸੌਖੇ ਕਮਾ ਸਕਾਂ। ਜਿਹੜੇ ਮੁਲਕ ਇਹ ਸਫਲੇ ਹੋਏ ਨੇ ਉਹ ਤਾਂ ਕੀਤੇ ਹੀ ਉਹਨਾਂ ਲੋਕਾਂ ਨੇ ਜਿਹੜੇ ਰੱਬ ਨੂੰ ਮੰਨਦੇ ਨਹੀਂ, ਰੱਬ ਨੂੰ ਮੰਨਦੇ ਬਿਲਕੁਲ ਹਨਾ, ਕਿਉਂਕਿ ਉਹ ਨਿਯਮ ਨੂੰ ਸਮਝਦੇ ਨੇ। ਉਹ ਨਿਯਮ ਨੂੰ ਸਮਝ ਕੇ ਉਹ ਕਹਿੰਦੇ ਨੇ ਸਾਡੇ ਅੰਦਰ ਬੈਠਾ, ਅਸੀਂ ਆਪ ਹਿੰਮਤ ਕਰੀਏ। ਹਾਂਜੀ। ਹੁਣ ਮੈਂ ਅੱਜ ਤੋਂ ਮੈਂ ਆਪਣੀ ਪਰਸਨਲ ਗੱਲ ਕਰਦਾ, ਹੁਣ ਮੈਂ ਪਹਿਲਾਂ ਇਹਨਾਂ ਦੀ ਮਨੌਤਾਂ ਲੈ ਕੇ ਬੈਠਾ ਸੀ। ਹਾਂਜੀ। ਆਪਣੇ ਦਮਦਮੀ ਟਕਸਾਲ ਦੀਆਂ ਮਨੌਤਾਂ ਦੇ ਰੱਖ ਕੇ ਚੱਲਿਆ, ਭਾਈ ਸਾਹਿਬ ਨੂੰ ਵੀ ਪਤਾ ਹੀ ਆ। ਬਿਲਕੁਲ। ਉਹਨਾਂ ਦੀ ਮਨੌਤਾਂ ਲੈ ਕੇ ਚੱਲੇ ਆ, ਤੇ ਮਨੌਤਾਂ ਲੈ ਕੇ ਕੀ ਹੁੰਦਾ ਸੀ, ਬਸ ਠੀਕ ਆ, ਕਮਰੇ 'ਚ ਵੜ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ, ਆਪਣੇ ਸੁਖਮਨੀ ਸਾਹਿਬ ਦੇ ਪਾਠ ਕਰੀ ਜਾਣੇ ਪਾਠ। ਪਰ ਸਾਨੂੰ ਇਹ ਸਮਝ ਨਹੀਂ ਆਈ। ਪਰ ਜਦੋਂ ਸਮਝ ਆਈ ਆ, ਤਾਂ ਹੁਣ ਇਸ ਟਾਈਮ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਆਪਣੀ ਕੰਪਨੀ ਆਪ ਖੋਲ ਕੇ ਆਪਣੇ ਬਿਜ਼ਨਸ ਆਪ ਕਰਨ ਲੱਗੇ ਹੋਏ ਆ। ਹਾਂਜੀ, ਕਿਉਂਕਿ ਆਪ ਹੀ ਕਰਨਾ ਪੈਣਾ। ਉਹ ਬਾਹਰੋਂ ਤਾਂ ਕਿਸੇ ਨੇ ਨਹੀਂ ਕਰਨਾ। ਜਿਹੜਾ ਸਮਾਂ ਆ ਉਹਨੂੰ ਕਿਸ ਤਰੀਕੇ ਨਾਲ ਅਰਥ ਲਾਉਣਾ ਉਹ ਤੁਹਾਡੇ ਉੱਤੇ ਡਿਪੈਂਡ ਹੈ, ਆਪਣੇ ਤੇ ਡਿਪੈਂਡ। ਉਹ ਇਸੇ ਕਰਕੇ ਭਾਈ ਸਾਹਿਬ ਨੇ ਗੁਰਬਾਣੀ ਦੀਆਂ ਤੁਕਾਂ 'ਚ ਕਿਹਾ ਵੀ ਰੱਬ ਜਿਹੜਾ ਹੈਗਾ ਤੁਹਾਡੇ ਅੰਦਰ ਆ, ਤੁਹਾਨੂੰ ਆਪ ਹੀ ਕਰਨਾ ਪੈਣਾ, ਬਾਹਰੋਂ ਆ ਕੇ ਕਿਸੇ ਨੇ ਨਹੀਂ ਕਰਨਾ। ਹਾਂ, ਜੇ ਇੰਡੀਆ ਵਰਗੇ ਮੁਲਕ 'ਚ ਹੋਈਏ ਫਿਰ ਅਸੀਂ ਮੰਨ ਸਕਦੇ ਹਾਂ ਵੀ ਉਹ ਭਗਵਾਨ ਕ੍ਰਿਸ਼ਨ ਦੀ ਮੂਰਤੀ ਹੈਗੀ ਆ, ਸ਼ਾਇਦ ਇਹ ਸਾਨੂੰ ਕੋਈ ਪ੍ਰਗਟ ਹੋ ਕੇ ਕੁਝ ਕਰ ਦੇਵੇ। ਹਾਂਜੀ, ਉਹਨਾਂ ਦੀਆਂ ਮਨੌਤਾਂ ਹੋ ਸਕਦੀਆਂ ਨੇ। ਉਹਦੇ 'ਚ ਆਉਂਦਾ ਫਰੀਦਾ ਕਹਿੰਦੇ ਜੇ ਤੂੰ ਅਕਲ ਲਤੀਫ, ਕਹਿੰਦੇ ਕਾਲੇ ਲਿਖ ਨਾ ਲੇਖ, ਕਾਲੇ ਲਿਖ ਨਾ ਲੇਖ, ਮੈਂ ਆਪਣੇ ਲੇਖ ਆਪ ਲਿਖਣੇ ਆ, ਆਪਣੇ ਲੇਖ ਆਪ ਹੀ ਲਿਖਣੇ। ਹਾਂਜੀ, ਨਾ ਕਿ ਕੋਈ ਰੱਬ ਲਿਖ। ਰੱਬ ਤੇ ਮੇਰੇ ਅੰਦਰ ਆ, ਉਹ ਤਾਂ ਮੈਨੂੰ ਮੋਟੀਵੇਸ਼ਨ ਕਰਦਾ ਤੂੰ ਚੰਗਾ ਕੰਮ ਕਰ, ਪਰ ਮੇਰੀ ਨੀਅਤ ਆ ਵੀ ਉਹ ਕਿਸੇ ਉੱਪਰ ਬਹੁਤੀ ਕਿਸੇ ਉੱਪਰ ਘਨੇਰੀ ਜਾਂ ਇੱਕ ਨਾ ਹੁਕਮੀ ਬਖਸ਼ੀਸ਼ ਤੇ ਹੁਕਮੀ ਸਦਾ ਭਵਾਈ ਆ। ਉਹ ਮੈਂ ਕਿੱਧਰ ਨੂੰ ਜਾਣਾ ਮੇਰੇ ਉੱਪਰ ਡਿਪੈਂਡ ਆ। ਬਿਲਕੁਲ। ਹਾਂਜੀ, ਮੈਂ ਇੱਕ ਵਿਗਿਆਨ ਦੀ ਗੱਲ ਕਰਦਾ ਇਹਦੇ ਵਿੱਚ। ਹਾਂਜੀ, ਜਦੋਂ ਮੈਂ ਇੱਕ ਡਾਕੂਮੈਂਟਰੀ ਦੇਖਦਾ ਸੀਗਾ ਤੇ ਉਹਦੇ 'ਚ ਇੱਕ ਗੱਲ ਕੀਤੀ ਗਈ ਕਿ ਜਿਹੜਾ ਜਦੋਂ ਆਪਾਂ ਦੁਨੀਆ 'ਚ ਆਏ ਹਾਂ, ਇਸ ਦੁਨੀਆ 'ਚ ਜਿੱਦਾਂ ਇੱਕ ਇਨਸਾਨ ਆਉਂਦਾ, ਉਹ ਇੱਕ ਐਨਰਜੀ ਤੋਂ ਹਨਾ ਉਹ ਪੈਦਾ ਹੋਇਆ। ਇੱਕ ਇਨਸਾਨ ਦੀ ਐਨਰਜੀ ਜਿਹੜੀ ਹੈ ਉਹ ਮਾਂ ਬਾਪ ਦੀ ਉਸ ਤੋਂ ਉਹ ਇੱਕ ਬਣਿਆ, ਉਸ ਤੋਂ ਬਾਅਦ ਉਹ ਇਨਸਾਨ ਪੈਦਾ ਹੋਇਆ। ਫਿਰ ਉਹ ਜਿਹੜਾ ਇਨਸਾਨ ਜਦੋਂ ਜਨਮ ਲੈਂਦਾ, ਉਸ ਤੋਂ ਬਾਅਦ ਉਹ ਵੱਖਰੀਆਂ ਚੀਜ਼ਾਂ ਦੇ ਵਿੱਚੋਂ ਐਨਰਜੀ ਆਪਣੇ ਸਰੀਰ ਵਿੱਚ ਲੈਂਦਾ ਹਨਾ। ਉਹ ਫਲਾਂ ਤੋਂ, ਜੀਆਂ ਕਾ ਆਹਾਰ ਜੀ ਗੁਰਬਾਣੀ ਵੀ ਕਹਿੰਦੇ ਵੀ ਜਿਹਦੇ ਵਿੱਚ ਜਾਨ ਹੈ ਨਾ, ਉਹਦੇ ਵਿੱਚੋਂ ਤੁਹਾਨੂੰ ਜਾਨ ਮਿਲੂਗੀ। ਹਾਂ, ਕਿਉਂਕਿ ਉਹ ਐਨਰਜੀ ਜਿਹੜੀ ਹੈ ਉਹ ਉਹਨਾਂ ਦੀ ਉਹ ਤੁਸੀਂ ਆਪਣੇ ਆਪ ਦੇ ਵਿੱਚ ਐਬਜ਼ੌਰਬ ਕਰਦੇ ਹੋ। ਉਹੀ ਐਨਰਜੀ ਤੁਹਾਨੂੰ ਵਧਣ 'ਚ ਮਦਦ ਕਰਦੀ ਹੈ। ਉਹੀ ਐਨਰਜੀ ਜਿਹੜੀ ਹੈ ਤੁਹਾਡਾ ਦਿਮਾਗ ਬਿਲਡ ਕਰਦੀ ਹੈ। ਤੇ ਉਹ ਕਹਿੰਦੇ ਜਦੋਂ ਇਨਸਾਨ ਮਰ ਜਾਂਦਾ ਹੈ, ਕਦੇ ਜਦੋਂ ਲਾਸ਼ ਨੂੰ ਜਦੋਂ ਆਪਾਂ ਹੱਥ ਲਾ ਕੇ ਦੇਖਦੇ ਹਾਂ ਨਾ, ਕਈ ਵਾਰੀ ਠੰਡੀ ਹੁੰਦੀ ਹੈ, ਉਹ ਕਹਿੰਦੇ ਉਹ ਠੰਡੀ ਨਹੀਂ ਹੁੰਦੀ। ਜਿਹੜੀ ਐਨਰਜੀ ਹੈ ਨਾ, ਉਹ ਤੁਹਾਡਾ ਬੋਡੀ ਦਾ ਟੈਂਪਰੇਚਰ ਹਮੇਸ਼ਾ ਹਾਈ ਰੱਖਦੀ ਹੈ। ਤੇ ਜਿਸ ਵੇਲੇ ਉਹ ਐਨਰਜੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਤੁਹਾਡੀ ਬੋਡੀ ਦੇ ਵਿੱਚੋਂ, ਤਾਂ ਜਿਹੜਾ ਤੁਹਾਡੀ ਬੋਡੀ ਦਾ ਟੈਂਪਰੇਚਰ ਹੈ ਉਹ ਬੈਕ ਟੂ ਰੂਮ ਟੈਂਪਰੇਚਰ ਤੇ ਆ ਜਾਂਦਾ। ਉਹ ਜਿਹੜਾ ਉਸ ਵੇਲੇ ਉਸ ਕਮਰੇ ਦਾ ਟੈਂਪਰੇਚਰ ਹੋਊਗਾ, ਉਹ ਤੁਹਾਡੀ ਬੋਡੀ ਦਾ ਟੈਂਪਰੇਚਰ ਹੋ ਜਾਊਗਾ ਉਸ ਵੇਲੇ ਤੇ। ਫਿਰ ਜਦੋਂ ਤੁਸੀਂ ਉਹਨੂੰ ਹੱਥ ਲਾ ਕੇ ਦੇਖੋਗੇ ਤੁਹਾਨੂੰ ਠੰਡੀ ਲੱਗੇਗੀ, ਕਿਉਂਕਿ ਬਾਕੀਆਂ ਦੇ ਸਰੀਰ ਜਿਹੜੇ ਆ ਉਸ ਟੈਂਪਰੇਚਰ ਨਾਲੋਂ ਗਰਮ ਹੈ। ਕਿਉਂਕਿ ਆਪਾਂ ਨੂੰ ਗਰਮ ਰੱਖਣ ਦਾ ਮਤਲਬ ਸਿਰਫ ਉਹ ਐਨਰਜੀ ਹੈ। ਤੇ ਜਦੋਂ ਇਨਸਾਨ ਚਲਾ ਜਾਂਦਾ ਦੁਨੀਆ ਤੋਂ, ਜਿਹੜੀ ਉਹ ਐਨਰਜੀ ਉਸੇ ਐਨਰਜੀ ਦੇ ਵਿੱਚ ਉਹ ਭੇਦ ਹੋ ਜਾਂਦੀ ਹੈ। ਉਹ ਕਹਿੰਦੇ ਇਸ ਦੁਨੀਆ ਤੋਂ ਕੁਝ ਵੀ ਬਾਹਰ ਨਹੀਂ ਜਾਂਦਾ, ਰੀਸਾਈਕਲ ਹੁੰਦਾ। ਜਿੱਦਾਂ ਹੁਣ ਆਪਣੇ 'ਚ ਜਿਹੜਾ ਰੀਸਾਈਕਲ ਪ੍ਰੋਸੈਸ ਹੈ, ਆਪਾਂ ਇੱਕ ਲਾਸ਼ ਨੂੰ ਜਾਲ ਦਿੰਦੇ ਹਾਂ ਹਨਾ, ਕਈਆਂ ਧਰਮਾਂ ਦੇ ਵਿੱਚ ਉਹਨੂੰ ਦਫਨਾਇਆ ਜਾਂਦਾ ਹਨਾ। ਉਹ ਜਦੋਂ ਦਫਨਾਇਆ ਜਾਂਦਾ ਹੈ ਉਹਨੂੰ, ਤਾਂ ਜਿਹੜੇ ਜਰਮ ਨੇ, ਜਿਹੜੇ ਜੀਵ ਨੇ, ਉਹ ਉਸ ਨੂੰ ਖਾਂਦੇ ਨੇ। ਜਿਹੜੀ ਉਹ ਐਨਰਜੀ ਹੈ ਉਹਨਾਂ 'ਚ ਕਨਵਰਟ ਹੁੰਦੀ ਹੈ, ਤੇ ਉਹ ਜਿਹੜੀ ਹੈ ਅੱਗੇ ਦੀ ਅੱਗੇ ਉਹ ਇਸੇ ਤਰੀਕੇ ਨਾਲ ਚੱਲਦੀ ਜਾਂਦੀ ਹੈ। ਇਸੇ ਐਨਰਜੀ ਦੇ ਨਾਲ ਇਹ ਜਿਹੜਾ ਜੀਵਨ ਹੈ ਉਤਪਤ ਹੋਇਆ, ਇਸੇ ਐਨਰਜੀ ਦੇ ਨਾਲ ਇਹ ਜਿਹੜੀ ਬ੍ਰਹਿਮੰਡ ਬਣਿਆ ਹਨਾ। ਜਦੋਂ ਉਹ ਬਿਗ ਬੈਂਗ ਤੋਂ ਸ਼ੁਰੂ ਕਰਦੇ ਆ, ਤਾਂ ਉਹ ਇਸ ਬ੍ਰਹਿਮੰਡ ਨੂੰ ਉਸ ਐਨਰਜੀ ਦੇ ਨਾਲ ਹੀ ਦੇਣ ਦਿੰਦੇ ਆ ਹਨਾ। ਉਹ ਸਾਰਾ ਇੱਕ ਕਨੈਕਟਡ ਹੈ ਇੱਕ ਦੂਸਰੇ ਦੇ ਨਾਲ। ਤਾਂ ਫਿਰ ਉਹ ਜਿਹੜੀ ਕ੍ਰੀਏਸ਼ਨ ਹੈ, ਜਿਹਨੂੰ ਇਹ ਕ੍ਰੀਏਟਰ ਦੀ ਗੱਲ ਕਰਦੇ ਆ ਜਦੋਂ, ਤਾਂ ਕ੍ਰੀਏਟਰ ਕੀ ਹੈ ਫਿਰ ਉਹ ਹਨਾ। ਕ੍ਰੀਏਟਰ ਉਹੀ ਐਨਰਜੀ ਦੇ ਨਾਲ ਜਿਹੜੇ ਲਾਜ਼ ਆਫ ਨੇਚਰ ਬਣੇ ਹੋਏ ਨੇ ਹਨਾ, ਜਿਹੜੇ ਕੁਦਰਤ ਦੇ ਨਿਯਮ ਬਣੇ ਹੋਏ ਨੇ, ਉਹਦੇ ਥਰੂ ਹੀ ਕੰਮ ਕਰਦੀ ਹੈ। ਬੜੀ ਸਿੰਪਲ ਥਿਊਰੀ ਹੈ, ਪਰ ਹਜ਼ਾਰਾਂ ਵਾਰ ਤੇ ਗੱਲ ਵੀ ਹੋ ਚੁੱਕੀ ਹੈ ਹਨਾ। ਪਰ ਨਹੀਂ, ਉਹ ਇਸ ਚੀਜ਼ ਆਉਣ ਨੂੰ ਤਿਆਰ ਨਹੀਂ ਬੈਠੇ ਬੰਦੇ, ਕਿਉਂਕਿ ਜਿਹੜਾ ਮਿਸ਼ਨ ਹੈ, ਜਿਹੜਾ ਉਹਨਾਂ ਦਾ ਜਿਹਨੂੰ ਕਹਿੰਦੇ ਆ ਕੰਫਲਿਕਟ ਆਫ ਇੰਟਰਸਟ ਹੈ
ਹਨਾ, ਉਹ ਹੈਗਾ ਆ ਕਿ ਉਹਨਾਂ ਨੇ ਆਪਣਾ ਜਿਹੜੀ ਉਹਨਾਂ ਦੀ ਕਮਾਈ ਹੋਣੀ ਹੈ ਉਹ ਜੇ ਕਿਤੇ ਨਾ ਕਿਤੇ ਉਹ ਕ੍ਰੀਏਟਰ ਹੋਊਗਾ, ਉਹ ਰੱਬ ਜਿਹੜਾ ਉਹ ਸਥਾਪਿਤ ਰਹੂਗਾ ਨਾ, ਉਹਦੇ ਸਿਰ ਤੇ ਹੀ ਹੋਣੀ ਹੈ, ਕਿਉਂਕਿ ਜਿੰਨਾ ਚਿਰ ਉਹ ਸਥਾਪਿਤ ਹੈ ਉਹਨਾਂ ਚਿਰ ਹੀ ਲੋਕਾਂ ਨੇ ਉਸ ਨੂੰ ਮਨਾਉਣ ਨੂੰ ਪੈਸੇ ਦੇਣੇ ਆ। ਬਿਲਕੁਲ। ਹਨਾ, ਜਦੋਂ ਉਹ ਪੈਸੇ ਦੇਣਗੇ ਤਾਂ ਜਿਹੜਾ ਆ ਫਿਰ ਪੁਜਾਰੀ ਦਾ ਜਿਹੜਾ ਸਿਸਟਮ ਹੈ ਉਹ ਤੁਰਿਆ ਜਾਣਾ ਹੈ। ਇੱਕ ਤਰੀਕੇ ਨਾਲ ਦੇ ਨੇ ਜਿਹੜੇ ਅੱਜ ਜਾਗਰੂਕ ਨੇ ਉਹ ਵੀ ਆਪਣੇ ਆਪ ਨੂੰ ਇਹੀ ਤਰੀਕੇ ਨਾਲ ਸ਼ੋਅ ਕਰ ਰਹੇ ਨੇ ਕਿ ਇੱਕ ਤਰੀਕੇ ਨਾਲ ਉਹ ਵੀ ਉਸੇ ਪੁਜਾਰੀ ਦੇ ਅੰਸ਼ ਨੇ। ਬਿਲਕੁਲ। ਜਿਹਦੇ ਕਿ ਟਕਸਾਲ ਵਾਲੇ ਨੇ, ਟਕਸਾਲ ਵਾਲੇ ਹੋ ਗਏ, ਉਹਦੇ 'ਚ ਹੋਰ ਜਿੰਨੀਆਂ ਵੀ ਸੰਪਰਦਾਵਾਂ ਨੇ ਸਾਰਿਆਂ ਦੇ ਆਪੋ ਆਪਣੇ ਵੱਖੋ ਵੱਖਰੇ ਨਿਯਮ ਨੇ। ਉਹਦੇ ਵਿੱਚ ਇੱਕ ਨਿਯਮ ਇਹ ਚੱਲਦਾ ਪਰ ਸਾਡਾ ਨਿਯਮ ਪ੍ਰਵਾਨ ਕਿਉਂ ਨਹੀਂ ਹੁੰਦਾ? ਮੈਂ ਕਈ ਵਾਰੀ ਮੇਰੇ ਦਿਮਾਗ 'ਚ ਇਹ ਕੁਐਸਚਨ ਹੁੰਦਾ ਹੈ ਕਿ ਜਦੋਂ ਭਾਈ ਸਾਹਿਬ ਇਹ ਗੱਲ ਕਰਦੇ ਆ ਹਨਾ ਕਿ ਜਿਹੜਾ ਨਿਯਮ ਹੈ ਉਹੀ ਇੱਕ ਰੱਬ ਦਾ ਰੂਪ ਹੈ, ਤਾਂ ਫਿਰ ਉਹ ਪ੍ਰਵਾਨ ਕਿਉਂ ਨਹੀਂ ਕੀਤਾ ਜਾਂਦਾ? ਪ੍ਰਵਾਨ ਇੱਦਾਂ ਹੀ ਹੈ ਨਾ, ਹੁਣ ਤੁਸੀਂ ਦੇਖੋ ਉਹ 300 ਸਾਲ 350 ਸਾਲ ਤੋਂ ਜਿਹੜੀ ਗੱਲ ਸਾਡੇ ਹੁਣ ਦਾਦਿਆਂ ਪੜਦਾਦਿਆਂ ਤੱਕ ਪਈ ਆ ਹਾਂਜੀ ਮਨ 'ਚ, ਤੁਸੀਂ ਦੇਖੋ 2014-15 ਤੋਂ ਗੱਲ ਭਾਈ ਸਾਹਿਬ ਨਾਲ ਕਰਨੀ ਚਾਲੂ ਕੀਤੀ ਆ, ਹਾਂਜੀ, ਜਿਹੜੀ ਖੁੱਲ੍ਹ ਕੇ ਗੱਲ ਚਾਲੂ ਕੀਤੀ ਆ। ਬਿਲਕੁਲ। ਪਹਿਲਾਂ ਇਹ ਨਹੀਂ ਕਿ ਮਿਸ਼ਨਰੀ ਕਾਲਜ ਵਾਲਿਆਂ ਨੇ ਗੱਲ ਕੀਤੀ ਆ, ਹਾਂਜੀ, ਪਰ ਕਿਤੇ ਜਾ ਕੇ ਉਹ ਰੁਕ ਗਏ। ਹਾਂ, ਕਿਤੇ ਜਾ ਕੇ ਉਹ ਇਹ ਨਹੀਂ ਕਿ ਉਹ ਪਹਿਲਾਂ ਉਹਨਾਂ ਨੇ ਲਹਿਰ ਤੋਰੀ ਹੈ ਇਹਨੂੰ, ਪਰ ਕਿਤੇ ਜਾ ਕੇ ਜਾਂ ਤਾਂ ਉਹ ਕਿਤੇ ਵਿਰੋਧ 'ਚ ਜਾਂ ਕਿਸੇ ਸਾੜੇ 'ਚ ਜਾਂ ਕਿਤੇ ਜੈਲਸੀ 'ਚ ਮਤਲਬ ਜਾ ਕੇ ਉਹਨਾਂ ਨੇ ਇੱਕਦਮ ਆਪਣੇ ਆਪ ਨੂੰ ਰੋਕ ਲਿਆ ਉੱਥੇ, ਕਿਉਂਕਿ ਉਹਨਾਂ ਕੋਲ ਤਾਂ ਹੀ ਰਾਹ ਨਹੀਂ ਖੁੱਲ੍ਹ ਰਿਹਾ ਹੁਣ। ਭਾਈ ਸਾਹਿਬ ਕਿਉਂ ਰੋਜ਼ ਤੋਂ ਰੋਜ਼ ਨਵੀਂ ਵਿਚਾਰ ਆਈ ਜਾਂਦੀ ਹੈ? ਬਿਲਕੁਲ। ਕਿਉਂਕਿ ਸਤਿਗੁਰੂ ਮੇਰਾ ਨੀਤ ਨਵਾਂ ਜਿਹੜਾ ਨਾ ਜੀ, ਕਹਿੰਦੇ ਜੇ ਅਸੀਂ ਰੋਜ਼ ਦੇ ਰੋਜ਼ ਇਸ ਧਰਤੀ ਦੇ ਨਾਲ ਜਿਹੜਾ ਇਹਦੇ ਵਿੱਚ ਚੇਂਜਿੰਗ ਹੁੰਦੀ ਹੈ ਨਾਲ ਨਹੀਂ ਨਾ ਮਿਲਾਂਗੇ ਤੇ ਅਸੀਂ ਬਹੁਤ ਪਿੱਛੇ ਰਹਿ ਜਾਵਾਂਗੇ। ਇਹ ਤੇ ਗੁਰੂ ਨਾਨਕ ਸਾਹਿਬ ਘੋੜਿਆਂ ਤੇ ਗੱਡੀਆਂ ਤੇ ਚੱਲਦੇ ਤੇ ਹੁਣ ਵੀ ਘੋੜਿਆਂ ਗੱਡੀਆਂ ਤੇ ਚੱਲੀਏ। ਜੇ ਗੁਰੂ ਨਾਨਕ ਸਾਹਿਬ ਸ਼ਿਪ ਤੇ ਉਦੋਂ ਸਫ਼ਰ ਕਰਦੇ ਹੁਣ ਵੀ ਸ਼ਿਪ ਤੇ ਕਰਾਂਗੇ? ਨਹੀਂ, ਸਮੇਂ ਦੇ ਨਾਲ ਚੱਲਣਾ ਪੈਣਾ। ਉਹੀ ਤੇ ਗਿਆਨ ਵਾ, ਉਹੀ ਤੇ ਗੁਰੂ ਵਾ। ਜਦ ਦੇਖੋ ਹੁਣ ਪਤਾ ਗੱਲ ਕਿ ਗੱਲਾਂ ਬਹੁਤ ਜ਼ਿਆਦੀਆਂ ਖੁੱਲ੍ਹੀਆਂ, ਇਹ ਤੇ ਸ਼ੁਰੂਆਤ ਹੋਈ ਆ। ਅਜੇ ਤਾਂ ਗੁਰੂ ਨਾਨਕ ਸਾਹਿਬ ਨੂੰ ਜੇ ਤੁਸੀਂ ਅਜੇ ਤਾਂ ਥੋੜ੍ਹਾ ਜਿਹਾ ਹਿੱਸਾ ਜਿਹੜਾ ਵਾ ਨਾ ਸੂਰਜ ਪ੍ਰਕਾਸ਼ ਦਾ ਫੁੱਲਿਆ ਵਾ ਤੇ ਸਾਰੇ ਗੁਰੂ ਸਾਹਿਬ ਨੂੰ ਕਲੰਕਿਤ ਕੀਤਾ ਪਿਆ ਵਾ। ਬਿਲਕੁਲ। ਉਹਦੇ ਵਿੱਚ ਕਿੱਥੋਂ ਤੱਕ ਭੰਗ ਪੀਣ ਤੱਕ, ਮਾਤਾ ਗੁਜਰੀ ਉਜੜੀ ਤੱਕ, ਗੁਰੂ ਰਾਮਦਾਸ ਸਾਹਿਬ ਜੀ ਦੇ ਸਿਰ 'ਚ ਕੀੜੇ ਪਵਾਤੇ ਵੀ ਉਹਨਾਂ ਨੇ ਉਹ ਰੋਪੇ ਨਹੀਂ ਖੋਲ੍ਹੇ, 12 ਸਾਲ ਉਹੀ ਦਿੰਦੇ ਰਹੇ। ਸਾਹਿਬਜ਼ਾਦਿਆਂ ਨੂੰ ਇੰਦਰ ਦਾ ਤੇ ਸਾਰਿਆਂ ਦਾ ਅਵਤਾਰ ਦੱਸਤਾ, ਜਿਹੜੇ ਉਹਨਾਂ ਦੇ ਦੇਵਤੇ ਆ। ਮਤਲਬ ਇੱਕ ਚੀਜ਼ ਨਹੀਂ, ਤੁਸੀਂ ਹਜ਼ਾਰਾਂ ਹੀ ਇਹ ਸਾਡੀਆਂ ਜਿਹੜੀਆਂ ਵਾ ਹੁਣ ਇਹ ਪਰਤਾਂ ਖੁੱਲ੍ਹਣੀਆਂ ਵਾ। ਬਿਲਕੁਲ। ਜਿਹੜੇ ਗੁਰਬਾਣੀ ਦੇ ਅਰਥ ਵਾ, ਜਦੋਂ ਨਾਨਕ ਮਨਮੁਖ ਅੰਧ ਪਿਆਰ ਬਾਝ ਗੁਰੂ ਡੂਬਾ ਸੰਸਾਰ, ਉਹ ਇਹਨਾਂ ਗੋਰੇ ਨੂੰ ਪੁੱਛ ਲਓ ਵੀ ਬਾਝ ਗੁਰੂ ਡੂਬਾ ਸੰਸਾਰ, ਵੀ ਕਿਹੜੇ ਗੁਰੂ ਤੋਂ ਬਗੈਰ ਸੰਸਾਰ ਡੁੱਬਦਾ ਵਾ? ਕੀ ਕਿਹੜੇ ਗੁਰੂ ਤੋਂ ਕਵਾਂ? ਗੁਰੂ ਨਾਨਕ ਸਾਹਿਬ ਤੋਂ ਉਹਨਾਂ ਨੂੰ ਕਵਾਂਗੇ ਅਸੀਂ ਵੀ ਸਾਡੇ ਗੁਰੂ ਨਾਨਕ ਸਾਹਿਬ ਤੋਂ? ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਗਾ। ਨਹੀਂ, 1120 ਤੇ ਯੂਨੀਵਰਸਿਟੀਆਂ ਬਣ ਗਈਆਂ ਤੇ ਗੁਰੂ ਨਾਨਕ ਸਾਹਿਬ 1469 'ਚ ਆ ਰਹੇ ਆ। ਬਿਲਕੁਲ। ਉਹ ਕਹਿੰਦੇ ਕਿਹੜੇ ਗੁਰੂ ਦੀ ਤੁਸੀਂ ਗੱਲ ਕਰਦੇ? ਜਦੋਂ ਤੁਸੀਂ ਟੇਬਲ ਟਾਕ ਕਰਨੀ ਆ ਨਾ, ਜਦੋਂ ਤੁਸੀਂ ਲੋਕਾਂ ਬਾਹਰਲੇ ਲੋਕਾਂ ਦੇ ਵਿੱਚ ਬਹਿਣਾ, ਵੱਡੇ ਵੱਡੇ ਫਿਲਾਸਫਰ, ਵੱਡੇ ਵੱਡੇ ਜਿਹੜੇ ਸਾਇੰਸ ਜਦੋਂ ਬਹਿਣਾ, ਉਦੋਂ ਪਤਾ ਲੱਗਣਾ ਵਾ ਵੀ ਗੱਲ ਕੀ ਆ। ਗੁਰੂ ਨਾਨਕ ਸਾਹਿਬ ਕਿਹੜੀ ਗੱਲ ਕਰਦੇ? ਜਦੋਂ ਅਸੀਂ ਇਹ ਗੱਲ, ਇਹ ਨਹੀਂ ਉੱਥੇ ਹੀ ਕਹਾਂਗੇ ਗੁਰੂ ਨਾਨਕ ਸਾਹਿਬ ਨੇ ਪੰਜਾ ਰੋਕਤਾ, ਗੁਰੂ ਨਾਨਕ ਸਾਹਿਬ ਨੇ ਮੱਝੀਆਂ ਚਰਾਈਆਂ ਤੇ ਮੁੜ ਕੇ ਵੇਖਿਆ ਤੇ ਹਰੀਆਂ ਫਸਲਾਂ ਹਰੀਆਂ ਕਰਤੀਆਂ, ਉਹ ਤਾਂ ਜਾਦੂਗਰ ਬਣਾਇਆ ਗਿਆ ਨਾ। ਇਹ ਤਾਂ ਇੱਥੇ ਗੱਲ ਹੋਣੀ ਵੀ ਨਾਨਕ ਮਨ ਮੁਖੰਦ ਪਿਆਰ ਬਾਝ ਗੁਰੂ ਡੂਬਾ। ਗਿਆਨ ਤੋਂ ਬਗੈਰ ਜਿਹੜੀ ਗੁਰੂ ਨਾਨਕ ਸਾਹਿਬ ਗੱਲ ਕਹਿੰਦੇ ਵੀ ਗਿਆਨ ਤੋਂ ਬਗੈਰ ਹਰ ਇੱਕ ਸੰਸਾਰ ਡੁੱਬ ਰਿਹਾ, ਹਰ ਚੀਜ਼ ਡੁੱਬ ਰਹੀ ਹੈ ਸੰਸਾਰ ਤੋਂ ਬਗੈਰ। ਤੁਸੀਂ 2 ਮਿੰਟ ਆਪਾਂ ਇੱਥੇ ਬਾਹਰ ਚੱਲ ਜਾਈਏ, ਇੱਥੇ ਲੈਫਟ ਹੈਂਡ ਚੱਲੀਦਾ, ਜੇ ਰਾਈਟ ਹੈਂਡ ਚੱਲਾਂਗੇ ਉੱਥੇ ਜਾ ਕੇ ਐਕਸੀਡੈਂਟ ਹੋ ਜਾਣਾ। ਬਾਝ ਗੁਰੂ ਡੁੱਬਾ ਸੰਸਾਰ, ਇਹੀ ਗਿਆਨ ਨਹੀਂ ਤੇ ਇਹ ਤਾਂ ਪੈਰ ਤੇ ਮੈਂ ਕਹਿੰਦਾ ਜ਼ਿੰਦਗੀ ਦੇ ਵਿੱਚ ਗਿਆਨ ਨਹੀਂ ਤਾਂ ਅਸੀਂ ਡੁੱਬ ਰਹੇ। ਭਾਵੇਂ ਤੁਸੀਂ ਆਪਣੇ ਘਰ ਤੋਂ ਬਾਹਰ ਵੀ ਨਿਕਲਣਾ ਤਾਂ ਵੀ ਗਿਆਨ ਦੀ ਲੋੜ ਆ। ਜੇ ਹੁਣ ਮੰਨ ਲਓ ਵੀ ਇੱਧਰੋਂ ਅਸੀਂ ਬਾਹਰ ਨਿਕਲੀਏ ਵੀ ਕਹੀਏ ਬਰਮਿੰਗਮ ਲੈਫਟ ਵਾ, ਜੇ ਸਾਨੂੰ ਗਿਆਨ ਨਹੀਂ ਆ, ਜੇ ਉਸੇ ਕੋਈ ਸਾਈਨ ਬੋਰਡ ਨਹੀਂ ਲੱਗਾ, ਅਸੀਂ ਰਾਈਟ ਨੂੰ ਚੱਲ ਜਾਈਏ, ਭਾਵੇਂ ਸਾਰੀ ਉਮਰ ਤੁਰਦੇ ਰਹੀਏ, ਬਰਮਿੰਗਮ ਆਉਣਾ ਹੀ ਨਹੀਂ ਆਉਣਾ। ਇਸ ਕਰਕੇ ਗਿਆਨ ਜਿਹੜਾ ਨਾ ਗੁਰੂ ਨਾਨਕ ਸਾਹਿਬ ਜਿਹੜਾ ਸ਼ਬਦ ਗੁਰੂ ਸੁਰਤ ਤੋਂ ਨਚੇਲੀ ਦੀ ਜਿਹੜੀ ਗੱਲ ਕੀਤੀ, ਇਹੀ ਆ ਵੀ ਗਿਆਨ ਇੰਨਾ ਜ਼ਰੂਰੀ ਆ ਨਾ ਬੰਦੇ ਦੇ ਵਿੱਚ, ਇੱਕ ਦੀਪਕ ਦੀ ਤਰ੍ਹਾਂ। ਹਾਂਜੀ, ਜਿੱਦਾਂ ਹਾਂਜੀ ਬਿਲਕੁਲ। ਜਿੱਦਾਂ ਹੁਣ ਤੁਸੀਂ ਗੱਲ ਕਰਦੇ ਸੀਗੇ ਸ਼ੁਰੂ ਦੇ ਵਿੱਚ ਆਪਣੇ ਇਹਨਾਂ ਗ੍ਰੰਥਾਂ ਦੀਆਂ, ਹੈ ਨਾ, ਜਿਹੜੇ ਕਿ ਸਿੱਖੀ ਦੇ ਵਿੱਚ ਜਿਨ੍ਹਾਂ ਨੇ ਸਾਰੀਆਂ ਬ੍ਰਾਹਮਣਵਾਦੀ ਮਨੋਰਥਾਂ ਨੂੰ ਵਾੜਿਆ, ਹੈ ਨਾ। ਮੈਂ ਬਾਪੂ ਇੰਦਰ ਸਿੰਘ ਘੱਗਾ ਹੁਣੀ ਉਹ ਸ਼ੁਰੂ ਕੀਤਾ ਪ੍ਰੋਗਰਾਮ ਜਨਮ ਸਾਖੀਆਂ ਦਾ ਸੱਚ। ਜਿਹੜੇ ਵੀਰ ਸੁਣਦੇ ਆ ਉਹ ਉਹਨਾਂ ਨੂੰ YouTube ਦੇ ਉੱਤੇ ਉਸ ਪ੍ਰੋਗਰਾਮ ਨੂੰ ਸੁਣ ਸਕਦੇ ਆ। YouTube 'ਤੇ ਸਰਚ ਕਰ ਲਿਓ ਜਨਮ ਸਾਖੀਆਂ ਦਾ ਸੱਚ, ਤਤ ਗੁਰਮਤਿ ਗਿਆਨ ਪੇਜ 'ਤੇ ਉਹ ਪਿਆ ਹੋਇਆ ਪ੍ਰੋਗਰਾਮ। ਉਹਦੇ ਵਿੱਚ ਜਦੋਂ ਮੈਂ ਸੁਣਦਾ ਸੀਗਾ ਕਿ ਕਿਉਂਕਿ ਜਿਹੜੀ ਬਾਲੇ ਵਾਲੀ ਜਨਮ ਸਾਖੀ ਹੈ ਨਾ, ਉਹਦੇ ਬਾਰੇ 'ਚ ਉਹਨਾਂ ਨੇ ਗੱਲ ਕੀਤੀ ਹੈ, ਜਿੱਥੋਂ ਕਿ ਸ਼ੁਰੂਆਤ ਹੁੰਦੀ ਹੈ, ਮੁੱਢ ਵੱਜਦਾ ਨਾ ਇਹ ਸਾਰੇ ਕਾਸੇ ਦਾ, ਉਹ ਬਾਲੇ ਵਾਲੀ ਜਨਮ ਸਾਖੀ ਤੋਂ ਵੱਜਾ ਹੋਇਆ। ਸਾਡੇ ਘਰ ਵੀ ਉਹ ਜਨਮ ਸਾਖੀ ਪਈ ਹੁੰਦੀ ਸੀਗੀ, ਮੈਨੂੰ ਹਜੇ ਵੀ ਯਾਦ ਹੈ। ਤੇ ਮੇਰੇ ਤਾਈ ਜੀ ਹੁਣੀ, ਵੱਡੇ ਮਦਰ ਹੁਣੀ, ਉਹ ਪੜ੍ਹਦੇ ਹੁੰਦੇ ਸੀ, ਕਿਉਂਕਿ ਉਹਦੇ ਵਿੱਚ ਚਮਤਕਾਰ ਬਹੁਤ ਹਨ। ਹਾਂਜੀ, ਉਹ ਉਹਨੂੰ ਪੜ੍ਹਦੇ ਹੁੰਦੇ ਸੀ। ਮੈਨੂੰ ਨਹੀਂ ਸੀ ਪਤਾ ਇਹ ਕੀ ਹੈ, ਮੈਂ 1-2 ਵਾਰੀ ਪੜ੍ਹਨ ਦੀ ਕੋਸ਼ਿਸ਼ ਕੀਤੀ, ਮੈਨੂੰ ਸਮਝ ਨਹੀਂ ਲੱਗਾ ਉਹਦੇ 'ਚ ਕੀ ਲਿਖਿਆ ਹੁੰਦਾ, ਹੈ ਨਾ। ਵੀ ਉਹ ਕਿਉਂਕਿ ਉਹ ਜਿਹੜੀ ਬੋਲੀ ਹੈ ਉਹ ਡਿਫਰੈਂਟ ਹੈ ਉਹਦੇ ਵਿੱਚ ਲਿਖੀ ਹੋਈ।
ਤੇ ਜਦੋਂ ਹੁਣ ਮੈਂ ਦੇਖਦਾ ਆ ਕਿ ਜਿੰਨਾ ਵੀ ਕੂੜ ਕਬਾੜ ਹੋਇਆ ਉਹ ਉਹਦੇ ਵਿੱਚੋਂ ਆ, ਤੇ ਉਹ ਘੱਗਾ ਜੀ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਦੱਸਿਆ ਕਿ ਉਹ ਪਰਚੀਆਂ ਹੰਦਾਲਕੀਆਂ ਸੀਗਾ। ਉਹ ਹੰਦਾਲ ਦੀ ਜਿਹੜੀ ਉਹ ਸਾਖੀ ਹੈ ਉਹ, ਤੇ ਹੰਦਾਲ ਦੀ ਸਾਖੀ ਨੂੰ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਉੱਤੇ ਮੜ ਕੇ ਉਹਨੂੰ ਕਿਸ ਤਰੀਕੇ ਨਾਲ ਸਿੱਖਾਂ ਦੇ ਨਾਲ ਜੋੜਿਆ ਗਿਆ, ਕਿਉਂਕਿ ਹੰਦਾਲ ਦੇ ਸਪੁੱਤਰ ਨੂੰ ਲੱਗਦਾ ਸੀਗਾ ਕਿ ਜੇ ਮੈਂ ਆਪਣੇ ਬਾਪ ਨੂੰ ਕਵਾਂਗਾ ਤਾਂ ਬਾਪ ਦੇ ਨਾਂ ਤੇ ਇਹਨੂੰ ਚਲਾਵਾਂਗਾ ਤਾਂ ਚੱਲਣੀ ਨਹੀਂ, ਕਿਉਂਕਿ ਸਿੱਖਾਂ ਦੀ ਬਹੁਤ ਗਿਣਤੀ ਹੋਈ ਹੈ। 18ਵੀਂ ਸਦੀ 'ਚ ਇਹ ਲਿਖ ਹੋਈ ਹੈ। ਤੇ ਉਹਨੇ ਉਹ ਗੁਰੂ ਨਾਨਕ ਸਾਹਿਬ ਦੇ ਨਾਂ ਦੇ ਨਾਲ ਇਹਨੂੰ ਮੜ ਦਿੱਤਾ ਤੇ ਕਿਸੇ ਵੱਡੀ ਸ਼ਖਸੀਅਤ ਨਾਲ ਜੋੜ ਦੋ। ਹਾਂ, ਹੰਦਾਲ ਨੂੰ ਜਿਹੜਾ ਆ ਉਹ ਗੁਰੂ ਨਾਨਕ ਸਾਹਿਬ ਦਾ ਅਵਤਾਰ ਬਣਾ ਕੇ ਪੇਸ਼ ਕੀਤਾ ਉਸਨੇ। ਤਾਂ ਉਹਨੇ ਦੋ ਹੀ ਤਰੀਕਿਆਂ ਦੇ ਨਾਲ, ਇੱਕ ਤਾਂ ਸਿੱਖੀ ਤੇ ਕਾਬਜ਼ ਕਰਤੀ, ਬ੍ਰਾਹਮਣਵਾਦੀ ਸੋਚ, ਬਸ, ਤੇ ਦੂਜੇ ਨੰਬਰ ਦੇ ਉੱਤੇ ਜਿਹੜਾ ਗੁਰੂ ਨਾਨਕ ਸਾਹਿਬ ਨਾਲ ਜੋੜ ਕੇ, ਕਿਉਂਕਿ ਸ਼ੁਰੂ ਦਾ ਜਿਹੜਾ ਸਾਡਾ ਮੁੱਢ ਵੱਜਾ ਸੀ ਜਿੱਥੋਂ ਹਨਾ, ਉਸ ਨੂੰ ਹੀ ਗੰਦਲਾ ਕਰ ਦਿੱਤਾ। ਪਰ ਸਿੱਖਾਂ ਨੂੰ ਤਾਂ ਚਾਹੀਦਾ ਸੀਗਾ ਕਿ ਉਹ ਮੁੱਢ ਤੋਂ ਸਫਾਈ ਕਰਨੀ ਸ਼ੁਰੂ ਕਰਦੇ ਨਾ, ਜਦੋਂ ਬਿਲਕੁਲ, ਕਿਉਂਕਿ ਪੜ੍ਹਾਈ ਲਿਖਾਈ ਦੀ ਕਮੀ ਸੀ ਹਨਾ, ਸਿੱਖੀ ਦੇ ਵਿੱਚ, ਸਿੱਖਾਂ ਦੇ ਵਿੱਚ ਪੜ੍ਹਾਈ ਦੀ ਕਮੀ ਸ਼ੁਰੂ ਤੋਂ ਰਹੀ ਹੈ, ਕਿਉਂਕਿ ਸਾਡਾ ਤਾਂ ਕੰਮ ਹੀ ਲੜਨਾ ਸੀਗਾ ਹਨਾ। ਕਿਉਂਕਿ ਜਦੋਂ ਅਬਦਾਲੀ ਦੇ ਹਮਲੇ ਹੋਣੇ ਸ਼ੁਰੂ ਹੋਏ ਹਨਾ, ਗੁਰੂ ਗੋਬਿੰਦ ਸਿੰਘ ਜੀ ਸਾਹਿਬ ਤੋਂ ਬਾਅਦ ਜਿਸ ਤਰੀਕੇ ਨਾਲ ਖਾਲਸਾ ਫੌਜ ਬਣ ਕੇ ਆਪਾਂ ਸਿੱਖਾਂ ਨੇ ਉੱਭਰਨਾ ਸ਼ੁਰੂ ਕੀਤਾ, ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅਸੀਂ ਪਤਨ ਹੋਣਾ ਚਾਲੂ ਹੋ ਗਿਆ ਬੰਦਾ ਸਿੰਘ ਬਹਾਦਰ ਦੀ, ਉਸ ਦੇ ਨਾਲ ਜਿਹੜੀ ਵਿਚਾਰਧਾਰਾ ਹੈ ਉਸ ਦਾ ਪਤਨ ਹੋ ਗਿਆ, ਕਿਉਂਕਿ ਸਾਡਾ ਧਿਆਨ ਸੁਦਾ ਲੜਾਈਆਂ ਦੇ ਵਿੱਚ ਰਹਿ ਗਿਆ। ਉਧਰੋਂ ਬਾਰ-ਬਾਰ ਹਮਲੇ ਹੁੰਦੇ ਸੀ ਹਨਾ, ਦੂਜੇ ਪਾਸਿਓਂ ਕਿਉਂਕਿ ਬਾਰਡਰ ਦੀ ਆਪਾਂ ਸਟੇਟ ਆ ਹਨਾ, ਆਪਾਂ ਕਬੀਲਿਆਂ 'ਚ ਰਹਿਣ ਵਾਲੇ ਲੋਕ ਸੀਗੇ, ਤੇ ਉਹ ਆਪਣਾ ਧਿਆਨ ਸਿੱਧਾ ਹੀ ਲੜਾਈਆਂ ਦੇ ਉੱਤੇ ਫੋਕਸ ਹੋ ਗਿਆ ਹਨਾ, ਕਿਉਂਕਿ ਹਰ ਸਾਲ ਅਬਦਾਲੀ ਦਾ ਹਮਲਾ ਹੋਣਾ ਹਨਾ, ਘੱਲੂਘਾਰੇ ਹੋਏ ਜਿਨ੍ਹਾਂ ਦੇ ਵਿੱਚ ਬਹੁਤ ਵੱਡੀਆਂ ਸ਼ਹੀਦੀਆਂ, ਜੰਗਲਾਂ ਵਿੱਚ ਰਹਿਣਾ, ਤੇ ਪੜ੍ਹਾਈ ਲਿਖਾਈ ਦੀ ਜਿਹੜੀ ਹੈ ਉਹ ਕਮੀ ਹੁੰਦੀ ਗਈ। ਤੇ ਜਿਹੜਾ ਗ੍ਰੰਥਾਂ ਲਿਖਣ ਦਾ ਕੰਮ ਸੀਗਾ, ਗ੍ਰੰਥ ਵਗੈਰਾ ਲਿਖਣ ਦਾ, ਇਤਿਹਾਸ ਲਿਖਣ ਦਾ ਕੰਮ ਜਿਹੜਾ ਸੀਗਾ, ਇਹ ਉਹਨਾਂ ਦੇ ਕੋਲ ਹੀ ਸੀਗਾ। ਉਸੇ ਹੀ ਬ੍ਰਾਹਮਣ ਪੁਜਾਰੀਆਂ ਨੇ ਹਨਾ, ਜਿਹੜੇ ਕਿ ਸਿੱਖੀ ਦੇ ਵਿੱਚ ਵੱਖੋ ਵੱਖਰੇ ਰੂਪ ਦੇ ਨਾਲ ਜਿਹੜੇ ਆਏ ਆ, ਉਹਨਾਂ ਨੇ ਹੀ ਇਹ ਕਾਬਜ਼ ਹੋ ਕੇ ਇਹਨੂੰ ਜਿਹੜਾ ਆ ਅੱਜ ਦੀ ਜੋ ਆਪਾਂ ਸਿੱਖੀ ਦੇਖ ਰਹੇ ਹਾਂ, ਉਹ ਜਿਹੜੀ ਹੈ ਉਹ ਇਹਨਾਂ ਗ੍ਰੰਥਾਂ ਦੀ ਹੀ ਦੇਣ ਹੈ। ਇਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਕੁਝ ਵੀ ਨਹੀਂ ਗਾ ਹਨਾ, ਜੋ ਸ਼ੁਰੂਆਤ ਕੀਤੀ ਗਈ ਹੈ ਅੱਜ ਉਹ ਜਿੱਦਾਂ ਬਾਪੂ ਜੀ ਨੇ ਇੰਨੇ ਸਾਲ ਤੋਂ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਹਨਾ, ਉਹ ਉਹਨਾਂ ਤੋਂ ਸ਼ੁਰੂਆਤ ਹੋਈ। ਅੱਜ ਭਾਈ ਰਣਜੀਤ ਸਿੰਘ ਜੀ ਹੁਣਾਂ ਨੇ ਇਹ ਟਰੈਕ ਫੜਿਆ ਹਨਾ, ਉਸ ਤੋਂ ਬਾਅਦ ਇਹ ਜਿਹੜੀ ਜਿੱਦਾਂ ਤੁਸੀਂ ਧੂੜ ਉਤਾਰਨ ਦੀ ਗੱਲ ਕੀਤੀ ਹੈ, ਜਿਹੜੀ ਭਾਈ ਸਾਹਿਬ ਦੀ ਜਿਹੜੀ ਸੋਚ ਹੈ, ਉਹ ਜਿਹੜੀ ਨਾਨਕ ਪਾਤਸ਼ਾਹ ਦੀ ਸੋਚ ਤੋਂ ਜਿਹੜੀ ਅੱਜ ਧੂੜ ਜਿਹੜੀ ਉਤਰ ਰਹੀ ਹੈ, ਪਰ ਇੰਨਾ ਜਿਹੜਾ ਖਲਾਰਾ ਪੈਣਾ ਉਹ ਲਾਜ਼ਮੀ ਵੀ ਹੈ। ਬਿਲਕੁਲ ਜੀ, ਹਾਂਜੀ, ਪਰ ਉਹ ਸੰਪਰਦਾਇਆਂ ਵੱਲੋਂ ਪੈਂਦਾ ਤਾਂ ਅਸੀਂ ਉਸ ਨੂੰ ਇੱਕ ਤਰੀਕੇ ਨਾਲ ਖੁਸ਼ੀ ਨਾਲ ਲੈਣਾ ਸੀਗਾ, ਕਿਉਂਕਿ ਅਸੀਂ ਜਿੱਧਰ ਨੂੰ ਚੱਲ ਰਹੇ ਹਾਂ ਉਹ ਵਧੀਆ, ਪਰ ਉਹ ਜਿਹੜਾ ਖਲਾਰਾ ਹੈ ਉਹ ਸੰਪਰਦਾਇਆਂ ਵੱਲੋਂ ਹਟ ਕੇ ਜਾਗਰੂਕਾਂ ਵੱਲੋਂ ਪੈਣਾ ਸ਼ੁਰੂ ਹੋ ਗਿਆ, ਜਦ ਕਿ ਉਹ ਸਾਰੀਆਂ ਚੀਜ਼ਾਂ ਨੂੰ ਸਮਝਦੇ ਸੀਗੇ, ਤੇ ਉਹ ਸ਼ਖਸੀ ਵਿਰੋਧ ਦੇ ਚੱਲਦਿਆਂ ਜਿਹੜੇ ਉਹ ਇੰਨੇ ਨੀਵੇਂ ਕਰਨੇ ਸ਼ੁਰੂ ਹੋਏ, ਤੇ ਜਿਨ੍ਹਾਂ ਦਾ ਕੁਛ ਹਿਸਾਬ ਕਿਤਾਬ ਨਹੀਂ ਲੱਗਾ। ਆਸ ਕਰਦੇ ਹਾਂ ਫਿਊਚਰ ਦੇ ਵਿੱਚ ਸ਼ਾਇਦ ਕੁਛ ਚੇਂਜਿਸ ਹੋਣ। ਹਾਂਜੀ, ਤੁਸੀਂ ਤਾਂ ਬਾਕੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਵਿਚਰਦੇ ਰਹੇ ਹੋ ਹੁਣ ਤੱਕ, ਤੇ ਤੁਹਾਨੂੰ ਜ਼ਿਆਦਾ ਪਤਾ ਹੈ। ਤੁਹਾਨੂੰ ਕੀ ਆਸ ਲੱਗਦੀ ਹੈ? ਕੋਈ ਆਸ ਤਾਂ ਦੇਖੋ, ਆ 4-5 ਸਾਲਾਂ 'ਚ ਇੰਨਾ ਕੁਛ ਸਾਡੇ ਵਰਗੇ ਵੀ ਸਾਹਮਣੇ ਸਟੇਜਾਂ 'ਤੇ ਬਹਿ ਕੇ ਬੋਲਣ ਲੱਗ ਗਏ ਆ, ਤੇ ਆਸ ਇਹ ਤੋਂ ਵੱਧ ਹੋਰ ਕੀ ਆ। ਤੁਸੀਂ ਦੇਖੋ ਸੋਸ਼ਲ ਮੀਡੀਆ ਭਰਿਆ ਪਿਆ ਵਾ, ਬੱਚਾ ਅੱਜ ਬੋਲ ਰਿਹਾ ਵਾ, ਬੱਚੇ ਨੂੰ ਪਤਾ ਲੱਗ ਰਿਹਾ। ਦੇਖੋ ਥੋੜ੍ਹਾ 5-7% ਹੋਰ ਅੱਜ ਗਿਆਨ ਗੁਰੂ ਦੀ ਗੱਲ ਜਦੋਂ ਹੋਣ ਲੱਗ ਗਈ, ਜਦੋਂ ਹਰੇਕ ਬੰਦੇ ਨੇ ਕਿਸੇ ਨੇ ਦੀਵਾਨ ਲਾਇਆ ਤੇ ਦੀਵਾਨ ਦੇ ਵਿੱਚੋਂ ਉੱਠ ਕੇ ਸਵਾਲ ਪੁੱਛਣਾ ਚਾਲੂ ਕਰਤਾ, ਅਗਲੇ ਨੇ ਲੱਤਾਂ ਕੰਬਣ ਲੱਗ ਜਾ ਕਰਨੀਆਂ। ਭੱਜਣਾ ਕਿੱਥੇ ਆ? ਤੁਸੀਂ ਕੀ ਅਰਥ ਕਰੋਗੇ? ਹਾਂਜੀ, ਜਦੋਂ ਸਤਿਗੁਰੂ ਮੇਰਾ ਸਦਾ ਸਦਾ, ਹੁਣ ਗੁਰੂ ਨਾਨਕ ਸਾਹਿਬ, ਜਦੋਂ ਗੁਰੂ ਨਾਨਕ ਸਾਹਿਬ ਕਹਿਣ ਦੇ ਸ਼ਬਦ ਗੁਰੂ ਸੁਰਤ ਤੇ ਨਚੇਲਾ, ਅਸੀਂ ਜਦੋਂ ਗੁਰੂ ਨਾਨਕ ਨੂੰ ਗੁਰੂ ਸਤਿਕਾਰ ਵਜੋਂ ਅਸੀਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਨਾਨਕ ਪਾਤਸ਼ਾਹ ਜੋ ਮਰਜ਼ੀ ਕਹੀਏ, ਪਰ ਜਦੋਂ ਤੁਸੀਂ ਅਰਥ ਉਹਦੇ ਕਰਕੇ ਦੱਸਣੇ ਨਾ, ਉਦੋਂ ਤੁਹਾਨੂੰ ਗੁਰੂ ਦੇ ਅਰਥ ਗਿਆਨ ਹੀ ਕਰਨੇ ਪੈਣੇ ਆ, ਸ਼ਬਦ ਹੀ ਕਰਨੇ ਪੈਣੇ ਆ, ਵਿਵੇਕ ਹੀ ਕਰਨੇ ਪੈਣੇ ਆ, ਸੂਝ ਹੀ ਕਰਨੇ ਪੈਣੇ, ਸਮਝ ਹੀ ਕਰਨੇ ਪੈਣੇ ਆ। ਬਿਲਕੁਲ, ਜਿਹੜੇ ਗੁਰੂ ਨਾਨਕ ਜਿੱਥੇ ਗੱਲ ਚੱਲਣੀ ਆ, ਉਹ ਤੋਂ ਬਗੈਰ ਤੁਸੀਂ ਕੀ ਕਰੋਗੇ? ਨਹੀਂ ਤੇ ਫਿਰ ਤੁਸੀਂ ਇਹ ਆ ਵੀ ਤੁਸੀਂ ਵੀ ਆਪਣਾ ਇੱਕ, ਜਿੱਦਾਂ ਦੂਸਰਿਆਂ ਨੇ ਆਪੋ ਆਪਣੇ ਮਤ ਬਣਾਏ, ਨਿੱਕਾ ਜਿਹਾ ਸਿੱਖ ਮਤ ਲੈ ਕੇ ਇੱਕ ਵੱਖਰੇ ਪਾਸੇ ਹੋ ਜਾਓ ਫਿਰ। ਹਾਂਜੀ, ਜੇ ਕਿਉਂਕਿ ਗੁਰੂ ਨਾਨਕ ਸਾਹਿਬ ਨੇ ਇਸ ਸਾਂਝਾ ਬਾਪ ਹਮਾਰੇ ਦੀ ਜਿਹੜੀ ਗੱਲ ਕੀਤੀ ਆ ਨਾ, ਸਾਂਝੀ ਸਗਲ ਜਹਾਨੇ ਵਾਲੀ ਜਿਹੜੀ ਗੱਲ ਕੀਤੀ ਵੀ ਸਾਰੇ ਸਾਂਝੀ ਗੱਲ ਵਾ। ਜਦੋਂ ਸਾਂਝੀ ਗੱਲ ਕਰਨੀ ਆ ਫਿਰ ਤੁਹਾਨੂੰ ਸਾਂਝੀ ਗੱਲ ਦੇ ਵਿੱਚ ਹੀ ਆਉਣਾ ਪੈਣਾ। ਫਿਰ ਤੁਸੀਂ ਇਹ ਨਾ ਕਹੋ ਵੀ ਸਾਡੇ ਗੁਰੂ ਨਾਨਕ ਸਾਹਿਬ ਨੇ ਪੱਥਰ ਰੋਕਤਾ, ਉਹ ਕਹਿਣਗੇ ਬਹਿ ਜਾ ਰੁਕ ਜਾ, ਸਾਡਾ ਪਹਾੜ ਚੁੱਕ ਲਿਆ ਹੈ, ਤੁਹਾਡੇ ਵਾਲਾ ਤਾਂ ਕੁਝ ਵੀ ਨਹੀਂ, ਤੁਹਾਡੇ ਵਾਲਾ ਤਾਂ ਕੁਛ ਵੀ ਨਹੀਂ ਗਾ। ਇਹ ਫਿਰ ਜਦੋਂ ਕਹਿਣਾ ਨਾ ਵੀ ਛਾਪ ਨੇ ਛਾਂ ਕੀਤੀ, ਉਹ ਕਹਿੰਦਾ ਸਾਡਾ ਮਾਲਾ ਪਾਈ ਫਿਰਦਾ ਵਾ, ਅਸੀਂ ਬਹੁਤ ਨੀਵੇਂ ਆ ਜਾਣਾ ਵਾ। ਬਿਲਕੁਲ, ਪਰ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਉੱਚਾ ਕਰਨਾ ਨਾ, ਤੇ ਸਾਨੂੰ ਅੱਜ ਭਾਈ ਸਾਹਿਬ ਦੀਆਂ ਗੱਲਾਂ ਦੇ ਨਾਲ ਸਹਿਮਤ ਹੋਣਾ ਹੀ ਪੈਣਾ। ਹਾਂਜੀ, ਭਾਵੇਂ ਅੱਜ ਹੋ ਜਾਈਏ ਭਾਵੇਂ ਕੱਲ੍ਹ ਹੋ ਜਾਈਏ, ਕਿਉਂਕਿ ਕੂੜ ਨਖੁੱਟੇ ਨਾਨਕਾ
ਓੜਕ ਸੱਚ ਰਹੀ, ਸੱਚ ਨੇ ਹੀ ਆਖਰ ਨੂੰ ਚਮਕਣਾ ਵਾ। ਹਾਂਜੀ ਭਾਵੇਂ ਸਾਹਿਬਜ਼ਾਦਿਆਂ ਨੂੰ ਦੇਖੋ, ਤੁਸੀਂ ਜਿੰਨੀਆਂ ਮਰਜ਼ੀ ਸ਼ਹੀਦੀਆਂ ਦੇਖ ਲਓ, ਜਿਹੜਾ ਮੌਕੇ ਤੇ ਸੱਚ ਬੋਲਦਾ ਸੀ ਨਾ, ਉਹਨੂੰ ਉਸ ਟਾਈਮ ਤੇ ਮੂੰਹ ਦੀ ਖਾਣੀ ਪਈ, ਕਿਉਂਕਿ ਹਾਕਮ ਜਿਹੜਾ ਸੀ ਬਹੁਤ ਤਾਕਤਵਰ ਸੀ। ਹਾਂਜੀ ਭਾਵੇਂ ਪੰਚਮ ਪਾਤਸ਼ਾਹ ਲਾ ਲਓ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਲਾ ਲਓ, ਸਾਹਿਬਜ਼ਾਦੇ ਲਾ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾ ਲਓ, ਜਿੰਨੀਆਂ ਵੀ ਸ਼ਹੀਦੀਆਂ ਤੁਸੀਂ ਲਾ ਲਓ, ਹਾਂਜੀ ਮਤਲਬ ਸੱਚ ਨੂੰ ਹੀ ਆ, ਸੱਚ ਨੂੰ ਹੀ ਸਾਰਿਆਂ ਨੇ ਲਤਾੜਿਆ। ਪਰ ਕਿੱਦਾਂ ਕਬੀਰ ਜੀ ਉਦੋਂ ਤੇ ਕਹਿੰਦੇ ਨੇ ਜਲਾਇਆ ਜੁੱਤੀਆਂ ਗੰਢਦਾ, ਇਹ ਕੀ ਗੱਲਾਂ ਕਰੀ ਜਾਂਦਾ, ਇਹੀ ਗੱਲ ਕਹਿੰਦੇ ਬਿਲਕੁਲ ਇਹੀ ਹੋਣੀ ਹੈ। ਪਰ ਅੱਜ ਦੇਖੋ ਤਾਂ 600 ਸਾਲ ਬਾਅਦ ਮੈਂ ਕਹਿੰਦਾ ਅੱਜ ਜਿਹੜੇ ਲੋਕ ਆ, ਅੱਜ ਕਿਤੇ ਚਮਾਰ ਦੇ ਹੱਥ ਦੀ ਕੋਈ ਰੋਟੀ ਖਾ ਲੂਗਾ, ਉਦੋਂ ਕਹਿੰਦੇ ਹੀ ਹੋਣੇ ਆ ਚਮਾਰ ਜੁੱਤੀਆਂ ਗੰਢਦਾ, 10,000 ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ। ਬਿਲਕੁਲ ਦੂਧ ਤਾਂ ਬਸ਼ਰਾ ਥਨੇ ਬਟਾਰਿਓ, ਯਾਰ ਹੱਦ ਹੋ ਗਈ। ਪੁਜਾਰੀ ਨੂੰ ਲਾਲੋ ਲਾਲਨਾ ਨੇ ਕਰਤਾ ਉਹ ਕਹਿੰਦਾ ਵੀ ਜਿਹੜਾ ਕਹਿੰਦਾ ਤੂੰ ਸੁੱਚਾ ਵਾ, ਦੁੱਧ ਵਾ, ਮੂਰਤੀ ਨੂੰ ਤੂੰ ਧੋਣ ਡਿਆ ਵਾ, ਇਹਨਾਂ ਦੇ ਵੱਛੇ ਨੇ ਝੂਠਾ ਕਰਤਾ। ਦੂਧ ਤਾਂ ਬਸ਼ਰਾ ਥਨੇ ਬਟਾਰਿਓ, ਫੂਲ ਭਵਰ, ਫੁੱਲ ਤਾਂ ਭਵਰੇ ਨੇ ਝੂਠਾ ਕਰਤਾ, ਤੇ ਜਲ ਮੀਨ ਵਿਗਾੜਿਓ, ਕਹਿੰਦਾ ਮੱਛੀ ਦੇ ਵਿੱਚੇ ਮੂਤੀ ਜਾਂਦੀ ਆ। ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਉ, ਕਹਿੰਦੇ ਕਾਹਦੇ ਨਾਲ ਪੂਜਾ ਕਰਾਂ ਮੈਂ, ਸਭ ਕੁਝ ਤੇ ਝੂਠਾ ਵਾ। ਬਿਲਕੁਲ ਫਿਰ ਮਨ ਤਨ ਅਰਪੂ ਪੂਜ ਚਰਾਮੂ, ਮਨ ਤਨ ਅਰਪੂ ਪੂਜ ਚਰਾਮੂ, ਮਨ ਨੂੰ ਸੁੱਚਾ ਕਰਨ ਦੀ ਗੱਲ ਹੈ। ਬਸ ਗੱਲ ਇਹ ਆ ਵੀ ਮਨ ਸੁੱਚੇ ਨੂੰ, ਆਹ ਝੂਠਾ ਜਿਹੜੀ ਕਿਤੇ ਹੱਥ ਲੱਗ ਜਾਣਾ, ਥਾਲੀ ਨੂੰ ਕਿਸੇ ਦਾ ਹੱਥ ਲੱਗਾ, ਮੈਂ ਰੋਟੀ ਨਹੀਂ ਖਾਣੀ, ਇਹ ਪਿੱਟਿਆ ਗਿਆ, ਇਹ ਗੱਲਾਂ ਤਾਂ ਉਹਨਾਂ ਦੇ ਵਿੱਚ ਹੀ, ਜੇ ਅਸੀਂ ਵੀ ਇਹਨਾਂ ਚੀਜ਼ਾਂ ਨੂੰ ਮੰਨਦੇ ਹਾਂ ਤੇ ਫਿਰ ਸਾਡੇ ਚ ਦੋਨਾਂ 'ਚ ਫਰਕ ਕੀ ਹੈ? ਕੋਈ ਫਰਕ ਨਹੀਂ ਗਾ। ਜੇ ਅਸੀਂ ਵੀ ਨਰਕ ਸੁਰਗ ਨੂੰ ਮੰਨਦੇ ਹਾਂ, ਚਿੱਤਰਗੁਪਤ ਨੂੰ ਮੰਨਦੇ ਹਾਂ, ਅਗਲਾ ਪਿਛਲਾ ਜੀਵਨ ਮੰਨਦੇ ਹਾਂ, ਫਿਰ ਕੋਈ ਬਹੁਤਾ ਫਰਕ ਨਹੀਂ ਹੈਗਾ। ਫਿਰ ਤਾਂ ਉਹੀ ਹੈ, ਫਿਰ ਤਾਂ ਇੱਕ ਵੱਖਰਾ ਬਸ, ਫਿਰ ਤਾਂ ਸਹੀ ਕਹਿੰਦੇ ਆ ਕਿੱਸਾ ਹਿੰਦੂ ਸਾਨੂੰ ਤਾਂ ਹੀ ਤਾਂ ਅਗਲੇ ਕਹਿੰਦੇ ਆ। ਬਸ ਹੁਣ ਅਸੀਂ ਸੱਚਖੰਡ ਵਸੇ ਨਿਰੰਕਾਰ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਇਹ ਕੋਈ ਵਿਸ਼ਤ ਵਸਦਾ, ਕੋਈ ਸਵਰਗਾਂ 'ਚ ਵਸਦਾ, ਕੋਈ ਸਤਵੇਂ ਅਸਮਾਨ ਤੇ ਵਸਦਾ, ਸਾਨੂੰ ਕਿਹਾ ਸੱਚਖੰਡ ਚਲ ਜਾ। ਸੱਚਖੰਡ ਵਸਿਆ ਨਿਰੰਕਾਰ, ਸੱਚ ਕੀ ਆ? ਪ੍ਰਮਾਤਮਾ। ਖੰਡ ਕੀ ਆ? ਇੱਕ ਹਿੱਸਾ, ਬ੍ਰਹਿਮੰਡ ਦਾ ਖੰਡ ਹਿੱਸਾ ਵਾ। ਇਸ ਸਰੀਰ ਨੂੰ, ਇਸ ਖੰਡ ਨੂੰ, ਕਿਉਂਕਿ ਅਸੀਂ ਕਹੋ ਕਬੀਰ ਰਾਮ ਕੀ ਅੰਸ਼ ਵਾਂ ਸੀ, ਉਹ ਬ੍ਰਹਿਮੰਡ ਦਾ ਹਿੱਸਾ ਵਾਂ ਸੀ, ਇਸ ਖੰਡ ਨੂੰ ਉਸ ਸੱਚ ਦੇ ਨਾਲ ਜੋੜਨਾ ਸੀ। ਤੇ ਫਿਰ ਕੀ ਬਣ ਜਾਣਾ? ਸੱਚਖੰਡ। ਮੈਂ ਜੋੜ ਲਿਆ, ਤੁਸੀਂ ਜੋੜ ਲਿਆ, ਉਹਨਾਂ ਨੇ ਸਾਰਿਆਂ ਨੇ ਜੋੜ ਲਿਆ ਤੇ ਸੱਚਖੰਡ ਬਣ ਗਿਆ। ਇਹ ਕਹਿੰਦੇ ਕਿ ਉੱਤੇ ਬਣਾਇਆ, ਉੱਤੇ ਲੱਭੀ ਜਾਂਦੇ, ਉੱਤੇ ਤੇ ਕੁਛ ਲੱਭਾ ਨਹੀਂ। ਮਸਲਾ ਤਾਂ ਹੁਣ ਉਹੀ ਆ ਨਾ, ਕਿਉਂਕਿ ਜੇ ਹੁਣ ਸੱਚਖੰਡ ਕਹਿ ਕੇ ਕਿਤੇ ਹੋਰ ਬਸ ਹੈਗਾ, ਸਾਬਤ ਕਰਨਾ ਪਊਗਾ ਨਾ, ਫਿਰ ਤਾਂ ਹੀ ਢੇਰੀ ਬਣੂਗੀ। ਸਾਬਤ ਕਰਨਾ ਪਊ ਤਾਂ ਹੀ ਢੇਰੀ ਬਣੂਗੀ। ਹੁਣ ਕਿਉਂਕਿ ਸਵਾਲ ਉੱਠਣੇ ਚਾਲੂ ਹੋ ਗਏ ਨਾ, ਹੁਣ ਤਾਂ ਮਤਲਬ ਹਰ ਇੱਕ ਬੱਚੇ ਨੇ ਸਵਾਲ ਕਰਨਾ। ਬਿਲਕੁਲ ਉਹੀ ਆ ਨਾ, ਕਿਉਂਕਿ ਇਹਨਾਂ ਨੂੰ ਤਾਂ ਮਤਲਬ ਢੇਰੀ ਥਾਂ ਹੀ ਆ। ਜੇ ਹੁਣ ਆਪਾਂ ਮਿਸ਼ਨਰੀ ਕਾਲਜ ਦੀ ਵੀ ਗੱਲ ਕਰਦੇ ਹਾਂ, ਜਦੋਂ ਤੋਂ ਸ਼ੁਰੂ ਹੋਇਆ ਜਿੱਥੇ ਤੱਕ ਇਹ ਲੈ ਕੇ ਆਏ ਨੇ, ਸਿਰੇ ਤੇ ਆ ਕੇ ਐਂਡ ਤੇ ਆ ਕੇ ਉਹਨਾਂ ਨੇ ਇਹੀ ਗੱਲ ਕਹੀ ਹੈ, ਦੱਸੋ ਕਿੰਨੇ ਚਾਹੀਦੇ ਨੇ, ਵੀ ਹਾਂ ਕਿੱਦਾਂ ਤੁਹਾਡੀਆਂ ਪ੍ਰਾਪਰਟੀਆਂ ਬਣਾਉਣੀਆਂ ਨੇ, ਕਿੱਦਾਂ। ਹਾਂਜੀ ਵੀ ਹਾਂ, ਜੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚੋਂ ਸਾਖੀਆਂ ਲੈ ਕੇ ਤੁਹਾਨੂੰ ਢੇਰੀਆਂ ਬਣਦੀਆਂ ਨੇ, ਤੁਸੀਂ ਆਪਣੀਆਂ ਢੇਰੀਆਂ ਇਕੱਠੀਆਂ ਕਰੋ ਤੇ ਬਸ ਚੁੱਪ ਹੋ ਜਾਓ, ਉਸ ਗੱਲ ਦੀ ਗੱਲ ਕਰੋ। ਤੇ ਜੇ ਹੁਣ ਜੇ ਗੁਰੂ ਨਾਨਕ ਦੇਵ ਜੀ ਤੋਂ ਆਪਾਂ ਗੱਲ ਤੋਰਦੇ ਹਾਂ, ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਜਿੰਨੀ ਵਾਰ ਵੀ ਜੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਨਨਕਾਣਾ ਸਾਹਿਬ ਤੋਂ ਗੱਲ ਤੋਰੀ ਆ, ਤਾਂ ਜਦੋਂ ਦੇਖਿਆ ਵੀ ਉੱਥੇ ਉਹਨਾਂ ਦੀ ਗੱਲ ਦਾ ਪ੍ਰਭਾਵ ਨਹੀਂ ਪਿਆ, ਉਹਨਾਂ ਨੇ ਲਿਖ ਕੇ ਗੁਰੂ ਅੰਗਦ ਦੇਵ ਜੀ ਨੂੰ ਕਹਿਤਾ ਵੀ ਹੁਣ ਤੁਸੀਂ ਖਡੂਰ ਸਾਹਿਬ ਚਲੇ ਜਾਓ, ਉੱਥੋਂ ਜਾ ਕੇ ਆਪਣੀ ਵਿਚਾਰ ਸ਼ੁਰੂ ਕਰੋ। ਹਾਂਜੀ, ਖਡੂਰ ਸਾਹਿਬ ਤੋਂ ਗੁਰੂ ਅਮਰਦਾਸ ਜੀ ਨੂੰ ਕਿਹਾ ਵੀ ਤੁਸੀਂ ਜਾਓ ਗੋਇੰਦਵਾਲ, ਉੱਥੇ ਜਾ ਕੇ ਆਪਣੀ ਵਿਚਾਰ। ਕਿਉਂਕਿ ਪੁਜਾਰੀ ਜਿਹੜਾ ਸੀ ਨਾ, ਪੁਜਾਰੀ ਸ਼ੁਰੂ ਤੋਂ ਹੀ ਪੈਰ ਡੱਪਦਾ ਰਿਹਾ ਨਾ ਉੱਥੇ ਗੁਰੂ ਨਾਨਕ ਸਾਹਿਬ। ਹੁਣ ਤੁਸੀਂ ਦੇਖ ਲਓ, ਉਹੀ ਜਿੱਦਾਂ ਦਲਜੀਤ ਸਿੰਘ ਗੱਲ ਕਰਨ ਡੇ ਵੀ ਕਿੱਦਾਂ ਆਪਾਂ ਆਵਾਂਗੇ, ਤਾਂ ਇਦਾਂ ਹੀ ਆ। ਹੁਣ ਪੁਜਾਰੀ ਜਿਹੜਾ ਮਗਰ ਪਿਆ ਵਾ, ਜੇ ਸੱਚ ਗੱਲ ਕਰਦੇ ਉਹਦੇ ਪਿੱਛੇ ਪੈ ਜਾਂਦੇ ਆ। ਬਿਲਕੁਲ। ਜਦੋਂ ਕੋਈ ਬੰਦਾ ਸਰੀਰਕ ਤੌਰ ਤੇ ਜਾਂ ਫਾਈਨੈਂਸ ਤੌਰ ਤੇ ਜਾਂ ਪਰਿਵਾਰਕ ਤੌਰ ਤੇ ਕੋਈ ਵੀਕ ਹੁੰਦਾ ਵਾ, ਉਹ ਬੰਦਾ ਕਹਿੰਦਾ ਦਫਾ ਕਰੋ ਯਾਰ, ਪਿੱਛੇ ਹਟ ਜਾਓ। ਕੋਸ਼ਿਸ਼ ਤਾਂ ਇਹੀ ਕਰਦੇ ਨੇ। ਜਿਹੜਾ ਮਾਫੀਆ ਆ ਨਾ, ਇਹ ਮਾਫੀਆ ਆ, ਇਹ ਕਾਬਜ ਹੋਇਆ ਇੱਕ ਮਾਫੀਆ ਆ। ਇੱਕ ਕੋਸ਼ਿਸ਼ ਇਹ ਕਰਦੇ ਨੇ ਕਿ ਜਿਹੜਾ ਇਹਨਾਂ ਨੂੰ ਡੈਮੇਜ ਕਰਨ ਦੀ ਟਰਾਈ ਕਰਦਾ। ਹਰੇਕ ਬੰਦਾ ਜਿਹੜਾ ਆ, ਜਿੱਦਾਂ ਆਪਾਂ ਹੁਣ ਪੰਜਾਬੀ, ਆਪਾਂ ਭਾਵਨਾਵਾਂ ਨਾਲ ਜੁੜੇ ਹੋਏ, ਆਪਣੀਆਂ ਭਾਵਨਾਵਾਂ ਆਪਣੇ ਪਰਿਵਾਰ ਨਾਲ ਨੇ, ਆਪਣੀਆਂ ਭਾਵਨਾਵਾਂ ਆਪਣੇ ਬੱਚਿਆਂ ਨਾਲ ਨੇ, ਹਨਾ, ਰਿਸ਼ਤੇਦਾਰੀ 'ਚ ਨੇ, ਹਨਾ। ਜਦੋਂ ਕੋਈ ਉਹਨਾਂ ਦੇ ਉੱਤੇ ਪਰਸਨਲ ਅਟੈਕ ਕਰਦਾ ਤਾਂ ਫਿਰ ਸਾਨੂੰ ਲੱਗਦਾ ਯਾਰ ਸਾਡਾ ਕੀ ਹੋਇਆ, ਹਨਾ। ਉਹ ਬੰਦਾ ਜਦੋਂ ਆਪਣੇ ਹੱਥ ਵਸ ਹੈ ਨਹੀਂ, ਆਪਣੇ ਲਾਗੇ ਛਾਗੇ ਨਹੀਂ ਹੈਗਾ, ਕੋਈ ਬੰਦਾ ਬਾਹਰੋਂ ਬੈਠਾ ਪਰਸਨਲ ਅਟੈਕ ਕਰਦਾ ਤੁਹਾਡੇ ਉੱਤੇ, ਜਾਂ ਫਿਰ ਉਹ ਵੱਡੀ ਧਿਰ ਹੈ ਨਾ, ਤੁਹਾਡਾ ਕੋਈ ਉੱਤੇ ਵਸ ਨਹੀਂ ਚੱਲਦਾ, ਫਿਰ ਤੁਹਾਡੇ ਕੋਲ ਰਾਹ ਕੀ ਬਚਦਾ? ਭਾਈ ਆਪਣਾ ਪਿੱਛੇ ਹਟ ਕੇ, ਸਾਈਡ ਤੇ ਹਟ ਕੇ ਬੈਠ ਜਾਓ, ਹਨਾ। ਉਹਦੇ ਕਰਕੇ ਜ਼ਿਆਦਾਤਰ ਜਿਹੜੇ ਆ ਉਹ ਇਸ ਚੀਜ਼ ਨੂੰ, ਇਹਦੇ ਵਿੱਚ ਆਉਣਾ ਨਹੀਂ ਚਾਹੁੰਦੇ। ਪਰ ਖੁਸ਼ੀ ਹੁਣ ਪਤਾ ਕੀ ਹੁੰਦੀ ਹੈ ਭਾਜੀ, ਜਦੋਂ ਸੋਸ਼ਲ ਮੀਡੀਆ ਨੂੰ ਦੇਖਦੇ ਆ, ਜਦੋਂ ਸੋਸ਼ਲ ਮੀਡੀਆ ਦੇ ਉੱਤੇ ਜਦੋਂ ਕੋਈ ਇਹੋ ਜਿਹੀਆਂ ਬੇਥਵੀਆਂ ਬੇਵਕੂਫੀਆਂ ਵਾਲੀਆਂ ਜਿਹੜੀਆਂ ਵੀਡੀਓ ਪਾਈਆਂ ਜਾਂਦੀਆਂ ਨੇ, ਜਿਹਦੇ ਵਿੱਚ ਕਿ ਭਾਈ ਰਣਜੀਤ ਸਿੰਘ ਦਾ ਵਿਰੋਧ ਕੀਤਾ ਹੁੰਦਾ ਹੈ ਤੇ ਆਪਣੀ ਗੱਲ ਨੂੰ ਸਾਬਤ ਕਰਨ ਲਈ, ਹਨਾ, ਬੇਹੁਦਰੀਆਂ ਗੱਲਾਂ ਕੀਤੀਆਂ ਹੁੰਦੀਆਂ ਨੇ, ਉਹਦੇ ਥੱਲੇ ਜਦੋਂ ਕਮੈਂਟ ਪੜ੍ਹੀਦੇ ਆ ਨਾ ਜਾ ਕੇ,
ਤਾਂ ਆਮ ਲੋਕ ਬੋਲਣ ਲੱਗ ਪਏ। ਬਿਲਕੁਲ ਬੋਲਣ ਲੱਗ ਗਏ। ਅੱਜ ਉਹਨਾਂ ਨੂੰ ਅਹਿਸਾਸ ਕੀ ਹੋਣਾ ਸ਼ੁਰੂ ਹੋਇਆ, ਯਾਰ ਆ ਤਾਂ ਕੰਮ ਖਰਾਬ ਹੋ ਗਿਆ, ਆਮ ਲੋਕਾਂ ਨੂੰ ਗੱਲ ਸਮਝ ਆਉਣੀ ਸ਼ੁਰੂ ਹੋ ਗਈ। ਬਾਕੀ ਰਹਿੰਦਾ ਖੁੰਦਾ ਕਰੋਨਾ ਨੇ ਜਿੱਦਾਂ ਬਿਲਕੁਲ ਇਹ ਸਾਰਾ ਕੁਝ ਸਪਸ਼ਟ ਕਰ ਦਿੱਤਾ, ਹੈ ਨਾ। ਥੋੜ੍ਹੇ ਦਿਨ ਪਹਿਲਾਂ ਇੱਕ ਦੋ ਕੱਲ੍ਹ ਖਰਿਆ ਪਰਸੋਂ ਦੀ ਗੱਲ ਹੈ, ਮੈਂ ਜਥੇਦਾਰ ਦਾ ਬਿਆਨ ਪੜ੍ਹਦਾ ਸੀਗਾ, ਆਪਣੇ ਜਿਹੜਾ ਪੰਜਾਬ 'ਚ ਲੋਕਡਾਊਨ ਦੀ ਹੁਣ ਥੋੜ੍ਹੀ ਜਿਹੀ ਛੋਟ ਮਿਲੀ ਹੈ ਨਾ, ਉਹਦੇ 'ਚ ਜਿਹੜੀ ਕੈਪਟਨ ਸਰਕਾਰ ਆ ਉਹਨੇ ਕੀਤਾ ਵੀ ਥੋੜ੍ਹਾ ਜਿਹਾ ਜ਼ਰੂਰੀ ਜਿਹੜੇ ਕੰਮ ਨੇ ਉਹਨਾਂ ਨੂੰ ਛੋਟ ਦਿੱਤੀ ਹੈ ਕਿ ਉਹ ਤੁਸੀਂ ਕਰ ਸਕਦੇ ਹੋ, ਉਹ ਖੋਲ੍ਹ ਸਕਦੇ ਹੋ। ਤੇ ਜਥੇਦਾਰ ਦਾ ਬਿਆਨ ਸੀਗਾ ਵੀ ਗੁਰਦੁਆਰਿਆਂ ਨੂੰ ਵੀ ਜ਼ਰੂਰੀ ਕੰਮ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਛੇਤੀ ਛੇਤੀ ਸਾਡੇ ਗੁਰਦੁਆਰੇ ਖੁੱਲ੍ਹਣ, ਹੈ ਨਾ, ਤੇ ਜਿਹੜੀ ਸਾਡਾ ਚੜ੍ਹਾਵਾ ਆਉਣਾ ਉਹ ਸ਼ੁਰੂ ਹੋ ਜੇ। ਅੱਜ ਸ਼੍ਰੋਮਣੀ ਕਮੇਟੀ ਨੂੰ ਵਕਤ ਪਿਆ ਹੋਇਆ ਕਿ ਪਿੱਛੋਂ ਚੜ੍ਹਾਵਾ ਆਉਣਾ ਜਿਹੜਾ ਘੱਟ ਹੋ ਗਿਆ। ਐਤਕੀ ਤਾਂ ਬਜਟ ਬਹੁਤ ਘੱਟ ਜਾਣਾ, ਸਰਕਾਰ ਵੱਲੋਂ ਮਦਦ ਨਹੀਂ, ਕਿਉਂਕਿ ਸਰਕਾਰ ਜੇ ਆਪਣੀ ਨਹੀਂ ਹੈਗੀ, ਜੇ ਬਾਦਲ ਦੀ ਸਰਕਾਰ ਹੁੰਦੀ ਤਾਂ ਉਹਨੇ ਗੱਫੇ ਖੁੱਲ੍ਹੇ ਬਣ ਦੇਣੇ ਸੀਗੇ, ਤਾਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਸਟੈਬਲਿਸ਼ ਰਹਿਣੀ ਸੀ। ਪਰ ਹੁਣ ਤਾਂ ਕੰਮ ਹੀ ਚੜ੍ਹਾਵੇ ਸਿਰ ਤੇ ਚੱਲਦਾ। ਇੱਕ ਮੁਲਾਜ਼ਮ ਦੀ, ਕਿਉਂਕਿ ਸ਼੍ਰੋਮਣੀ ਕਮੇਟੀ 'ਚ ਸ਼ਮੂਲੀਅਤ ਰਹੀ ਹੈ ਮੇਰੇ ਪਰਿਵਾਰ ਦੀ ਬਹੁਤ ਜ਼ਿਆਦਾ, ਕਿਉਂਕਿ ਮਾਤਾ ਜੀ ਤੇ ਪਿਤਾ ਜੀ ਦੋਵੇਂ ਸ਼੍ਰੋਮਣੀ ਕਮੇਟੀ ਦੇ ਰਹੇ ਨੇ। ਉਹ ਜਦੋਂ ਦੇਖਦੇ ਆ ਨਾ 1-1 ਲੱਖ ਰੁਪਈਆ ਇੱਕ ਮੁਲਾਜ਼ਮ ਦੀ ਤਨਖਾਹ ਹੈ ਉੱਥੇ। ਬਹੁਤ ਸਹੀ ਗੱਲ। ਉਹ ਸਰਕਾਰੀ ਮੁਲਾਜ਼ਮਾਂ ਦੇ ਨਾਲੋਂ ਵੀ ਇੱਕ ਤਰੀਕੇ ਨਾਲ ਉਹਨਾਂ ਦੀ ਤਨਖਾਹ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਉਹ ਕਿੱਥੋਂ ਆਊਗੀ ਜੇ ਉਹ ਉਸ ਅਸਥਾਨ ਨੂੰ ਇਸ ਕਰਾਮਾਤੀ ਤਰੀਕੇ ਨਾਲ ਪ੍ਰਚਾਰਨਗੇ ਨਹੀਂ, ਬਿਲਕੁਲ, ਤਾਂ ਉਹ ਚੜਾਵਾ ਕਿੱਥੋਂ ਚੜੂਗਾ, ਹੈ ਨਾ। ਹੁਣ ਕਰੋਨਾ ਦੇ ਕਰਕੇ ਤਾਂ ਬੰਦ ਕਰਨਾ ਪਿਆ ਸਾਰਾ ਕੁਝ। ਹੁਣ 3 ਮਹੀਨਿਆਂ ਦਾ ਜਿਹੜਾ ਚੜਾਵਾ ਆ ਉਹ ਤਾਂ ਫਿਰ ਬਹੁਤ ਕੰਮ ਖਰਾਬ ਹੋਣਾ। ਕਿੱਥੇ 10 ਅਰਬ ਦਾ 11 ਅਰਬ ਦਾ ਜਿਹੜਾ ਬਜਟ ਹੈ ਸਾਲਾਨਾ ਸ਼੍ਰੋਮਣੀ ਕਮੇਟੀ ਦਾ ਹੁੰਦਾ ਸੀ। ਜਦੋਂ ਆਪਾਂ ਮੁੱਢ ਵੱਜਦਾ ਦੇਖਦੇ ਹਾਂ ਨਾ, 550 ਸਾਲ ਪਹਿਲਾਂ ਜਦੋਂ ਨਾਨਕ ਪਾਤਸ਼ਾਹ ਨੇ ਇਹ ਗੱਲਬਾਤ ਕਰਨੀ ਸ਼ੁਰੂ ਕੀਤੀ ਹੈ, ਜਦੋਂ ਮਰਦਾਨੇ ਨੂੰ ਨਾਲ ਦੇ ਆਈਦਾ ਹੋਊਗਾ, ਤੁਸੀਂ ਸੋਚ ਕੇ ਦੇਖੋ ਉਹ ਸਮਾਂ ਕਿਹੜਾ ਸੀਗਾ ਜਿਸ ਵੇਲੇ ਬ੍ਰਾਹਮਣ ਦਾ ਛੋੜਾ ਏਦਾਂ ਪੂਰਾ ਦੁਨੀਆ ਦੇ ਉੱਤੇ ਦਾ ਕਾਬਜ ਸੀ। ਉਹਦੇ ਵਿੱਚ ਇੱਕ ਪਟਵਾਰੀ ਦਾ ਪੁੱਤਰ, ਹਨਾ, ਉਹ ਏਦਾਂ ਇੱਕ ਡੂਮ ਜਾਤ ਦੇ ਮਰਾਸੀ ਜਾਤ ਦੇ ਬੰਦੇ ਨੂੰ ਕਹਿੰਦਾ ਚੱਲ ਤੂੰ ਵੀ ਮੇਰੇ ਨਾਲ ਚੱਲ, ਤੂੰ ਮੇਰਾ ਮਿੱਤਰ ਹੈ। ਕਿੱਦਾਂ ਹਾਹਾਕਾਰ ਮਚੀ ਹੋਊਗੀ। ਕੀ ਉਹ ਜਿਹੜਾ ਮਿਸ਼ਨ ਸ਼ੁਰੂ ਹੋਇਆ ਸੀਗਾ ਉਹ ਇਸ ਤਰੀਕੇ ਨਾਲ ਗੁਰਦੁਆਰੇ ਬਣਾ ਕੇ, ਇਸ ਤਰੀਕੇ ਦੇ ਨਾਲ, ਹੈ ਨਾ, ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਸਥਾਪਿਤ ਕਰਕੇ ਇਸ ਤਰੀਕੇ ਨਾਲ ਚੜਾਵੇ ਚੜਾਉਣ ਦੇ ਉੱਤੇ ਉਹ ਖਤਮ ਹੋਣਾ ਸੀਗਾ ਮਿਸ਼ਨ। ਉਹ ਕੀ ਇਹੀ ਮਿਸ਼ਨ ਸੀ ਗੁਰੂ ਨਾਨਕ ਪਾਤਸ਼ਾਹ ਦਾ, ਜਾਂ ਫਿਰ ਕੁਝ ਹੋਰ ਸੀ? ਬਿਲਕੁਲ। ਜਿਹੜੀ ਧਰਮਸ਼ਾਲ ਦੀ ਗੱਲ ਕਰਦੇ ਆ, ਹੈ ਨਾ, ਧਰਮਸ਼ਾਲਾ ਜਿਹੜੀ ਬਣਾਈ ਗਈ ਹੈ ਉਹਦੇ ਵਿੱਚ ਜਿਹੜਾ ਗਿਆਨ ਦੇਣ ਦਾ ਜਿਹੜਾ ਕਨਸੈਪਟ ਸੀਗਾ ਮੇਨ, ਉਹ ਹੋਣਾ ਚਾਹੀਦਾ ਸੀ। ਜਿਹੜਾ ਮੇਰਾ ਖਿਆਲ ਹੈ ਸ਼ੁਰੂਆਤ ਵੀ ਸ਼ਾਇਦ ਉੱਥੋਂ ਹੀ ਹੋਈ, ਹੈ ਨਾ, ਜਦੋਂ ਉਹਨਾਂ ਨੇ ਸ਼ੁਰੂਆਤ ਕੀਤੀ ਹੋਣੀ ਆ, ਜਿਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਆਉਣ ਵਾਲੀਆਂ ਪਾਤਸ਼ਾਹੀਆਂ ਨੇ ਦਵਾਖਾਨੇ ਖੋਲ੍ਹੇ, ਹੈ ਨਾ, ਸਕੂਲ ਬਣਾਏ ਗਏ, ਜਿਸ ਤਰੀਕੇ ਦੇ ਨਾਲ ਸਟੱਡੀ ਦਾ ਸਿਸਟਮ ਸ਼ੁਰੂ ਹੋਇਆ। ਅੱਜ ਸ਼੍ਰੋਮਣੀ ਕਮੇਟੀ ਦੇ ਕੋਲ ਘੱਟੋ ਘੱਟ 50 ਹਸਪੀਟਲ ਹੁੰਦੇ, ਘੱਟੋ ਘੱਟ 100-200 ਸਕੂਲ ਹੁੰਦੇ, ਹੈ ਨਾ, ਕਾਲਜ ਹੁੰਦੇ, ਜਿਨ੍ਹਾਂ ਦੇ ਉੱਤੇ ਉਹ 10 ਅਰਬ ਦਾ ਬਜਟ ਇੱਦਾਂ ਸ਼ੋਅ ਕਰਕੇ ਲਾਇਆ ਜਾਂਦਾ। ਦੇਖੋ ਭਾਈ ਇੱਥੇ ਲਾਇਆ, ਪੰਜਾਬ ਦੀ ਨੌਜਵਾਨੀ ਪੜ੍ਹ ਲਈ ਹੈ, ਲਿਖ ਲਈ ਹੈ, ਹੈ ਨਾ, ਅੱਗੇ ਜਾਣ ਦੀਆਂ ਤਿਆਰੀਆਂ ਕਰ ਰਹੀਆਂ ਨੇ, IPS ਬਣ ਰਹੇ ਨੇ, PCS ਬਣ ਰਹੇ ਨੇ। ਨੌਜਵਾਨੀ ਨਸ਼ਾ ਕਰ ਰਹੀ ਹੈ, ਨਸ਼ਾ ਕਰਕੇ ਅੱਜ ਮਰ ਰਹੀ ਹੈ, ਤੇ ਗੁਰਦੁਆਰੇ ਦਾ ਜਿਹੜਾ ਇੰਨਾ ਪੈਸਾ ਆ ਉਹ ਮੈਨੇਜਰਾਂ ਨੂੰ ਜਾਂ ਹੋਰ ਤਨਖਾਹਾਂ ਦੇ ਵਿੱਚ ਜਿਹੜਾ ਆ ਉਹ ਬੇਮੁਖਤਾ ਦਿੱਤਾ ਜਾਂਦਾ ਹੈ ਨਾ। ਤੇ ਉਹਦੇ ਵਿੱਚ ਜਿਹੜੇ ਕਾਰ ਸੇਵਾ ਵਾਲੇ ਬਾਬੇ ਆ ਉਹ ਏਦਾਂ ਕਾਬਜ ਹੋਏ ਬੈਠੇ ਆ, ਉਹਨਾਂ ਦਾ ਜ਼ੋਰ ਏਦਾਂ ਪੂਰਾ ਚੱਲਦਾ ਹੋਇਆ। ਹੁਣ ਜਦੋਂ ਤੁਸੀਂ ਇਸ ਸਿਸਟਮ ਦੇ ਵਿਰੁੱਧ ਗੱਲ ਕਰੋਗੇ ਤਾਂ ਲਾਜ਼ਮੀ ਹੈ। ਬਿਲਕੁਲ ਜੀ, ਤੁਸੀਂ ਪਿੱਛੇ ਬੈਕਫੁੱਟ ਤੇ ਧੱਕੇ ਜਾਓਗੇ ਤੁਸੀਂ। ਹਾਂਜੀ, ਇਹ ਤਾਂ ਜ਼ਰੂਰੀ ਹੈ। ਤੁਹਾਡੀ ਇਹਦੇ ਵਿੱਚੋਂ ਇੱਕ ਗੱਲ, ਜਿੱਦਾਂ ਹੁਣ ਲੋਕਡਾਊਨ ਚੱਲ ਰਿਹਾ, ਹਾਂਜੀ, ਸਾਰੇ ਕੰਟਰੀਆਂ 'ਚ, ਇਹ ਤਾਂ ਚਲੋ ਜਿਹੜੀ ਮਹਾਂਮਾਰੀ ਆਈ ਹੈ, ਹੁਣ 2 ਮਹੀਨੇ ਤੋਂ ਹੋ ਗਿਆ ਆਪਾਂ ਗੁਰਦੁਆਰੇ ਨਹੀਂ ਗਏ, ਹਾਂਜੀ, ਹੈ ਨਾ। ਹੁਣ ਇੱਥੋਂ ਪਤਾ ਹੁੰਦਾ ਵੀ ਗੁਰੂ ਨਾਨਕ ਸਾਹਿਬ ਨੇ ਕਿਹੜੇ ਗੁਰੂ ਦੀ ਗੱਲ ਕੀਤੀ। ਗੁਰੂ ਨਾਨਕ ਸਾਹਿਬ ਨੇ ਗੁਰ ਮੇਰੇ ਸੰਗ ਸਦਾ ਹੈ ਨਾਲੇ। ਅੱਜ ਵੀ ਮੇਰੇ ਨਾਲ ਗੁਰੂ ਇੱਥੇ ਵੀ ਹੈਗਾ, ਮੇਰੇ ਨਾਲ ਹੈ ਗੁਰੂ ਮੇਰਾ। ਤੇ ਇਹ ਗੱਲਾਂ ਹੁਣ ਜਿਹੜੀਆਂ ਨਾ, ਜਿੱਦਾਂ ਹੁਣ ਜਿਹੜਾ ਇਹ ਛੌੜਾ ਸੀ ਨਾ, ਪਹਿਲੋਂ ਵੀ ਉਹਨੇ ਵੱਡੀ ਕਿਰਪਾਨ ਪਾਈ ਆ, 2 ਕਿਰਪਾਨਾਂ ਪਾਈਆਂ ਨੇ, ਦਮਾਲਾ ਬੱਧਾ, ਉਹਨੇ ਫਲਾਨਾ ਕੀਤਾ, ਇਹ ਚੀਜ਼ਾਂ ਤੋਂ ਲੋਕਾਂ ਦਾ ਡਰ ਉੱਠ ਗਿਆ। ਹਾਂਜੀ, ਹਰ ਬੰਦਾ ਗੱਲ ਕਰ, ਇੱਕ ਸਾਡੀ ਇੱਕ ਯੂਨੀਫਾਰਮ ਸੀ, ਵਰਦੀ ਸੀ। ਹਾਂਜੀ, ਪਰ ਅੱਜ ਅੱਗੇ ਕੀ ਹੁੰਦਾ ਸੀ, ਜੇ ਕੋਈ ਮੋਨਾ ਬੰਦਾ ਗੱਲ ਕਰਦਾ ਉਹਨੂੰ ਦਰਕਾਰ ਦਿੱਤੀ, ਜਾ ਤੂੰ ਪਹਿਲਾਂ ਸਿੱਖ ਤੇ ਬਣ ਜਾ। ਮਤਲਬ ਸਿੱਖ ਬਣਨਾ ਕੀ ਸੀ? ਕੇਸ ਰੱਖ ਲਾ, ਦਾੜੀ ਰੱਖ ਲਾ, ਸਿੱਖ ਬਣ ਗਿਆ, ਬਸ ਸਿੱਖ ਬਣ ਲਾ। ਤੇ ਫਿਰ ਜੇ ਉਹੀ ਬੰਦਾ ਕੇਸ ਦਾੜੀ ਰੱਖ ਕੇ ਗੱਲ ਕਰਦਾ, ਤੇ ਉਹੀ ਪੁਜਾਰੀ ਦੀ ਸੋਚ ਦੇ ਅਧੀਨ ਗੱਲ ਕਰਦਾ, ਤੇ ਹੁਣ ਅਸੀਂ ਕਹਿੰਦੇ ਆ ਵੀ ਟਕਸਾਲ ਤੋਂ ਆਇਆ, ਪਰ ਹਰ ਕੋਈ ਉਹਨੂੰ ਚੰਗਾ ਨਹੀਂ ਸਮਝਦਾ, ਸਿਰਫ ਇਹ ਸਮਝਦਾ ਵੀ ਕਿਤੇ ਟਕਸਾਲ ਦਾ ਬੁਲਾਰਾ ਬਣ ਕੇ ਆ। ਨਹੀਂ, ਉਹ ਤਾਂ ਹੁਣ ਸਮਾਂ ਇਦਾਂ ਦਾ ਆ ਗਿਆ ਨਾ ਕਿ ਹੁਣ ਅੱਜ ਉਹਨਾਂ ਨੂੰ ਇਹ ਕਹਿਣਾ ਪੈ ਗਿਆ ਵੀ ਅਸੀਂ ਟਕਸਾਲੀ ਨਹੀਂ ਹੈਗੇ, ਨਹੀਂ ਤਾਂ ਪਹਿਲਾਂ ਹੁੱਬ ਕੇ ਕਹਿੰਦੇ ਹੁੰਦੇ ਸੀ ਅਸੀਂ ਟਕਸਾਲੀ ਹਾਂ। ਅੱਜ ਇਹ ਕਹਿਣਾ ਪੈ ਰਿਹਾ ਵੀ ਨਹੀਂ, ਵੀ ਮੈਂ ਟਕਸਾਲੀ ਨਹੀਂਗਾ, ਮੈਂ ਨੋਰਮਲ ਬੰਦਾ ਹਾਂ, ਮੈਂ ਤਾਂ ਨੋਰਮਲ ਸਿੱਖ ਹਾਂ। ਅੱਜ ਇੱਥੇ ਤੱਕ ਗੱਲ ਆ ਗਈ ਹੈ। ਹਾਂਜੀ, ਲਾਸਟ ਤੇ ਆਪਾਂ ਹੁਣ ਟਾਈਮ ਵੀ ਆਪਣਾ 1 ਘੰਟਾ ਹੋ ਚੱਲਿਆ, ਤੇ
ਲਾਸਟ ਤੇ ਜਿਹੜਾ ਤੁਸੀਂ ਕੀ ਦਲਜਨ ਸਿੰਘ ਤੁਸੀਂ ਦੋ ਇੱਕ ਮਿੰਟ ਆਪਾਂ ਜੋ ਵੀ ਕਹਿਣਾ ਫਿਰ ਆਪਾਂ। ਹਾਂਜੀ, ਕਹਿਣਾ ਤਾਂ ਅਖੀਰ ਦੇ ਵਿੱਚ ਇੱਕੋ ਹੀ ਗੱਲ ਚਾਹੁੰਦਾ ਮੈਂ ਕਿ ਜਿਹੜਾ ਬੇਮੁਖਤਾ ਵਿਰੋਧ ਜਾਗਰੂਕਾਂ ਵੱਲੋਂ ਜੋ ਕੀਤਾ ਜਾਂਦਾ, ਜਿਹੜਾ ਕਿ ਅੱਜ ਸਾਡੀ ਗੱਲਬਾਤ ਦਾ ਜੋ ਵਿਸ਼ਾ ਵੀ ਸੀਗਾ ਅੱਜ ਇਹੀ ਸੀ, ਕਿਉਂਕਿ ਕਾਫੀ ਦਿਨਾਂ ਤੋਂ ਇਹ ਚੀਜ਼ ਦੇਖੀ। ਉਦੋਂ ਸਾਡਾ ਪ੍ਰੋਗਰਾਮ ਜਿਹੜਾ ਸੀ ਉਦੋਂ ਅਸੀਂ ਕਰ ਨਹੀਂ ਸੀ ਪਾ ਰਹੇ ਲੋਕਡਾਊਨ ਦੀ ਵਜ੍ਹਾ ਨਾਲ, ਅਤੇ ਉਦੋਂ ਇਹ ਕਾਫੀ ਇਸ ਨੂੰ ਉਭਾਰ ਕੇ ਜਿਹੜਾ ਆ ਪੇਸ਼ ਕੀਤਾ ਗਿਆ ਘੱਗਾ ਜੀ ਦੇ ਪਰਸਨਲ ਵਿਰੋਧ ਨੂੰ, ਜਿਹੜਾ ਉਹ ਲੋਕਾਂ ਦੇ ਮੂਹਰੇ, ਕਿਉਂਕਿ ਉਹ ਸਿਰਫ ਉਹਨਾਂ ਨੇ ਇਹ ਕਹਿਤਾ ਸੀ ਕਿ ਜੋ ਭਾਈ ਰਣਜੀਤ ਸਿੰਘ ਗੱਲ ਕਰਦੇ ਆ ਉਹ ਠੀਕ ਹੈ, ਇੰਨਾ ਕਹਿਣ ਦੇ ਨਾਲ ਹੀ ਜਿਹੜਾ ਉਹਨਾਂ ਦਾ ਵਿਰੋਧ ਹੈ ਸ਼ੁਰੂ ਹੋਇਆ। ਅਤੇ ਸੁਨੇਹਾ ਅਖੀਰ 'ਚ ਇਹੀ ਹੈ ਕਿ ਸ਼ਖਸੀ ਵਿਰੋਧ ਨੂੰ ਪਿੱਛੇ ਰੱਖ ਕੇ ਜੇ ਤੁਸੀਂ ਜਿਹੜੇ ਜਾਗਰੂਕ ਧਿਰ ਦੇ ਆਪਣੇ ਆਪ ਨੂੰ ਬੰਦੇ ਸਮਝਦੇ ਆ, ਜੇ ਕਿਤੇ ਤੁਸੀਂ ਉਸ ਗੁਰਮਤ ਦੇ ਜਿਹੜੀ ਵਿਚਾਰਧਾਰਾ ਜਿਹਨੂੰ ਤੁਸੀਂ ਕਿਸੇ ਟਾਈਮ ਪੇਸ਼ ਕਰਦੇ ਰਹੇ ਸੀ, ਹੁਣ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਉਹ ਗੱਲਾਂ ਜਿਹੜੀਆਂ ਕਰਦੇ ਰਹੇ ਸੀ, ਜੇ ਕਿਤੇ ਉਹਦੇ 'ਤੇ ਹੀ ਆ ਜਾਓ ਅਤੇ ਕਾਫੀ ਸਾਡੇ ਲਈ ਵੀ ਕਾਫੀ ਰਿਲੀਫ ਹੋਣਾ ਇਸ ਗੱਲ ਦਾ, ਕਿਉਂਕਿ ਜਿਹੜਾ ਆਮ ਅੱਜ ਸੁਣਨ ਵਾਲਾ ਬੰਦਾ ਹੈ ਨਾ, ਉਹ ਅੱਜ ਤੁਹਾਨੂੰ ਇਸ ਚੀਜ਼ ਦੇ ਮਗਰ ਲਾਹਣਤਾਂ ਹੀ ਪਾ ਰਿਹਾ। ਨੁਕਸਾਨ ਕਿਸੇ ਦਾ ਕੁਛ ਨਹੀਂ ਹੋ ਰਿਹਾ, ਪਰ ਜਿਹੜੀਆਂ ਆ ਉਹ ਤੁਹਾਡਾ ਜਿਹੜਾ ਪਿਛਲਾ ਕੀਤਾ ਹੋਇਆ ਕੰਮ ਸੀਗਾ ਉਹ ਵੀ ਜਿਹੜਾ ਆ ਉਹ ਅੱਜ ਸਾਰਾ ਜ਼ੀਰੋ ਹੁੰਦਾ ਦਿਖ ਰਿਹਾ ਮੈਨੂੰ। ਹੋਰ ਮੈਂ ਇਸ ਤੋਂ ਜ਼ਿਆਦਾ ਕੁਛ ਨਹੀਂ ਕਹਿਣਾ ਚਾਹੁੰਦਾ। ਹਾਂਜੀ ਦਲਜਨ ਸਿੰਘ ਜੀ ਤੁਸੀਂ। ਮੈਂ ਤਾਂ ਇਹ ਸਾਰੇ ਵੀਰਾਂ ਨੂੰ ਇਹੀ ਅਪੀਲ ਕਰਦਾ ਵੀ ਜਿੰਨਾ ਹੋ ਸਕਦਾ, ਭਾਵੇਂ ਉਹ ਜਾਗਰੂਕ ਵੀਰ ਹੀ ਨੇ, ਜੋ ਜਿੱਦਾਂ ਜੋ ਉਹਨਾਂ ਦੀ ਸੋਚ ਆ, ਜੋ ਉਹਨਾਂ ਦੀ ਮਨੌਤ ਆ, ਜੇ ਢੇਰੀ ਨੂੰ ਲੈ ਕੇ ਮਨੌਤ ਆ ਫਿਰ ਤਾਂ ਉਹਨਾਂ ਨੂੰ ਉਹਨਾਂ ਦੀ ਢੇਰੀ ਠੀਕ ਢੇਰੀ ਹੀ ਉਹਨਾਂ ਨੂੰ ਮੁਬਾਰਕ ਹੋਵੇ। ਪਰ ਜੇ ਉਹ ਕਿਤੇ ਨਾ ਕਿਤੇ ਪਾਸੇ ਉਹਨਾਂ ਦੀ ਸੋਚ ਇਹੀ ਆ ਵੀ ਗੁਰਬਾਣੀ ਵੀ ਉਸੇ ਰੱਬ ਨੂੰ ਮੰਨਦੀ ਹੈ ਜਿਹੜੇ ਰੱਬ ਨੂੰ ਭਾਈ ਸਾਹਿਬ ਤੇ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਮੰਨਦੇ ਨੇ, ਤਾਂ ਸਾਰੇ ਹੁਣ ਮੌਕਾ ਹੈ ਵੀ ਉਸ ਪਲੇਟਫਾਰਮ 'ਤੇ ਦੁਬਾਰਾ ਇਕੱਠੇ ਹੋਣ ਦਾ। ਬਿਲਕੁਲ ਜੀ, ਆਖਰ 'ਤੇ ਇਹੀ ਸੁਨੇਹਾ ਹੈ ਕਿ ਆਓ ਆਪਾਂ ਵੀ ਸਾਰੇ ਰਲ ਮਿਲ ਕੇ ਆਪਸੀ ਪ੍ਰੇਮ ਦੇ ਨਾਲ ਰੰਜਿਸ਼ਾਂ ਛੱਡ ਕੇ, ਜਥੇਬੰਦੀਆਂ ਦਾ ਲੋਡ ਛੱਡ ਕੇ, ਜੋ ਗੁਰੂ ਨਾਨਕ ਸਾਹਿਬ ਨੇ ਇੱਕ ਧਰਮ ਚਲਾਇਆ ਸੀ ਨਾ, ਸੱਚ ਕੂਟ ਸਤਾਣੀ ਨੀਮ ਦੇ ਜਿਹੜੇ ਕਿਲ੍ਹਾ ਬਣਾਇਆ ਸੀ, ਸੱਚ ਦਾ ਕਿਲ੍ਹਾ, ਉਹਦੇ ਵੱਲ ਨੂੰ ਜੇ ਇੱਟ ਲਾਈਏ ਭਾਵੇਂ ਇੱਕ ਹੀ ਲਾਈਏ, ਪਰ ਉਹਦੇ ਉੱਪਰ ਲਾਈਏ, ਉਹਦੇ ਵੱਲ ਪਿੱਠ ਨਾ ਕਰੀਏ। ਅਤੇ ਇਸ ਕਰਕੇ ਜਿੰਨੀ ਨਾਮ ਵਸਾਰਿਆ ਸੇ ਹੋਤ ਦੇਖੇ ਖੇ, ਕਿਹੜਾ ਨਾਮ ਵਸਾਰਿਆ, ਜਿਹੜੀ ਆਪਾਂ ਸਟਾਰਟਿੰਗ 'ਤੇ ਗੱਲ ਕੀਤੀ, ਅਖੀਰ 'ਤੇ ਉਸ ਨਾਮ ਨੂੰ, ਉਸ ਗਿਆਨ ਨੂੰ ਸਮਝ ਕੇ ਆਓ ਆਪਾਂ ਵੀ ਆਪਣੇ ਜੀਵਨ ਨੂੰ ਖੇ ਹੋਣ ਤੋਂ ਬਚਾਈਏ। ਸੋ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।